ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਇਸ YouTube ਚੈਨਲ ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ 2 ਕੰਪਲੈਕਸ ਨੰਬਰ। ਲੈਕਚਰ 1 ਵਿੱਚ ਅਸੀਂ ਇਮੈਜਿਨਰੀ ਨੰਬਰ ਅਤੇ ਨੰਬਰ ਸਿਸਟਮ ਬਾਰੇ ਪੜ੍ਹਿਆ। ਅੱਜ ਅਸੀਂ ਕੰਪਲੈਕਸ ਨੰਬਰ ਬਾਰੇ ਪੜ੍ਹਨ ਜਾ ਰਹੇ ਹਾਂ ਤੇ ਉਹਨਾਂ ਨਾਲ ਰਿਲੇਟਡ ਜੋ ਵੀ MCQs ਨੇ, ਲਾਸਟ ਈਅਰ ਦੇ ਕੁਐਸਚਨਸ ਨੇ, ਉਹ ਸਾਰੇ ਡਿਸਕਸ ਕਰਾਂਗੇ ਅਤੇ ਕੁਝ MCQs ਜਿਹੜੇ ਨੇ ਇੰਪੋਰਟੈਂਟ ਜੋ ਮੈਂ PDF ਦੀ ਫਾਰਮ ਦੇ ਵਿੱਚ ਆਪਣੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦੇਵਾਂਗਾ। ਨੋਟਸ ਜੋ ਨੇ ਹੈਂਡ ਰਿਟਨ ਫਾਰਮ ਦੇ ਵਿੱਚ ਉਹ ਵੀ ਮੈਂ ਜਿਹੜੇ ਆ ਉਹ ਆਪਣੇ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦੇਵਾਂਗਾ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਨੋਟਸ ਖੁਦ ਬਣਾਓ ਅਤੇ ਪ੍ਰੈਕਟਿਸ ਜਿਹੜੀ ਆ ਉਹ +1 +2 ਦੀ ਬੁੱਕਸ ਵਿੱਚ ਜਾਂ ਫਿਰ ਗ੍ਰੈਜੂਏਸ਼ਨ ਦੀ ਬੁੱਕਸ ਵਿੱਚੋਂ ਜ਼ਰੂਰ ਕਰੋ। ਸਿਰਫ ਇਹਨਾਂ MCQs ਦੇ ਉੱਪਰ ਡਿਪੈਂਡ ਨਾ ਰਹੋ। ਆਮ ਭਾਸ਼ਾ ਵਿੱਚ ਅਗਰ ਗੱਲ ਕਰੀਏ ਤਾਂ ਕੰਪਲੈਕਸ ਦਾ ਮਤਲਬ ਹੁੰਦਾ ਹੈ ਮਿਕਸਚਰ ਜਾਂ ਫਿਰ ਕੰਪਾਊਂਡ। ਅਤੇ ਅਗਰ ਗੱਲ ਕਰੀਏ ਕੰਪਲੈਕਸ ਨੰਬਰ ਦੀ ਤਾਂ ਕੰਪਲੈਕਸ ਨੰਬਰ ਜੋ ਹੈ ਉਹ ਹੈ ਮਿਕਸਚਰ ਆਫ ਰੀਅਲ ਐਂਡ ਇਮੈਜਨਰੀ ਨੰਬਰ। ਅਗਰ ਇਹਦੀ ਸਟੈਂਡਰਡ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਕੰਪਲੈਕਸ ਨੰਬਰ ਕੀ ਆ? ਅ ਨੰਬਰ ਵਿਚ ਇਜ਼ ਆਫ ਫੋਰਮ x plus iota y where x and y both belongs to real number। ਜੋ ਇੱਥੇ x ਹੈ ਤੇ y ਹੈ, ਇਹ ਦੋਨੇ ਕੀ ਨੇ? ਰੀਅਲ ਨੰਬਰਸ ਨੇ ਆਪਣੇ ਕੋਲ। ਵੇਅਰ ਆਇਟਾ ਜੋ ਹੈ ਆਪਣੇ ਕੋਲ ਉਹ ਕੀ ਹੈ? ਸਕੇਅਰ ਰੂਟ ਆਫ -1। ਇਹ ਕੀ ਹੈ ਇਹਦੀ ਸਟੈਂਡਰਡ ਡੈਫੀਨੇਸ਼ਨ ਕੰਪਲੈਕਸ ਨੰਬਰ ਦੀ। ਐਗਜ਼ਾਮਪਲ ਜਿਵੇਂ ਕਿ 2 + 3 ਆਇਓਟਾ, ਇਹ ਆਪਾਂ ਨੂੰ ਕੀ ਰਿਪਰੈਜ਼ੈਂਟ ਕਰ ਰਿਹਾ? ਇਹ ਰਿਪਰੈਜ਼ੈਂਟ ਕਰ ਰਿਹਾ ਕੰਪਲੈਕਸ ਨੰਬਰ। ਅਸੀਂ ਜੋ ਕੰਪਲੈਕਸ ਨੰਬਰ ਹੈ x plus iota y ਉਸ ਨੂੰ ਰਿਪਰੈਜ਼ੈਂਟ ਕਰਦੇ ਹਾਂ z ਦੇ ਨਾਲ। ਜਿਹੜਾ ਇੱਥੇ ਸਿੰਬਲ ਦੇਖ ਰਹੇ ਹੋ ਤੁਸੀਂ =, ਦਾ ਇਹ =, ਦਾ ਮਤਲਬ ਇਹ ਨਹੀਂ ਕਿ x plus iota y =, z ਹੈ। ਇੱਥੇ ਇਸ ਪੂਰੇ ਸਿੰਬਲ ਦੇ ਨਾਲ =, z ਦੇ ਨਾਲ ਅਸੀਂ x plus iota y ਨੂੰ ਰਿਪਰੈਜ਼ੈਂਟ ਕਰਦੇ ਹਾਂ। =z ਜੋ ਹੈ ਉਹ ਇੱਕ ਸਿੰਬਲ ਦਾ ਕੰਮ ਕਰਦਾ ਹੈ, ਜਿਵੇਂ ਕਿ R ਇੱਕ ਸਿੰਬਲ ਦਾ ਕੰਮ ਕਰਦਾ ਹੈ ਰੀਅਲ ਨੰਬਰ ਨੂੰ ਰਿਪਰੈਜ਼ੈਂਟ ਕਰਨ ਵਾਸਤੇ, ਉਵੇਂ =z ਇਹ ਪੂਰੇ ਦਾ ਪੂਰਾ ਇੱਕ ਸਿੰਬਲ ਹੈ ਰਿਪਰੈਜ਼ੈਂਟ ਕਰਨ ਵਾਸਤੇ ਕੰਪਲੈਕਸ ਨੰਬਰ ਨੂੰ। ਤਾਂ x plus iota y ਆਪਣੇ ਕੋਲ ਕੀ ਹੈ? ਕੰਪਲੈਕਸ ਨੰਬਰ ਹੈ, ਜਿਸ ਦੇ ਵਿੱਚ x ਜੋ ਹੈ ਉਹ ਵੀ ਰੀਅਲ ਨੰਬਰ ਹੈ ਅਤੇ y ਜੋ ਹੈ ਉਹ ਵੀ ਇੱਕ ਰੀਅਲ ਨੰਬਰ ਹੈ। ਆਇਟਾ ਕੀ ਆਪਣੇ ਕੋਲ? ਸਕੇਅਰ ਰੂਟ ਆਫ -1 ਇਮੈਜਨਰੀ ਨੰਬਰ। ਕੰਪਲੈਕਸ ਨੰਬਰ ਮਿਕਸਚਰ ਹੈ, ਇਸ ਕਰਕੇ ਉਸਦੇ ਦੋਨੇ ਪਾਰਟਸ ਨੂੰ ਅਲੱਗ-ਅਲੱਗ ਜੋ ਹੈ ਨਾਮ ਦੇ ਦਿੱਤੇ ਗਏ। x ਜੋ ਹੈ ਆਪਣੇ ਕੋਲ ਉਹ ਕੀ ਹੈ? ਰੀਅਲ ਪਾਰਟ ਆਫ z ਕੰਪਲੈਕਸ ਨੰਬਰ ਦਾ x ਹੈ ਆਪਣੇ ਕੋਲ ਰੀਅਲ ਪਾਰਟ। y ਜੋ ਹੈ ਉਹ ਆਪਣੇ ਕੋਲ ਕੀ ਹੈ? ਇਮੈਜਨਰੀ ਪਾਰਟ ਆਫ z। ਇਮੈਜਨਰੀ ਪਾਰਟ ਆਫ z ਕੰਪਲੈਕਸ ਨੰਬਰ ਦਾ ਇਮੈਜਨਰੀ ਪਾਰਟ ਜੋ ਹੈ ਉਹ ਆਪਣੇ ਕੋਲ y ਹੈ। x ਜੋ ਆਪਣੇ ਕੋਲ ਕੀ ਹੈ? ਰੀਅਲ ਪਾਰਟ ਆਫ z ਆਪਣੇ ਕੋਲ ਕੀ ਹੈ? ਕੰਪਲੈਕਸ ਨੰਬਰ। ਤੇ ਸੈਟ ਆਫ ਕੰਪਲੈਕਸ ਨੰਬਰ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਸੈਟ ਆਫ ਕੰਪਲੈਕਸ ਨੰਬਰਸ is represented by capital C। ਤਾਂ ਸੈਟ ਆਫ ਕੰਪਲੈਕਸ ਨੰਬਰ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਕੈਪੀਟਲ C ਦੇ ਨਾਲ। ਇੱਥੇ ਇੱਕ ਨੋਟ ਹੈ। ਨੋਟ ਕੀ ਹੈ? ਜੋ ਇਹ ਨੋਟਸ ਨੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਕੋਈ ਵੀ ਰਿਜ਼ਲਟਸ ਨੇ, ਕੋਈ ਵੀ ਪ੍ਰੋਪਰਟੀਜ਼ ਨੇ, ਇਹ ਬਹੁਤ ਜ਼ਿਆਦਾ ਕੰਮ ਆਉਂਦੇ ਨੇ MCQs ਨੂੰ ਬਹੁਤ ਹੀ ਜਲਦੀ ਹੱਲ ਕਰਨ ਦੇ ਵਿੱਚ। ਤਾਂ ਨੋਟ ਨੂੰ ਅਤੇ ਅਗਰ ਕੋਈ ਰਿਜ਼ਲਟ ਹੈ ਉਸ ਨੂੰ, ਪ੍ਰੋਪਰਟੀ ਨੂੰ ਧਿਆਨ ਨਾਲ ਸੁਣਿਆ ਕਰੋ ਅਤੇ ਉਸ ਨੂੰ ਪ੍ਰੈਕਟਿਸ ਦੇ ਵਿੱਚ ਜਿਹੜਾ ਉਹ ਯੂਜ਼ ਕਰਿਆ ਕਰੋ, ਤਾਂ ਕਿ ਪੇਪਰ ਦੇ ਵਿੱਚ ਜੋ MCQs ਨੇ ਉਹ ਜਲਦੀ ਹੱਲ ਹੋ ਸਕਣ। ਨੋਟ ਕੀ ਹੈ ਕਿ ਟੂ ਫਾਈਂਡ ਦਾ ਰੀਅਲ ਐਂਡ imaginary part of complex number। to find the real and imaginary part of complex number ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ? first find the standard form of ਕੰਪਲੈਕਸ ਨੰਬਰ। ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਵੀ ਜਿਹੜਾ ਸਾਨੂੰ ਗਿਵਨ ਕੰਪਲੈਕਸ ਨੰਬਰ ਹੈ ਕੁਐਸਚਨ ਦੇ ਵਿੱਚੋਂ ਪੁੱਛਿਆ ਗਿਆ ਹੈ, ਉਹ ਜਿਹੜਾ ਕੰਪਲੈਕਸ ਨੰਬਰ ਆ ਉਹ ਆਪਦੀ ਸਟੈਂਡਰਡ ਫਾਰਮ ਦੇ ਵਿੱਚ ਹੈਗਾ ਜਾਂ ਨਹੀਂ। ਅਤੇ ਆਪਾਂ ਨੂੰ ਪਤਾ ਹੈ ਕਿ ਸਟੈਂਡਰਡ ਫਾਰਮ ਕੀ ਹੁੰਦੀ ਹੈ ਕੰਪਲੈਕਸ ਨੰਬਰ ਦੀ? ਉਹ ਹੁੰਦੀ ਹੈ x plus iota y। ਕਿ ਅਗਰ x plus iota y ਦੀ ਫਾਰਮ ਵਿੱਚ ਹੈ ਕੰਪਲੈਕਸ ਨੰਬਰ ਤਾਂ ਅਸੀਂ ਕਹਾਂਗੇ ਕਿ ਉਹ ਸਟੈਂਡਰਡ ਫਾਰਮ ਦੇ ਵਿੱਚ ਹੈ। ਤਾਂ ਕੁਝ
एग्जाम्पल्स देखते हैं तो ਸਾਨੂੰ क्लीयर हो जाएगा कि किस तरह ਅਸੀਂ ਰੀਅਲ ਪਾਰਟ ਤੇ ਇਮੇਜਨਰੀ ਪਾਰਟ ਕੰਪਲੈਕਸ ਨੰਬਰ ਦਾ ਫਾਈਂਡ ਆਊਟ ਕਰਨਾ ਹੈ ਤੇ ਕਿਵੇਂ ਸਟੈਂਡਰਡ ਫਾਰਮ ਦੇ ਵਿੱਚ ਕੰਪਲੈਕਸ ਨੰਬਰ ਨੂੰ ਲੈ ਕੇ ਆਉਣਾ ਹੈ ਤੇ ਸਟੈਂਡਰਡ ਫਾਰਮ ਕੀ ਹੁੰਦੀ ਹੈ। ਕੁਝ ਐਗਜ਼ਾਮਪਲਸ ਕਰ ਲੈਂਦੇ ਹਾਂ। ਇਹ ਐਗਜ਼ਾਮਪਲ ਆਪਾਂ ਨੇ ਵਿੱਚ ਪੁੱਛਿਆ ਆਪਾਂ ਨੂੰ ਪੁੱਛਿਆ ਗਿਆ ਕਿ ਫਾਈਂਡ ਦਾ ਇਮੇਜਨਰੀ ਪਾਰਟ ਆਫ 2+3 ਆਇਟਾ। 2+3 ਆਇਟਾ ਦਾ ਅਸੀਂ ਇਮੇਜਨਰੀ ਪਾर्ट जो है वो फाइंड आउट करना है। तो स्टैप वन की ਆਪਾਂ ਨੂੰ ਪਤਾ ਹੋਣਾ ਚਾਹੀਦਾ कि ਜਿਹੜੀ ਗਿਵਨ ਕੰਪਲੈਕਸ ਨੰਬਰ ਆਪਾਂ ਦੇ ਰੱਖੇ ਉਹ ਕੀ ਹੋਣੀ ਚਾਹੀਦੀ ਹੈ, ਸਟੈਂਡਰਡ ਫਾਰਮ 'ਚ ਹੋਣੀ ਚਾਹੀਦੀ ਹੈ। ਤਾਂ ਆਲਰੇਡੀ ਜੋ ਹੈ ਆਪਾਂ ਨੂੰ 2+3 ਆਇਟਾ जो है ਗਿਵਨ ਕੰਪਲੈਕਸ ਨੰਬਰ ਹੈ ਤਾਂ ਉਹ ਆਪਾਂ ਨੂੰ x+ ਆਇਟਾ y ਦੀ ਫਾਰਮ ਵਿੱਚ ਆਲਰੇਡੀ ਗਿਵਨ ਹੈ 2+3 ਆਇਟਾ। तो असी ईजली कह सकते हैं कि जो 2 है वो की अपने को रियल पार्ट ऑफ Z तो 3 जो है अपने को की है इमेजनरी पार्ट ऑफ Z। इमेजनरी पार्ट वो पार्ट जिहदे नाल आयटा लग्या हुंदा है, लेकिन इत्थे असी आयटा नूं जिहड़ा इनकलूड नहीं करते। आयटा जो है वो जस्ट ये रिप्रजेंट करता है कि इमेजनरी नंबर जिस रियल नंबर के नाल मल्टीप्लाइड है वो मिल के की बनाते हैं दोने इमेजनरी पार्ट कंपलैक्स नंबर का। तो ਆਪਾਂ ਨੂੰ ਇੱਥੇ ਪੁੱਛਿਆ ਗਿਆ ਸੀ ਇਮੇਜਨਰੀ ਪਾर्ट, ਤਾਂ ਇਮੇਜਨਰੀ ਪਾर्ट ਆਫ Z ਕਿੰਨਾ ਆ ਗਿਆ 3 ਆ ਗਿਆ। ਅਗਰ ਰੀਅਲ ਪਾर्ट ਪੁੱਛਿਆ ਜਾਂਦਾ ਹੋਵੇ ਕੰਪਲੈਕਸ ਨੰਬਰ ਦਾ ਤਾਂ ਰੀਅਲ ਪਾर्ट ਕਿੰਨਾ ਆ ਜਾਂਦਾ 2 ਆ ਜਾਂਦਾ ਇੱਥੇ। ਤਾਂ ਇਹ ਸੀ ਆਪਣੇ ਕੋਲ ਐਗਜ਼ਾਮਪਲ A। ਐਗਜ਼ਾਮਪਲ B ਦੇਖ ਲੈਂਦੇ ਹਾਂ। ਐਗਜ਼ਾਮਪਲ B 'ਚ ਆਪਾਂ ਨੂੰ ਪੁੱਛਿਆ ਗਿਆ ਕਿ ਰੀਅਲ ਪਾर्ट ਪਤਾ ਕਰੋ 3 ਡਿਵਾਈਡਡ ਬਾਏ ਆਇਓਟਾ ਦਾ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਆਪਣੇ ਕੋਲ ਜੋ ਗਿਵਨ ਕੰਪਲੈਕਸ ਨੰਬਰ ਹੈ ਉਹ ਸਟੈਂਡਰਡ ਫਾਰਮ ਦੇ ਵਿੱਚ ਹੈ ਜਾਂ ਨਹੀਂ। 3 ਬਾਏ ਆਇਟਾ जो है आप मान लिया कि वो Z के बराबर है तो ਆਪਾਂ ਨੂੰ पता है कि जो स्टैंडर्ड फॉर्म है वो x+ आयटा y ਜਿਹੜੀ है वो होनी चाहिए है। ਇੱਥੇ ਅਸੀਂ ਦੇਖ ਰਹੇ ਹਾਂ कि 3 ਬਾਏ ਆਇਟਾ मतलब कि ਸਾਡੇ ਕੋਲ ਜਿਹੜੀ ਗਿਵਨ ਕੰਪਲੈਕਸ ਨੰਬਰ ਹੈ ਉਹ ਸਟੈਂਡਰਡ ਫਾਰਮ ਦੇ ਵਿੱਚ ਨਹੀਂ ਹੈ। ਤਾਂ ਸਟੈਪ 1 ਕੀ ਹੈ, ਅਸੀਂ ਉਸ ਨੂੰ ਕਿਸ ਵਿੱਚ ਕਨਵਰਟ ਕਰਾਂਗੇ, ਸਟੈਂਡਰਡ ਫਾਰਮ ਦੇ ਵਿੱਚ ਕਨਵਰਟ ਕਰਾਂਗੇ। ਇਹ ਜੋ ਸਟੈਪਸ ਨੇ ਅਸੀਂ ਉੱਥੇ ਪੇਪਰ ਦੇ ਵਿੱਚ ਇਸ ਤਰ੍ਹਾਂ ਸਟੈਪ ਬਾਈ ਸਟੈਪ ਨਹੀਂ ਕਰਨ ਬੈਠ ਜਾਣਾ। ਅਸੀਂ ਇਸ ਨੂੰ ਜਿਹੜਾ ਹੈ ਉਹ ਮਾਈਂਡ ਦੇ ਵਿੱਚ ਹੀ ਸੋਲਵ ਕਰਨਾ ਹੈ, ਮਤਲਬ ਬੋਲ ਕੇ ਹੀ ਸੋਲਵ ਕਰ ਲੈਣਾ ਹੈ। ਸਾਨੂੰ ਇਹਦੇ ਲਈ ਜ਼ਿਆਦਾ ਉੱਥੇ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਉੱਥੇ ਕੋਈ ਐਗਜ਼ਾਮ ਤਾਂ ਦੇ ਨਹੀਂ ਰਹੇ ਕਿ ਅਸੀਂ ਸਾਰਾ ਕੁਝ ਉੱਥੇ ਸ਼ੋਅ ਕਰਕੇ ਦਿਖਾਉਣਾ ਵੀ ਸਟੈਪ ਦਿਖਾਉਣੇ ਨਹੀਂ। ਅਸੀਂ ਤਾਂ ਉੱਥੇ ਜਲਦੀ ਖਤਮ ਕਰਨਾ ਹੈ। ਸਟੈਪ ਦੇ ਵਿੱਚ ਜਿਹੜਾ ਹੈ ਉਹ ਯਾਦ ਰੱਖਣਾ ਹੈ। ਇਸ ਲਈ ਕਰਵਾਇਆ ਜਾ ਰਿਹਾ ਸਟੈਪ ਦੇ ਵਿੱਚ ਕਿਉਂਕਿ ਸਾਨੂੰ ਜੋ ਹੈ ਯਾਦ ਕਰਨਾ ਈਜ਼ੀ ਹੈ ਔਰ ਤੁਸੀਂ ਪ੍ਰੈਕਟਿਸ ਦੇ ਨਾਲ ਇਸ ਨੂੰ ਵਰਬਲੀ ਹੀ ਕਰ ਲਓਗੇ ਸੋਲਵ। ਪੈਨ ਚੱਕਣ ਦੀ ਵੀ ਜ਼ਰੂਰਤ ਨਹੀਂ ਪੈਣੀ। ਤਾਂ ਸਟੈਪ 1 ਦੇ ਵਿੱਚ ਅਸੀਂ ਕੀ ਕਰਾਂਗੇ, ਇਹਨੂੰ ਪਹਿਲਾਂ ਸਟੈਂਡਰਡ ਫਾਰਮ ਵਿੱਚ ਲੈ ਕੇ ਆਵਾਂਗੇ 3 ਬਾਏ ਆਇਟਾ ਨੂੰ। ਸਾਡੇ ਕੋਲ ਬਹੁਤ ਸਾਰੇ ਮੈਥਡ ਨੇ ਜਿਸ ਮੈਥਡ ਦੇ ਰਾਹੀਂ ਅਸੀਂ ਜਿਹੜਾ ਡਿਨੋਮੀਨੇਟਰ ਹੈ ਉਹਦੇ ਵਿੱਚੋਂ ਆਇਟਾ ਜੋ ਹੈ ਐਲੀਮੀਨੇਟ ਕਰ ਸਕਦੇ ਹਾਂ। ਤੁਹਾਨੂੰ ਪਤਾ ਹੋਵੇਗਾ ਅਸੀਂ ਪੜ੍ਹਿਆ ਸੀ ਰੈਸ਼ਨਲਾਈਜੇਸ਼ਨ ਬਾਰੇ ਕਿ ਅਸੀਂ ਨੂੰ ਰੈਸ਼ਨਲਾਈਜ਼ ਕਰ ਦਿੰਦੇ ਹਾਂ। ਰੈਸ਼ਨਲਾਈਜ਼ ਕਰ ਦਾਂਗੇ ਤਾਂ ਕੀ ਆ ਜਾਊਗਾ ਉੱਪਰ -3 ਆਇਟਾ, ਨੀਚੇ ਕੀ ਆ ਜਾਊ -ਆਇਟਾ ਸਕੁਅਰ। ਤੇ ਸਾਨੂੰ ਪਤਾ ਹੈ ਆਇਟਾ ਸਕੁਅਰ ਦੀ ਵੈਲਿਊ ਜੋ ਹੈ ਉਹ ਕਿਹਦੇ ਬਰਾਬਰ ਹੁੰਦੀ ਹੈ, ਉਹ ਹੁੰਦੀ ਹੈ -1 ਦੇ। ਉੱਪਰ ਕੀ ਬਣ ਗਿਆ -3 ਆਇਟਾ, ਨੀਚੇ ਕੀ ਆ ਗਿਆ ਮਾਈਨਸ ਆਲਰੇਡੀ ਜੋ ਸੀਗਾ ਤੇ -1 ਜੋ ਹੈ ਆਇਟਾ ਸਕੁਅਰ ਦੀ ਵੈਲਿਊ ਅਸੀਂ ਸਬਸਟੀਟਿਊਟ ਕਰ ਦਿੱਤੀ। ਤਾਂ ਆਪਣੇ ਕੋਲ ਕੀ ਆ ਗਿਆ -3 ਆਇਟਾ ਅਪੋਨ +1, ਤਾਂ ਕੀ ਆ ਗਿਆ -3 ਆਇਟਾ। ਤਾਂ ਹੁਣ ਅਗਰ ਆਪਾਂ ਦੁਬਾਰਾ ਦੇਖੀਏ ਕਿ ਇਹ ਸਟੈਂਡਰਡ ਫਾਰਮ ਦੇ ਵਿੱਚ ਹੈ ਤਾਂ ਕੁਝ ਕੁ ਬੱਚੇ ਕਹਿਣਗੇ ਨਹੀਂ ਜੀ ਇਹ ਸਟੈਂਡਰਡ ਫਾਰਮ ਦੇ ਵਿੱਚ ਨਹੀਂ ਹੈ, ਕਿਉਂਕਿ ਸਾਡੇ ਕੋਲ ਜੋ ਆਇਟਾ ਦੇ ਨਾਲ ਤਾਂ ਰੀਅਲ ਨੰਬਰ ਮਲਟੀਪਲਾਈਡ ਹੈ ਲੇਕਿਨ ਮਾਈਨਸ ਤੋਂ ਪਹਿਲਾਂ ਇੱਥੇ ਆਪਣੇ ਕੋਲ ਕੁਝ ਮਿਸਿੰਗ ਹੈ। ਜੋ ਆਪਣੇ ਕੋਲ ਆਇਟਾ ਦੇ ਨਾਲ ਰੀਅਲ ਨੰਬਰ ਤਾਂ ਮਲਟੀਪਲਾਈਡ ਹੈ, ਮਤਲਬ ਸਾਡੇ ਕੋਲ ਜੋ ਇਮੇਜਨਰੀ ਪਾर्ट ਤਾਂ ਹੈ, ਇਮੇਜਨਰੀ ਪਾर्ट ਆਫ Z ਤਾਂ ਹੈ ਲੇਕਿਨ ਆਪਣੇ ਕੋਲ ਰੀਅਲ ਪਾर्ट ਮਿਸਿੰਗ ਹੈ। ਤਾਂ ਆਪਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ 0 -3 ਆਇਟਾ ਲਿਖ ਸਕਦੇ ਹਾਂ ਨਾ, -3 ਆਇਟਾ ਨੂੰ 0 -3 ਆਇਟਾ। ਤਾਂ ਇੱਥੇ ਕੀ ਕਵਾਂਗੇ ਆਪਣੇ ਕੋਲ ਜੋ ਇਮੇਜਨਰੀ ਪਾर्ट ਹੈ ਉਹ 3 ਹੈ ਤੇ ਰੀਅਲ ਪਾर्ट ਆਪਣੇ ਕੋਲ ਕਿੰਨਾ ਹੈ 0। ਤਾਂ ਕੁਐਸਚਨ ਵਿੱਚ ਆਪਣੇ ਕੋਲ ਕਿਸ ਬਾਰੇ ਪੁੱਛਿਆ ਗਿਆ, ਸਿਰਫ ਰੀਅਲ ਪਾर्ट ਬਾਰੇ। ਤਾਂ ਅਸੀਂ ਕਵਾਂਗੇ ਕਿ ਰੀਅਲ ਪਾर्ट ਵੀ ਕੁਐਸਚਨ ਹੱਲ ਕਰ ਰਹੇ ਸੀ ਅਸੀਂ ਵੀ ਰੀਅਲ ਪਾर्ट ਆਫ 3 ਡਿਵਾਈਡਡ ਬਾਏ ਆਇਟਾ ਇਜ਼ 0 ਹੈ। ਸਾਡੇ ਕੋਲ ਰੀਅਲ ਪਾर्ट ਹੈ ਹੀ ਨਹੀਂ ਇੱਥੇ, ਤਾਂ ਉਹ ਰੀਅਲ ਪਾर्ट ਜੋ ਹੈ ਉਹ 0 ਹੈ। ਨੈਕਸਟ ਕੁਐਸਚਨ ਜੋ ਹੈ ਉਹ ਹੈ ਇਵੈਲੂਏਟ। ਇਹ ਤੁਸੀਂ ਆਪਣੇ ਆਪ ਕਰਕੇ ਦੇਖਣਾ ਹੈ। ਇਸ ਦੇ ਵਿੱਚ ਜੋ ਹੈ ਯੂਜ਼ ਹੋਣਗੀਆਂ ਰਿਜ਼ਲਟਸ ਜੋ ਆਪਾਂ ਲਾਸਟ ਲੈਕਚਰ ਵਿੱਚ ਕੀਤੀ ਸੀ। ਤਾਂ C ਪਾर्ट ਜਿਹੜਾ ਤੁਸੀਂ ਆਪਣੇ ਆਪ ਸੋਲਵ ਕਰਕੇ ਦੇਖੋ। ਫਿਰ ਵੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ। ਨੈਕਸਟ D ਪਾर्ट, ਫਾਈਂਡ ਦਾ ਰੀਅਲ ਐਂਡ ਇਮੇਜਨਰੀ ਪਾर्ट ਆਫ 3 ਦਾ ਰੀਅਲ ਤੇ ਇਮੇਜਨਰੀ ਪਾर्ट ਅਸੀਂ ਪਤਾ ਕਰਨਾ ਹੈ। ਜਿਹੜਾ D ਕੁਐਸਚਨ ਹੈ ਇਹਦੇ ਨਾਲ ਰਿਲੇਟਡ ਇੱਕ ਪ੍ਰੋਪਰਟੀ ਹੈ ਜੋ ਅਸੀਂ ਅੱਗੇ ਜਾ ਕੇ ਪੜਾਂਗੇ।
ਉਹ ਪ੍ਰੋਪਰਟੀ ਕੀ ਹੈ ਉਹ ਮੈਂ ਤੁਹਾਨੂੰ ਲਿਖਵਾ ਦੇਵਾਂਗਾ ਨੈਕਸਟ ਜੋ ਟੌਪਿਕ ਹੈ ਆਪਣਾ ਪ੍ਰੋਪਰਟੀਜ਼ ਦੇ ਵਿੱਚ। ਲੇਕਿਨ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਅਸੀਂ 3 ਜੋ ਹੈ ਆਪਣੇ ਕੋਲ ਉਹ ਸਟੈਂਡਰਡ ਫਾਰਮ ਦੇ ਵਿੱਚ ਜੋ ਹੈ ਉਹ ਨਹੀਂ ਦਿੱਤਾ ਗਿਆ। 3 ਜੋ ਹੈ ਆਪਣੇ ਕੋਲ ਸਟੈਂਡਰਡ ਫਾਰਮ ਦੇ ਵਿੱਚ ਨਹੀਂ ਦਿੱਤਾ ਗਿਆ, ਮਤਲਬ ਸਟੈਪ 1 ਜਿਹੜਾ ਆਪਣਾ ਉਹ ਫੋਲੋ ਨਹੀਂ ਹੋ ਰਿਹਾ। ਤਾਂ ਸਟੈਪ 1 ਤਾਂ ਇਹ ਕਹਿੰਦਾ ਕਿ ਇਹ x ਪਲਸ ਆਈਟਾ ਵਾਈ ਦੀ ਫਾਰਮ 'ਚ ਹੋਣਾ ਚਾਹੀਦਾ, ਫਿਰ ਜਾ ਕੇ ਅਸੀਂ ਰੀਅਲ ਅਤੇ ਇਮੈਜਨਰੀ ਪਾਰਟ ਬਾਰੇ ਦੱਸ ਪਾਵਾਂਗੇ। ਤਾਂ ਆਪਣੇ ਕੋਲ ਤਾਂ ਲੇਕਿਨ 3 ਦੇ ਰੱਖਿਆ, ਤਾਂ 3 ਨੂੰ ਅਸੀਂ ਕੀ ਲਿਖ ਸਕਦੇ ਹਾਂ? 3 ਨੂੰ ਅਸੀਂ ਲਿਖ ਸਕਦੇ ਹਾਂ 0 ਪਲਸ 0 ਆਈਟਾ ਪਲਸ 3, ਜਾਂ ਫਿਰ ਅਸੀਂ ਲਿਖ ਸਕਦੇ ਹਾਂ 3 ਪਲਸ 0 ਆਈਟਾ। ਇਸ ਤਰ੍ਹਾਂ ਲਿਖ ਸਕਦੇ ਹਾਂ ਇਸ ਨੂੰ। 3 ਨੂੰ ਅਸੀਂ ਕੀ ਲਿਖ ਸਕਦੇ ਹਾਂ? 3 ਪਲਸ 0 ਆਈਟਾ। ਅਤੇ ਅਗਰ ਹੁਣ ਧਿਆਨ ਨਾਲ ਚੈੱਕ ਕਰੀਏ ਤਾਂ ਇਹ ਆਪਣੀ ਕੋਲ ਕਿਸ ਫਾਰਮ 'ਚ ਆ ਚੁੱਕਿਆ ਹੈ? ਸਟੈਂਡਰਡ ਫਾਰਮ ਦੇ ਵਿੱਚ, ਮਤਲਬ x ਪਲਸ ਆਈਟਾ ਵਾਈ ਦੀ ਫਾਰਮ ਦੇ ਵਿੱਚ। 3 ਆਪਾਂ ਨੂੰ ਕੋਲ ਰਿਪਰੈਜ਼ੈਂਟ ਕਿਹਨੂੰ ਕਰ ਰਿਹਾ ਹੈ? ਰੀਅਲ ਪਾਰਟ ਆਫ ਕੰਪਲੈਕਸ ਨੰਬਰ। ਅਤੇ 0 ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ? ਇਮੈਜਨਰੀ ਪਾਰਟ ਆਫ z ਦੇ। ਧਿਆਨ ਨਾਲ ਦੁਬਾਰਾ ਇਹ ਗੱਲ ਸੁਣ ਲਓ ਕਿ ਆਈਟਾ ਜੋ ਹੈ ਆਪਣੇ ਕੋਲ ਉਹ ਸਿਰਫ ਦੱਸਦਾ ਹੈ ਕਿ ਆਈਟਾ ਦੇ ਨਾਲ ਮਲਟੀਪਲਾਈਡ ਜੋ ਰੀਅਲ ਨੰਬਰ ਹੈ ਉਹ ਕੀ ਹੈ ਆਪਣੇ ਕੋਲ ਇਮੈਜਨਰੀ ਪਾਰਟ ਨੂੰ ਰਿਪਰੈਜ਼ੈਂਟ ਕਰ ਰਿਹਾ। ਆਈਟਾ ਇਹਦੇ ਨਾਲ ਨਹੀਂ ਲੈਣਾ। ਤਾਂ ਅਗਰ ਇੱਥੇ ਪੁੱਛਿਆ ਜਾਵੇ ਇਮੈਜਨਰੀ ਪਾਰਟ ਆਫ 3 ਕਿੰਨਾ ਹੈ, ਮਤਲਬ ਜੋ ਗਿਵਨ ਆਪਣੇ ਕੋਲ ਕੰਪਲੈਕਸ ਨੰਬਰ ਹੈ ਉਹਦਾ ਕਿੰਨਾ ਹੈ, ਤਾਂ ਆਪਾਂ ਕਹਾਂਗੇ ਇਮੈਜਨਰੀ ਪਾਰਟ ਹੈ 0, ਨਾ ਕਿ 0 ਆਈਟਾ। ਇੱਥੇ ਆਈਟਾ ਨਹੀਂ ਲਗਾ ਦੇਣਾ। ਤਾਂ ਰੀਅਲ ਪਾਰਟ ਕਿੰਨਾ ਹੈ ਆਪਣੇ ਕੋਲ? ਰੀਅਲ ਪਾਰਟ ਹੈ 3। ਤਾਂ ਇਹ ਆਪਣੇ ਕੋਲ ਆਨਸਰ ਆ ਗਿਆ। ਰੀਅਲ ਪਾਰਟ ਇਜ਼ 3 ਐਂਡ ਇਮੈਜਨਰੀ ਪਾਰਟ ਇਜ਼ 0। ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਜਦੋਂ ਤੁਹਾਨੂੰ ਰੀਅਲ ਅਤੇ ਇਮੈਜਨਰੀ ਪਾਰਟ ਕੱਢਣ ਬਾਰੇ ਪੁੱਛਿਆ ਜਾਵੇ ਤਾਂ ਤੁਸੀਂ ਉੱਥੇ ਆਈਟਾ ਜਿਹੜਾ ਹੈ ਉਹ ਨਾਲ ਨਹੀਂ ਲਗਾ ਦੇਣਾ, ਕਿਉਂਕਿ ਹੋ ਸਕਦਾ ਹੈ ਤੁਹਾਨੂੰ ਜਿਹੜੀਆਂ ਆਪਸ਼ਨਸ ਗਿਵਨ ਹੋਣ, ਆਪਸ਼ਨਸ ਇਸ ਤਰ੍ਹਾਂ ਹੋਣਗੀਆਂ ਤੁਹਾਨੂੰ ਗਿਵਨ ਕਨਫਿਊਜ਼ ਕਰਨ ਵਾਸਤੇ। ਤੁਹਾਡੇ ਤੋਂ A ਆਪਸ਼ਨ ਮੰਨ ਲਓ ਦਿੱਤੀ ਹੋਵੇ 0 ਨਾਲ ਬ੍ਰੈਕਟ ਦੇ ਵਿੱਚ ਲਿਖਿਆ ਹੋਵੇ 3, B ਆਪਸ਼ਨ ਮੰਨ ਲਓ ਤੁਹਾਨੂੰ ਦੇ ਦਿੱਤੀ ਹੋਵੇ 0 ਆਈਟਾ ਬ੍ਰੈਕਟ 'ਚ ਲਿਖ ਦਿੱਤਾ ਹੋਵੇ 3, C ਆਪਸ਼ਨ ਦੇ ਦਿੱਤੀ ਹੋਵੇ ਮੰਨ ਲਓ 3 ਆਈਟਾ 0, D ਆਪਸ਼ਨ ਦੇ ਦਿੱਤੀ ਜਾਵੇ ਤੁਹਾਨੂੰ ਮੰਨ ਲਓ 2 ਆਈਟਾ 0। ਤਾਂ ਤੁਸੀਂ ਕਨਫਿਊਜ਼ ਹੋ ਕੇ B ਆਪਸ਼ਨ 'ਤੇ ਟਿਕ ਕਰ ਸਕਦੇ ਹੋ। ਜਦਕਿ ਜੋ ਰੀਅਲ ਪਾਰਟ ਅਤੇ ਇਮੈਜਨਰੀ ਪਾਰਟ ਨੇ ਉਹਨਾਂ ਵਿੱਚ ਜਿਹੜਾ ਆਈਟਾ ਹੈ ਉਹ ਜਸਟ ਰਿਪਰੈਜ਼ੈਂਟ ਕਰਦਾ ਹੈ ਕਿ ਆਈਟਾ ਜਿਸ ਨਾਲ ਮਲਟੀਪਲਾਈਡ ਹੈ ਉਹ ਇਮੈਜਨਰੀ ਪਾਰਟ ਹੈ ਗਿਵਨ ਕੰਪਲੈਕਸ ਨੰਬਰ ਦਾ, ਅਤੇ 3 ਕੀ ਹੈ? ਰੀਅਲ ਪਾਰਟ ਹੈ। ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਤੁਸੀਂ। ਇਹ ਕੁਝ MCQs ਨੇ ਜਿਨ੍ਹਾਂ ਨੂੰ ਤੁਸੀਂ ਸੋਲਵ ਕਰਨਾ ਹੈ। ਫਸਟ MCQs 'ਚ ਪੁੱਛਿਆ ਗਿਆ ਹੈ ਕਿ ਰੀਅਲ ਅਤੇ ਇਮੈਜਨਰੀ ਪਾਰਟ ਦੱਸਣਾ ਹੈ 2/3 ਆਈਟਾ ਦਾ। ਸੈਕਿੰਡ MCQs 'ਚ ਪੁੱਛਿਆ ਗਿਆ ਕਿ ਰਾਈਟ ਦਾ z = -2/7 ਆਈਟਾ ਇਨ ਸਟੈਂਡਰਡ ਫਾਰਮ। ਅਤੇ ਲਾਸਟ MCQs 'ਚ ਪੁੱਛਿਆ ਗਿਆ ਕਿ ਫਾਈਂਡ ਦਾ ਰੀਅਲ ਐਂਡ ਇਮੈਜਨਰੀ ਪਾਰਟ ਆਫ 3 + ਆਈਟਾ ਪਾਵਰ 21। ਇਹਨਾਂ MCQs ਨੂੰ ਤੁਸੀਂ ਆਪਣੇ ਆਪ ਸੋਲਵ ਕਰਨਾ ਹੈ। ਅਗਰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਪੁੱਛਣਾ ਹੈ MCQs ਬਾਰੇ ਜਾਂ ਕਿਸੇ ਵੀ ਟੌਪਿਕ ਬਾਰੇ। ਅਤੇ ਜੋ ਇਹਦੇ PDF ਅਤੇ ਨੋਟਸ ਨੇ ਉਹ ਆਪਣੇ ਮੈਂ ਟੈਲੀਗ੍ਰਾਮ ਚੈਨਲ ਦੇ ਉੱਪਰ ਅਪਲੋਡ ਕਰ ਦੇਵਾਂਗਾ ਇਸ ਲੈਕਚਰ ਤੋਂ ਬਾਅਦ। ਬਿਲਕੁਲ ਲਾਸਟ 'ਤੇ ਜਦੋਂ ਚੈਪਟਰ ਕੰਪਲੀਟ ਹੋ ਜਾਵੇਗਾ ਤਾਂ ਮੈਂ MCQs ਜਿਹੜੇ ਨੇ ਉਹ ਅਪਲੋਡ ਕਰੂੰਗਾ ਜੋ ਕਿ ਲਾਸਟ ਈਅਰ ਵਿੱਚ ਆਏ ਨੇ ਅਤੇ ਇੰਪੋਰਟੈਂਟ ਨੇ। 100 ਤੋਂ ਜ਼ਿਆਦਾ MCQs ਹੋਣਗੇ ਜਿਨ੍ਹਾਂ ਨੂੰ ਮੈਂ PDF ਦੀ ਫਾਰਮ ਦੇ ਵਿੱਚ ਚੈਪਟਰ ਕੰਪਲੀਟ ਹੋਣ 'ਤੇ ਮੈਂ ਸ਼ੇਅਰ ਕਰ ਦੇਵਾਂਗਾ। ਤਾਂ ਤੁਸੀਂ ਨਾਲ ਨਾਲ ਪ੍ਰੈਕਟਿਸ ਵੀ ਕਰਦੇ ਰਹਿਣਾ ਹੈ, ਅਤੇ ਤੁਹਾਨੂੰ ਕੋਈ ਵੀ ਡਾਊਟ ਹੋਵੇ ਟੌਪਿਕ ਦੇ ਵਿੱਚ ਤਾਂ ਮੇਰੇ ਤੋਂ ਕਮੈਂਟ ਵਿੱਚ ਜ਼ਰੂਰ ਪੁੱਛ ਲੈਣਾ ਹੈ। ਮੋਸਟ ਇੰਪੋਰਟੈਂਟ ਇਹ ਡੈਫੀਨੇਸ਼ਨਸ ਨੇ ਕੁਝ, ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ। ਆਲਰੇਡੀ ਅਸੀਂ ਕੁਝ ਡੈਫੀਨੇਸ਼ਨਸ ਜਿਹੜੇ ਨੇ ਉਹ ਡਿਸਕਸ ਕਰ ਚੁੱਕੇ ਹਾਂ ਕੁਐਸਚਨ ਦੇ ਵਿੱਚ, ਤਾਂ ਇਹਨਾਂ ਨੂੰ ਬਿਲਕੁਲ ਹੀ ਧਿਆਨ ਨਾਲ ਸਮਝਣਾ ਹੈ ਔਰ 2 ਤੋਂ 3 ਵਾਰ ਰਿਵਾਈਜ਼ ਕਰਨਾ ਹੈ ਤਾਂ ਕਿ ਤੁਸੀਂ ਇਹਨਾਂ ਨੂੰ ਕੁਐਸਚਨ ਦੇ ਵਿੱਚ ਪ੍ਰੈਕਟਿਸ ਵਿੱਚ ਲਿਆ ਸਕੋ। ਸਭ ਤੋਂ ਪਹਿਲੀ ਡੈਫੀਨੇਸ਼ਨ ਕੀ ਹੈ ਕਿ ਐਵਰੀ ਰੀਅਲ ਨੰਬਰ ਇਜ਼ ਅ ਕੰਪਲੈਕਸ ਨੰਬਰ। ਕਹਿੰਦੇ ਆ ਵੀ ਜਿਹੜੇ ਰੀਅਲ ਨੰਬਰਸ ਨੇ ਉਹ ਕੰਪਲੈਕਸ ਨੰਬਰਸ ਹੁੰਦੇ ਨੇ। ਫੋਰ ਐਗਜ਼ਾਮਪਲ ਤੁਹਾਡੇ ਕੋਲ ਕੋਈ A ਰੀਅਲ ਨੰਬਰ ਹੈ, A ਰਿਪਰੈਜ਼ੈਂਟ ਕਰ ਰਿਹਾ, ਬਿਲੋਂਗ ਕਰ ਰਿਹਾ ਰੀਅਲ ਨੰਬਰ ਨੂੰ, ਤਾਂ ਅਸੀਂ ਕਹਾਂਗੇ ਕਿ A ਜੋ ਹੈ ਆਪਣੇ ਕੋਲ ਕੰਪਲੈਕਸ ਨੰਬਰ V ਹੈ। ਕਿਸ ਤਰ੍ਹਾਂ? ਸਾਨੂੰ ਪਤਾ ਹੈ ਕਿ ਸਟੈਂਡਰਡ ਫਾਰਮ ਕੰਪਲੈਕਸ ਨੰਬਰ ਦੀ ਕੀ ਹੁੰਦੀ ਹੈ? x + ਆਈਟਾ y। x ਅਤੇ y ਜਿਹੜੇ ਨੇ ਦੋਨੇ ਹੀ ਬਿਲੋਂਗ ਕਰਦੇ ਨੇ ਕਿਸ ਨੂੰ? ਰੀਅਲ ਨੰਬਰ ਨੂੰ। ਅਤੇ ਜੋ x ਅਤੇ y ਨੇ ਉਹ ਆਪਣੇ ਕੋਲ ਕੀ ਨੇ? x ਆਪ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਰੀਅਲ ਪਾਰਟ ਆਫ ਕੰਪਲੈਕਸ ਨੰਬਰ, ਅਤੇ y ਰਿਪਰੈਜ਼ੈਂਟ ਕਰ ਰਿਹਾ ਹੈ ਇਮੈਜਨਰੀ ਪਾਰਟ ਆਫ ਕੰਪਲੈਕਸ ਨੰਬਰ, ਜਿਸ ਨੂੰ ਅਸੀਂ z = ਦਾ ਸਿੰਬਲ ਕਹਿੰਦੇ ਹਾਂ।
ਉਸ ਤੋਂ ਬਾਅਦ ਅਗਰ ਗੱਲ ਕਰੀਏ ਕਿ ਪ੍ਰੋਪਰਟੀ 1 ਦੀ ਕਿ ਕੋਈ ਵੀ ਆਪਣੇ ਕੋਲ ਰੀਅਲ ਨੰਬਰ ਹੈ ਉਹ ਕੰਪਲੈਕਸ ਨੰਬਰ ਹੁੰਦਾ। ਸਪੋਜ਼ ਆਪਣੇ ਕੋਲ a ਰੀਅਲ ਨੰਬਰ ਹੈ ਤਾਂ ਅਸੀਂ a ਨੂੰ ਕੰਪਲੈਕਸ ਨੰਬਰ ਦੀ ਫਾਰਮ ਦੇ ਵਿੱਚ ਜਾਂ ਸਟੈਂਡਰਡ ਫਾਰਮ ਦੇ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹਾਂ। ਅਸੀਂ a ਨੂੰ ਲਿਖ ਸਕਦੇ ਹਾਂ a + 0 ਆਈਟਾ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਕੁਐਸਚਨ ਦੇ ਵਿੱਚ ਮੈਂ ਵੀ ਇਹੀ ਯੂਜ਼ ਕੀਤਾ ਸੀ ਕਿ a ਨੂੰ ਅਸੀਂ ਲਿਖ ਸਕਦੇ ਹਾਂ a + 0 ਆਈਟਾ ਦੀ ਫਾਰਮ ਦੇ ਵਿੱਚ। ਤਾਂ ਆਪਾਂ ਨੇ ਕੋਲ a ਰਿਪਰੈਜ਼ੈਂਟ ਕਰ ਰਿਹਾ ਰੀਅਲ ਪਾਰਟ ਆਫ ਕੰਪਲੈਕਸ ਨੰਬਰ ਅਤੇ 0 ਰਿਪਰੈਜ਼ੈਂਟ ਕਿਹਨੂੰ ਕਰ ਰਿਹਾ ਇਮੈਜਨਰੀ ਪਾਰਟ ਆਫ ਕੰਪਲੈਕਸ ਨੰਬਰ। ਤਾਂ ਸਪੋਜ਼ ਆਪਾਂ ਇੱਥੇ ਇੱਕ ਐਗਜ਼ਾਮਪਲ ਲਈਏ ਕਿ ਤੁਹਾਨੂੰ ਪੁੱਛਿਆ ਗਿਆ ਹੋਵੇ ਕਿ 3 ਨੂੰ ਆਪਾਂ ਕਿਸ ਤਰ੍ਹਾਂ ਜਿਹੜਾ ਹੈ ਉਹ ਕੰਪਲੈਕਸ ਨੰਬਰ ਫਾਰਮ 'ਚ ਲਿਖ ਸਕਦੇ ਹਾਂ। ਤਾਂ 3 ਨੂੰ ਲਿਖ ਸਕਦੇ ਹਾਂ 3 + 0 ਆਈਟਾ ਦੀ ਫਾਰਮ ਦੇ ਵਿੱਚ। ਅਗਰ ਕਹਿ ਦਿੱਤਾ ਜਾਵੇ ਕਿ -7 ਹੈ ਤਾਂ -7 ਨੂੰ ਅਸੀਂ ਕੰਪਲੈਕਸ ਨੰਬਰ ਦੀ ਫਾਰਮ 'ਚ ਕਿਸ ਤਰ੍ਹਾਂ ਲਿਖ ਸਕਦੇ ਹਾਂ। ਉਸ ਨੂੰ ਲਿਖ ਸਕਦੇ ਹਾਂ 0 - 7 7 -7 + 0 ਆਈਟਾ ਦੀ ਫਾਰਮ ਦੇ ਵਿੱਚ। ਅਤੇ ਅਗਰ ਕਹਿ ਦਿੱਤਾ ਜਾਵੇ -3 ਨੂੰ ਆਪਾਂ ਕਿਸ ਤਰ੍ਹਾਂ ਕੰਪਲੈਕਸ ਨੰਬਰ ਦੀ ਫਾਰਮ 'ਚ ਲਿਖ ਸਕਦੇ ਹਾਂ ਤਾਂ ਉਸ ਨੂੰ ਲਿਖ ਸਕਦੇ ਹਾਂ -3 + 0 ਆਈਟਾ ਦੀ ਫਾਰਮ ਦੇ ਵਿੱਚ ਅਸੀਂ ਲਿਖ ਸਕਦੇ ਹਾਂ। ਤਾਂ ਇਸ ਤਰ੍ਹਾਂ ਕੋਈ ਵੀ ਜਿਹੜਾ ਰੀਅਲ ਨੰਬਰ ਹੈ ਚਾਹੇ ਉਹ 3 ਹੋਵੇ -7 ਹੋਵੇ -3 ਹੋਵੇ -20 ਹੋਵੇ, ਕੋਈ ਵੀ ਰੀਅਲ ਨੰਬਰ ਹੈ ਉਸ ਨੂੰ ਅਸੀਂ ਕੀ ਕਰ ਸਕਦੇ ਹਾਂ ਕੰਪਲੈਕਸ ਨੰਬਰ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਇਸ ਕਰਕੇ ਐਵਰੀ ਰੀਅਲ ਨੰਬਰ ਇਜ਼ ਆ ਕੰਪਲੈਕਸ ਨੰਬਰ। ਇਹ ਆਪਣੇ ਕੋਲ ਪਹਿਲੀ ਡੈਫੀਨੇਸ਼ਨ ਜਿਹੜੀ ਹੈ ਉਹ ਪ੍ਰੂਫ ਹੁੰਦੀ ਹੈ। ਸੈਕਿੰਡ ਜੋ ਡੈਫੀਨੇਸ਼ਨ ਹੈਗੀ ਕਿ ਅਗਰ ਮੰਨ ਲਓ ਤੁਹਾਡੇ ਕੋਲ z ਬਰਾਬਰ ਹੈ x + ਆਈਟਾ y ਦੇ ਇੱਕ ਕੰਪਲੈਕਸ ਨੰਬਰ ਦੇ ਰੱਖਿਆ ਅਤੇ ਕਹਿ ਦਿੰਦੇ ਹਨ x ਅਤੇ y ਜੋ ਹੈ ਉਹ r ਨੂੰ ਬਿਲੋਂਗ ਕਰਦਾ ਹੈ। ਅਗਰ ਆਪਣੇ ਕੋਲ x + ਆਈਟਾ y ਕੋਈ ਕੰਪਲੈਕਸ ਨੰਬਰ ਹੈ ਅਤੇ ਅਗਰ ਕਹਿ ਦਿੱਤਾ ਜਾਵੇ ਕਿ x ਅਤੇ y ਜਿਹੜੇ ਨੇ ਉਹ ਰੀਅਲ ਨੰਬਰ ਨੂੰ ਬਿਲੋਂਗ ਕਰਦੇ ਨੇ ਤਾਂ ਆਪਣੇ ਕੋਲ x ਕਿਸ ਨੂੰ ਰਿਪਰੈਜ਼ੈਂਟ ਕਰੇਗਾ ਰੀਅਲ ਪਾਰਟ ਨੂੰ ਤੇ ਆਫ ਗਿਵਨ ਕੰਪਲੈਕਸ ਨੰਬਰ, ਤੇ y ਰਿਪਰੈਜ਼ੈਂਟ ਕਰੇਗਾ ਇਮੈਜਨਰੀ ਪਾਰਟ ਆਫ ਦਾ ਗਿਵਨ ਕੰਪਲੈਕਸ ਇਮੈਜਨਰੀ ਪਾਰਟ ਆਫ ਗਿਵਨ ਕੰਪਲੈਕਸ ਨੰਬਰ ਨੂੰ। ਥਰਡ ਪ੍ਰੋਪਰਟੀ ਆਪਣੇ ਕੋਲ ਕੀ ਕਹਿ ਰਹੀ ਹੈ। ਥਰਡ ਪ੍ਰੋਪਰਟੀ ਕਹਿ ਰਹੀ ਹੈ ਕਿ ਮੰਨ ਲਓ ਆਪਣੇ ਕੋਲ ਕੰਪਲੈਕਸ ਨੰਬਰ ਹੈ z = x + ਆਈਟਾ y ਅਤੇ ਉਸ ਦੇ ਵਿੱਚ ਜਿਹੜਾ ਆਹ ਰੀਅਲ ਪਾਰਟ ਹੈ ਇਹ ਆਪਾਂ ਕਿਹਦੇ ਇਕੁਅਲ ਸਬਸਟੀਟਿਊਟ ਕਰਤਾ 0 ਦੇ ਇਕੁਅਲ ਸਬਸਟੀਟਿਊਟ ਕਰਤਾ। ਤਾਂ ਆਪਣੇ ਕੋਲ z ਕਿਹਦੇ ਬਰਾਬਰ ਆ ਜਾਊਗਾ z ਆ ਜਾਊਗਾ 0 + ਆਈਟਾ y ਦੇ ਇਕੁਅਲ = ਆਈਟਾ y। ਹੁਣ ਅਗਰ ਅਸੀਂ ਧਿਆਨ ਨਾਲ ਦੇਖੀਏ ਤਾਂ z ਆਪਣੇ ਕੋਲ ਕਿਸ ਦੇ ਬਰਾਬਰ ਆ ਗਿਆ ਆਈਟਾ y ਦੇ ਇਕੁਅਲ, ਜੋ ਕਿ ਆਪਣੇ ਕੋਲ ਪਿਓਰਲੀ ਕੀ ਹੈ ਇਮੈਜਨਰੀ। ਤਾਂ ਇੱਥੋਂ ਪ੍ਰੋਪਰਟੀ ਥਰਡ ਕੀ ਕਹਿੰਦੀ ਹੈ ਪ੍ਰੋਪਰਟੀ ਥਰਡ ਕਹਿੰਦੀ ਹੈ ਕਿ ਅਗਰ ਆਪਣੇ ਕੋਲ ਰੀਅਲ ਪਾਰਟ ਆਫ ਏ ਕੰਪਲੈਕਸ ਨੰਬਰ ਇਜ਼ 0 ਜਿਸ ਨੂੰ ਅਸੀਂ x ਕਹਿੰਦੇ ਹਾਂ ਦੈਨ ਦਾ ਕੰਪਲੈਕਸ ਨੰਬਰ ਇਜ਼ ਪਿਓਰਲੀ ਇਮੈਜਨਰੀ। ਕਹਿੰਦੇ ਅਗਰ ਰੀਅਲ ਪਾਰਟ ਕਿਸੇ ਕੰਪਲੈਕਸ ਨੰਬਰ ਦਾ 0 ਹੋ ਜਾਏ ਤਾਂ ਉਹ ਕੰਪਲੈਕਸ ਨੰਬਰ ਕੀ ਹੋ ਜਾਂਦਾ ਹੈ ਪਿਓਰਲੀ ਇਮੈਜਨਰੀ ਹੋ ਜਾਂਦਾ ਹੈ, ਪਿਓਰਲੀ ਇਮੈਜਨਰੀ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਆਪਣੇ ਕੋਲ ਤੁਹਾਨੂੰ ਕਿਹਾ ਜਾਵੇ ਕਿ z = 3 ਆਈਟਾ ਕੰਪਲੈਕਸ ਨੰਬਰ ਹੈ ਤਾਂ ਇਹ ਆਪਣੇ ਕੋਲ ਕੀ ਹੈ ਪਿਓਰਲੀ ਇਮੈਜਨਰੀ ਹੈ ਕਿਉਂਕਿ ਇਹਦੇ ਵਿੱਚ ਰੀਅਲ ਪਾਰਟ ਤਾਂ ਹੈ ਹੀ ਨਹੀਂ, x ਤਾਂ ਹੈ ਨਹੀਂ ਨਾ ਕੁਛ, ਇਹਦੇ ਵਿੱਚ x ਕਿੰਨਾ ਹੈ 0। ਅਸੀਂ ਇਸ ਨੂੰ ਇਹ ਵੀ ਲਿਖ ਸਕਦੇ 0 + 3 ਆਈਟਾ। ਤਾਂ ਆਪਾਂ ਕਹਾਂਗੇ ਕਿ ਇੱਕ ਰੀਅਲ ਪਾਰਟ ਤੱਕ ਆਪਣੇ ਕੋਲ ਕੀ ਹੈ 0 ਹੈ, x 0 ਹੈ ਤਾਂ y ਕਿੰਨਾ ਆਪਣੇ ਕੋਲ 3 ਜੋ ਕਿ ਆਪਣੇ ਕੋਲ ਕੀ ਹੈ ਇਮੈਜਨਰੀ ਪਾਰਟ। ਤਾਂ ਇੱਥੇ ਅਸੀਂ ਕਹਾਂਗੇ ਕਿ x ਅਗਰ 0 ਹੈ ਰੀਅਲ ਪਾਰਟ ਅਗਰ 0 ਹੈ ਤਾਂ ਜੋ ਕੰਪਲੈਕਸ ਨੰਬਰ ਹੈ ਉਹ ਕੀ ਹੁੰਦਾ ਪਿਓਰਲੀ ਇਮੈਜਨਰੀ ਹੁੰਦਾ ਹੈ। ਹੁਣ ਕਹਿੰਦੇ ਜੇ ਅਗਰ y 0 ਹੋ ਜੇ ਤਾਂ ਕੰਪਲੈਕਸ ਨੰਬਰ z = x + ਆਈਟਾ y ਹੈ। ਇਹ ਦੀ ਸਟੈਂਡਰਡ ਫਾਰਮ ਹਮੇਸ਼ਾ z = x + ਆਈਟਾ y ਹੋਊਗਾ। ਅਗਰ ਤੁਹਾਨੂੰ ਨਹੀਂ ਦੱਸਿਆ ਤਾਂ ਉਹ ਗਿਵਨ, ਅਗਰ ਗਿਵਨ ਨਹੀਂ ਹੈ ਤਾਂ ਆਲਰੇਡੀ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਦੀ ਸਟੈਂਡਰਡ ਫਾਰਮ ਹੈ। ਤਾਂ ਕਹਿੰਦੇ ਵੀ ਹੁਣ y 0 ਹੈ, ਅਗਰ y 0 ਹੈ ਤਾਂ z ਕਿੰਨਾ ਹੋ ਗਿਆ x + ਆਈਟਾ y ਦੀ ਜਗ੍ਹਾ 'ਤੇ ਅਸੀਂ ਕੀ ਲਿਖ ਦਾਂਗੇ 0। ਤਾਂ ਕਿਹਦੇ ਇਕੁਅਲ ਆ ਗਿਆ x, ਤਾਂ x ਕੀ ਹੈ ਆਪਣੇ ਕੋਲ ਪਿਓਰਲੀ ਰੀਅਲ। ਤਾਂ ਉਸ ਟਾਈਮ 'ਤੇ ਜੋ ਕੰਪਲੈਕਸ ਨੰਬਰ ਹੈ z ਉਹ ਕੀ ਹੋ ਜਾਊਗਾ ਪਿਓਰਲੀ ਰੀਅਲ ਹੋ ਜਾਏਗਾ। ਤਾਂ ਇਹ ਦੋਨੇ ਆਪਣੇ ਕੋਲ ਕੰਡੀਸ਼ਨਸ ਜਾਂ ਫਿਰ ਡੈਫੀਨੇਸ਼ਨ ਜਿਹੜੀਆਂ ਹੈ ਬਹੁਤ ਇੰਪੋਰਟੈਂਟ ਨੇ। ਨੈਕਸਟ ਵੱਲ ਚੱਲਦੇ ਹਾਂ। ਕਹਿੰਦੇ ਮੰਨ ਲਓ x ਅਤੇ y ਦੋਨੇ ਹੀ 0 ਹੋ ਜਾਣ। ਹੁਣ x ਅਤੇ y ਨੂੰ ਅਸੀਂ ਦੋਨਾਂ ਨੂੰ ਹੀ 0 ਲਿਖ ਦਈਏ। z = ਸਾਨੂੰ ਪਤਾ x + ਆਈਟਾ y ਹੁੰਦਾ ਹੈ, x ਵੀ 0 ਆ ਅਤੇ y ਵੀ 0 ਆ ਤਾਂ z ਕਿੰਨਾ ਆ ਜੂ 0 + ਆਈਟਾ 0। ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ 0। ਤਾਂ z ਕੀ ਹੈ ਹੁਣ 0 ਹੈ। ਤਾਂ ਇਸ ਕੇਸ ਦੇ ਵਿੱਚ ਜਦੋਂ x ਵੀ 0 ਆ y ਵੀ 0 ਆ ਤਾਂ ਆਪਾਂ ਕਹਾਂਗੇ ਜਦ ਵੈਨ x and y both 0 then z is
प्योरली रियल as well as purely imaginary। ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ, z ਜੋ ਹੈ ਉਹ ਪਿਓਰਲੀ ਰੀਅਲ ਵੀ ਹੋ ਸਕਦਾ ਹੈ ਤੇ ਪਿਓਰਲੀ ਇਮੈਜਨਰੀ ਵੀ ਹੋ ਸਕਦਾ ਹੈ ਜਦੋਂ x ਤੇ y ਦੋਨੇ ਕੀ ਹੋਣ, 0 ਹੋਣ। ਮੋਸਟ ਇੰਪੋਰਟੈਂਟ ਡੈਫੀਨੇਸ਼ਨ ਆਪਣੇ ਕੋਲ ਹੈਗੀ ਆ, ਕਹਿੰਦੇ ਆਪਣੇ ਕੋਲ ਮੰਨ ਲਓ ਲੈਟ z ਇਜ਼ ਇਕੁਅਲ ਟੂ x ਪਲਸ ਆਈਟਾ y ਗਿਵਨ ਹੈ ਕਿ ਆਪਣੇ ਕੋਲ ਕੰਪਲੈਕਸ ਨੰਬਰ ਹੈ x ਪਲਸ ਆਈਟਾ y, ਜਿਹਦੇ ਵਿੱਚ x ਰਿਪਰੈਜ਼ੈਂਟ ਕਰ ਰਿਹਾ ਰੀਅਲ ਪਾਰਟ ਨੂੰ ਤੇ y ਰਿਪਰੈਜ਼ੈਂਟ ਕਰ ਰਿਹਾ ਇਮੈਜਨਰੀ ਪਾਰਟ ਨੂੰ, ਤੇ x ਤੇ y ਦੋਨੇ ਬਿਲੋਂਗ ਕਰਦੇ ਨੇ r ਨੂੰ। ਤਾਂ ਕਹਿੰਦੇ ਜੇ ਇਸ ਕੇਸ ਦੇ ਵਿੱਚ ਮੰਨ ਲਓ y ਆਪਾਂ ਨੂੰ ਨੋਟ 0 ਗਿਵਨ ਹੈ, y ਜੋ ਹੈ ਆਪਾਂ ਨੂੰ ਨੋਟ ਇਕੁਅਲ ਟੂ 0 ਗਿਵਨ ਹੈ, ਮਤਲਬ y 0 ਨਹੀਂ ਹੈ, ਪਰ ਜਿਹੜੀ x ਹੈ x ਉੱਤੇ ਕੋਈ ਕੰਡੀਸ਼ਨ ਨਹੀਂ ਲਾਗੂ ਹੁੰਦੀ, x ਜਿਹੜਾ ਹੈ ਉਹ ਮੇ ਬੀ ਨੋਟ 0, x ਕਹਿੰਦਾ 0 ਵੀ ਹੋ ਸਕਦਾ, x 0 ਨਹੀਂ ਵੀ ਹੋ ਸਕਦਾ, x ਕੁਝ ਵੀ ਹੋ ਸਕਦਾ, ਪਰ ਜਿਹੜੀ ਕੰਡੀਸ਼ਨ ਆ ਉਹ y ਉੱਤੇ ਲਾਗੂ ਹੈ, ਉਹ ਕਹਿੰਦਾ ਵੀ y 0 ਨਹੀਂ ਹੋਣਾ ਚਾਹੀਦਾ, x ਕੁਝ ਵੀ ਹੋਵੇ, y ਜਿਹੜਾ ਹੈ ਉਹ 0 ਨਹੀਂ ਹੋਣਾ ਚਾਹੀਦਾ, ਮਤਲਬ ਕਿ ਇਮੈਜਨਰੀ ਪਾਰਟ 0 ਨਹੀਂ ਹੋਣਾ ਚਾਹੀਦਾ, ਰੀਅਲ ਪਾਰਟ ਕੁਝ ਵੀ ਹੋਵੇ। ਤਾਂ ਉਸ ਕੇਸ ਦੇ ਵਿੱਚ ਅਸੀਂ ਇਹੋ ਜਿਹੇ ਕੰਪਲੈਕਸ ਨੰਬਰ ਨੂੰ ਕੀ ਕਹਿੰਦੇ ਆ, ਨੋਨ ਰੀਅਲ ਕੰਪਲੈਕਸ ਨੰਬਰ। ਜਿਹੜੇ ਇਹ ਨਾਮ ਨੇ ਰੀਅਲ ਕੰਪਲੈਕਸ ਨੰਬਰ, ਇਮੈਜਨਰੀ ਕੰਪਲੈਕਸ ਨੰਬਰ, ਨੋਨ ਰੀਅਲ ਕੰਪਲੈਕਸ ਨੰਬਰ, ਇਹ ਸਾਨੂੰ ਸਟੇਟਮੈਂਟ ਵਿੱਚ ਦਿੱਤੇ ਹੁੰਦੇ ਨੇ ਤੇ ਉੱਥੇ ਫਿਰ ਅਕਸਰ ਜਿਹੜੇ ਮੇਰੇ ਸਾਥੀ ਨੇ ਉਹ ਪੁੱਛਦੇ ਨੇ ਕਿ ਹੁਣ ਇਹਦਾ ਮਤਲਬ ਕੀ ਹੈ ਵੀ ਨੋਨ ਰੀਅਲ ਕੰਪਲੈਕਸ ਨੰਬਰ ਦੇ ਰੱਖਿਆ Z, ਤਾਂ ਇਹਦਾ ਕੀ ਮਤਲਬ ਹੈ ਕਿ Z ਜੇ ਆਪਣੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਦੀ ਗਿਵਨ ਹੈ ਤਾਂ ਇਹਦਾ ਮਤਲਬ ਕੀ ਹੈ, ਇਹਦਾ ਬਾਰੇ ਅਸੀਂ ਸਟੇਟਮੈਂਟ ਵਿੱਚ ਸਾਨੂੰ ਪਤਾ ਹੀ ਨਹੀਂ ਹੁੰਦਾ ਤਾਂ ਕੁਐਸਚਨ ਕਿਵੇਂ ਹੱਲ ਕਰਾਂਗੇ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਗਰ Z ਨੋਨ ਰੀਅਲ ਕੰਪਲੈਕਸ ਨੰਬਰ ਹੈ ਤਾਂ ਉਸ ਕੇਸ ਦੇ ਵਿੱਚ ਸਾਨੂੰ ਪਤਾ ਹੈ y 0 ਹੋ ਹੀ ਨਹੀਂ ਸਕਦਾ, x ਕੁਝ ਵੀ ਹੋ ਸਕਦਾ ਹੈ। ਕੁਝ ਐਗਜ਼ਾਮਪਲਸ ਆਪਾਂ ਇਹਦੇ ਨਾਲ ਰਿਲੇਟਡ ਜਿਹੜੀਆਂ ਦੇਖ ਲੈਂਦੇ ਹਾਂ, ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਕੀ ਹੈ, ਨੋਨ ਰੀਅਲ ਕੰਪਲੈਕਸ ਨੰਬਰ। ਅਗਰ Z ਆਪਣੇ ਕੋਲ ਗਿਵਨ ਹੋਵੇ 0 + 3 ਆਈਟਾ, ਇਹ ਵੀ ਆਪਣੇ ਕੋਲ ਕੀ ਹੈ, ਨੋਨ ਰੀਅਲ ਕੰਪਲੈਕਸ ਨੰਬਰ। ਅਗਰ Z ਆਪਣੇ ਕੋਲ -7 ਆਈਟਾ ਗਿਵਨ ਹੈ, ਇਹ ਵੀ ਆਪਣੇ ਕੋਲ ਨੋਨ ਰੀਅਲ ਕੰਪਲੈਕਸ ਨੰਬਰ ਹੈ। ਅਗਰ Z ਆਪਣੇ ਕੋਲ ਗਿਵਨ ਹੈ 2 + 3 ਆਈਟਾ, ਇਹ ਵੀ ਨੋਨ ਰੀਅਲ ਕੰਪਲੈਕਸ ਨੰਬਰ ਵਿੱਚ ਹੀ ਗਿਣਿਆ ਜਾਵੇਗਾ। ਅਗਰ Z ਆਪਣੇ ਕੋਲ ਗਿਵਨ ਹੈ -2/3 ਆਈਟਾ, ਇਹ ਵੀ ਨੋਨ ਰੀਅਲ ਕੰਪਲੈਕਸ ਨੰਬਰ ਹੈ। ਅਗਰ Z ਆਪਣੇ ਕੋਲ ਗਿਵਨ ਹੈ ਮੰਨ ਲਓ -7/2 ਆਈਟਾ, ਇਹ ਵੀ ਆਪਣੇ ਕੋਲ ਕੀ ਹੈ, ਨੋਨ ਰੀਅਲ ਕੰਪਲੈਕਸ ਨੰਬਰ ਹੈ। ਤਾਂ ਇਹਨਾਂ ਡੈਫੀਨੇਸ਼ਨ ਨੂੰ ਧਿਆਨ ਨਾਲ ਪੜ੍ਹਨਾ ਹੈ, ਇਹਨਾਂ ਬਾਰੇ ਧਿਆਨ ਨਾਲ ਸੋਚਣਾ ਹੈ ਤੇ ਇਹਨਾਂ ਨੂੰ ਯੂਜ਼ ਕਰਨਾ ਹੈ। ਆਪਾਂ ਸਟੇਟਮੈਂਟ ਦੇ ਵਿੱਚ ਲਿਖਿਆ ਹੋਵੇਗਾ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹ Z ਕੀ ਗਿਵਨ ਹੈ, ਤੇ ਕੁਐਸਚਨ ਅਗਰ ਪੁੱਛ ਲਿੱਤਾ ਜਾਵੇ ਤੁਹਾਨੂੰ MCQs ਦੇ ਵਿੱਚ ਕਿ ਇਫ y ਇਜ਼ ਨਾਟ ਇਕੁਅਲ ਟੂ 0 ਐਂਡ Z ਇਜ਼ ਇਕੁਅਲ ਟੂ x ਪਲਸ ਆਈਟਾ y ਵੇਅਰ xy ਬਿਲੋਂਗਸ ਟੂ R, ਦੈਨ ਵਟ ਕਾਈਂਡ ਆਫ ਕੰਪਲੈਕਸ ਨੰਬਰ ਇਜ਼ ਇਟ, ਤਾਂ ਆਪਾਂ ਕਹਾਂਗੇ ਇਟ ਇਜ਼ ਅ ਨੋਨ ਰੀਅਲ ਕੰਪਲੈਕਸ ਨੰਬਰ। ਕਈ ਵਾਰ ਮੇਰੇ ਸਾਥੀ ਕਨਫਿਊਜ਼ ਹੋ ਜਾਂਦੇ ਨੇ ਕਿ ਕੰਪਲੈਕਸ ਨੰਬਰ ਤੇ ਨੋਨ ਰੀਅਲ ਕੰਪਲੈਕਸ ਨੰਬਰ ਦੇ ਵਿੱਚ ਫਿਰ ਕੀ ਡਿਫਰੈਂਸ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰੀਏ ਕਿ ਕਾਮਨ ਐਗਜ਼ਾਮਪਲ ਲਈਏ, ਕਾਮਨ ਐਗਜ਼ਾਮਪਲ ਅਸੀਂ ਲਈਏ ਤਾਂ ਅਸੀਂ ਕਹਾਂਗੇ ਕਿ 2 + 3 ਆਈਟਾ ਜਿਹੜਾ ਹੈ ਉਹ ਕੰਪਲੈਕਸ ਨੰਬਰ ਵੀ ਹੈ ਤੇ ਨੋਨ ਰੀਅਲ ਕੰਪਲੈਕਸ ਨੰਬਰ ਵੀ, ਨੋਨ ਰੀਅਲ ਕੰਪਲੈਕਸ ਨੰਬਰ ਵੀ ਹੈ। ਕਿਉਂਕਿ ਅਸੀਂ ਡੈਫੀਨੇਸ਼ਨ ਵਿੱਚ ਪੜ੍ਹਿਆ ਸੀ ਕਿ ਉਹ ਕੰਪਲੈਕਸ ਨੰਬਰ ਜਿਸ ਦੇ ਵਿੱਚ ਸਾਨੂੰ ਸਿਰਫ y ਤੋਂ ਮਤਲਬ ਹੈ ਕਿ y ਜਿਹੜਾ ਉਹ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ, x ਚਾਹੇ ਕੁਝ ਵੀ ਹੋਵੇ, ਉਹ ਕੰਪਲੈਕਸ ਨੰਬਰ ਨੂੰ ਅਸੀਂ ਕੀ ਕਿਹਾ ਸੀ, ਨੋਨ ਰੀਅਲ ਕੰਪਲੈਕਸ ਨੰਬਰ। ਤੇ ਇਸ ਨੂੰ ਅਸੀਂ ਕੰਪਲੈਕਸ ਨੰਬਰ ਵੀ ਕਹਿ ਸਕਦੇ ਹਾਂ, ਨੋਨ ਰੀਅਲ ਕੰਪਲੈਕਸ ਨੰਬਰ ਵੀ ਕਹਿ ਸਕਦੇ ਹਾਂ। ਤੇ ਫਿਰ ਜੇ ਗੱਲ ਕੀਤੀ ਜਾਵੇ ਡਿਫਰੈਂਸ ਦੀ, ਵੀ ਡਿਫਰੈਂਸ ਕੀ ਹੈ, ਤਾਂ ਡਿਫਰੈਂਸ ਇਹ ਹੈ ਕਿ ਕੰਪਲੈਕਸ ਨੰਬਰ ਦੇ ਵਿੱਚ ਅਸੀਂ ਕਹਾਂਗੇ ਕਿ every real number is a complex number, every real number is a complex number। for example ਅਸੀਂ ਕਹੀਏ 2 ਕੀ ਆਪਣੇ ਕੋਲ 2 + 0 ਆਈਟਾ, ਇਹ ਕੀ ਆਪਣੇ ਕੋਲ ਕੰਪਲੈਕਸ ਨੰਬਰ। ਅਗਰ ਗੱਲ ਕੀਤੀ ਹੈ -3 ਤਾਂ -3 ਕੀ ਹੈ, -3 + 0 ਆਈਟਾ, ਇਹ ਵੀ ਆਪਣੇ ਕੋਲ ਕੀ ਹੈ, ਕੰਪਲੈਕਸ ਨੰਬਰ। ਅਗਰ ਗੱਲ ਕੀਤੀ ਜਾਵੇ 2 + 7 ਆਈਟਾ, ਇਹ ਵੀ ਆਪਣੇ ਕੋਲ ਕੀ ਹੈ, ਕੰਪਲੈਕਸ ਨੰਬਰ ਹੀ ਹੈ ਆਪਣੇ ਕੋਲ, ਇਸ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ। ਅਗਰ ਗੱਲ ਕੀਤੀ ਜਾਵੇ -6 ਆਈਟਾ ਦੀ ਤਾਂ ਇਹ ਵੀ ਆਪਣੇ ਕੋਲ ਕੀ ਹੈ, ਕੰਪਲੈਕਸ ਨੰਬਰ। ਕਿਸ ਤਰ੍ਹਾਂ ਇਸ ਨੂੰ ਸਟੈਂਡਰਡ ਫਾਰਮ ਦੇ ਵਿੱਚ ਲਿਖ ਸਕਦੇ ਹਾਂ, 0 - 6 ਆਈਟਾ ਦੀ ਫਾਰਮ 'ਚ।
ਤਾਂ ਇਹ ਤਾਂ ਆਪਣੇ ਕੋਲ ਸੀ ਕੰਪਲੈਕਸ ਨੰਬਰ ਬਾਰੇ ਕਿ ਐਵਰੀ ਰੀਅਲ ਨੰਬਰ ਇਜ਼ ਆ ਕੰਪਲੈਕਸ ਨੰਬਰ। ਹੁਣ ਗੱਲ ਆਉਂਦੀ ਹੈ ਵੀ ਨਾਨ ਰੀਅਲ ਕੰਪਲੈਕਸ ਨੰਬਰ ਕੀ ਹੋਵੇਗਾ। ਨਾਨ ਰੀਅਲ ਕੰਪਲੈਕਸ ਨੰਬਰ ਦਾ ਜੋ ਡੈਫੀਨੇਸ਼ਨ ਹੈ ਉਹ ਆਪਾਂ ਲਿਖੀ ਸੀ ਕਿ ਏ ਕੰਪਲੈਕਸ ਨੰਬਰ ਇਨ ਵਿਚ y ਨੋਟ ਇਜ਼ ਇਕੁਅਲ ਟੂ 0, ਜਾਂ ਫਿਰ ਇਸ ਨੂੰ ਅਗਰ ਡੈਫੀਨੇਸ਼ਨ ਦੇ ਵਿੱਚ ਲਿਖਣਾ ਹੋਵੇ ਨਾਨ ਰੀਅਲ ਕੰਪਲੈਕਸ ਨੰਬਰ ਨੂੰ, ਅਸੀਂ ਕਹਿ ਸਕਦੇ ਹਾਂ ਏ ਕੰਪਲੈਕਸ ਨੰਬਰ in which y not equal to 0, or we can say a complex number which is not real। ਕਹਿੰਦੇ ਵੀ ਉਹ ਕੰਪਲੈਕਸ ਨੰਬਰ ਜੋ ਰੀਅਲ ਨਹੀਂ ਹੈ। ਹੁਣ ਜੋ ਰੀਅਲ ਨਹੀਂ ਹੈ ਉਹਦਾ ਕੀ ਮਤਲਬ ਹੈ, ਉਹਦਾ ਮਤਲਬ ਹੈ y0 ਨਹੀਂ ਹੋਵੇਗਾ। ਉਹਦਾ ਉਹ ਕੰਪਲੈਕਸ ਨੰਬਰ ਜਿਹਨੂੰ ਅਸੀਂ ਕਹੀਏ ਵੀ ਰੀਅਲ ਨਹੀਂ ਹੈ, ਨਾਟ ਰੀਅਲ। ਨਾਨ ਰੀਅਲ ਕੰਪਲੈਕਸ ਦਾ ਮਤਲਬ ਹੁੰਦਾ ਵੀ ਜਿਹਦੇ ਵਿੱਚ ਜੋ ਰੀਅਲ ਨਹੀਂ ਹੈ ਦਾ ਮਤਲਬ ਕੀ 6। ਅਗਰ ਆਪਾਂ ਕਹੀਏ 6 ਆਪਣੇ ਕੋਲ ਕੰਪਲੈਕਸ ਨੰਬਰ ਹੈ ਕਿਉਂਕਿ ਇਸ ਨੂੰ ਅਸੀਂ ਕੀ ਲਿਖ ਸਕਦੇ ਹਾਂ 6 + 0 ਆਈਟਾ। ਲੇਕਿਨ 6 ਆਪਣੇ ਕੋਲ ਨਾਨ ਰੀਅਲ ਕੰਪਲੈਕਸ ਨੰਬਰ ਨਹੀਂ ਹੈ। ਕਿਉਂ? ਕਿਉਂਕਿ ਇੱਥੇ y ਜੋ ਹੈ 0 ਹੈ। ਤਾਂ ਇਹ ਆਪਣੇ ਕੋਲ ਰੀਅਲ ਹੈ। ਰੀਅਲ ਆਪਣੇ ਕੋਲ ਨੰਬਰ ਕੀ ਹੁੰਦਾ ਹੈ, ਕੰਪਲੈਕਸ ਨੰਬਰ। ਡੈਫੀਨੇਸ਼ਨ ਆਪਾਂ ਆਲਰੇਡੀ ਡਿਸਕਸ ਕੀਤੀ ਕਿ ਐਵਰੀ ਰੀਅਲ ਨੰਬਰ ਇਜ਼ ਕੰਪਲੈਕਸ ਨੰਬਰ। ਤਾਂ 6 ਆਪਣੇ ਕੋਲ ਰੀਅਲ ਨੰਬਰ ਹੈ ਔਰ ਰੀਅਲ ਕੰਪਲੈਕਸ ਨੰਬਰ ਤਾਂ ਹੈ, ਲੇਕਿਨ 6 ਆਪਣੇ ਕੋਲ ਨਾਨ ਰੀਅਲ ਕੰਪਲੈਕਸ ਨੰਬਰ ਨਹੀਂ ਹੈ ਕਿਉਂਕਿ 6 ਕੀ ਹੈ ਆਪਣੇ ਕੋਲ ਰੀਅਲ ਨੰਬਰ ਹੈ, ਕਿਉਂਕਿ ਇਹਦੇ ਨਾਲ y ਦੀ ਵੈਲਿਊ 0 ਆ ਰਹੀ ਹੈ। ਤਾਂ y ਦੀ ਵੈਲਿਊ ਜਿੱਥੇ 0 ਆ ਜੀ ਉੱਥੇ ਅਸੀਂ ਕਹਾਂਗੇ ਜਿੱਥੇ y0 ਉਹ ਨਾਨ ਰੀਅਲ ਕੰਪਲੈਕਸ ਨੰਬਰ ਨਹੀਂ ਹੈ। ਤਾਂ y ਦੀ ਵੈਲਿਊ ਜਿਹੜੀ ਆ ਉਹ ਨਾਨ ਰੀਅਲ ਕੰਪਲੈਕਸ ਨੰਬਰ ਦੇ ਵਿੱਚ 0 ਨਹੀਂ ਹੋਣੀ ਚਾਹੀਦੀ, 0 ਦੇ ਇਕੁਅਲ ਨਹੀਂ ਹੋਣੀ ਚਾਹੀਦੀ। ਨੈਕਸਟ ਅਸੀਂ ਪੜ੍ਹਨ ਜਾ ਰਹੇ ਹਾਂ ਇਕੁਐਲਿਟੀ ਆਫ ਕੰਪਲੈਕਸ ਨੰਬਰ ਬਾਰੇ। ਇਕੁਐਲਿਟੀ ਆਫ ਕੰਪਲੈਕਸ ਨੰਬਰ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਇੱਕ ਟੌਪਿਕ ਜਿਹੜਾ ਹੈ ਆਰਡਰ ਰਿਲੇਸ਼ਨ ਇਹਦੇ ਬਾਰੇ ਥੋੜੀ ਗੱਲ ਕਰਨਾ ਚਾਹਾਂਗਾ। ਆਰਡਰ ਰਿਲੇਸ਼ਨ ਵਿੱਚ ਅਸੀਂ ਪੜ੍ਹਦੇ ਹਾਂ ਕਿ ਜੇ 2x ਤੇ y ਰੀਅਲ ਨੰਬਰ ਨੇ ਤਾਂ ਇੱਥੇ ਦੋ ਕੇਸ ਹੋ ਸਕਦੇ ਨੇ, ਜਾਂ ਤਾਂ x ਜਿਹੜਾ ਉਹ y ਦੇ ਬਰਾਬਰ ਹੋ ਸਕਦਾ ਜਾਂ ਫਿਰ x y ਦੇ ਬਰਾਬਰ ਨਹੀਂ ਹੋ ਸਕਦਾ। ਅਗਰ x y ਦੇ ਬਰਾਬਰ ਨਹੀਂ ਹੈ ਤਾਂ ਇੱਥੇ ਦੋ ਕੇਸ ਹੁੰਦੇ ਨੇ, ਜਾਂ ਤਾਂ x y ਤੋਂ ਵੱਡਾ ਹੋਵੇਗਾ ਜਾਂ ਫਿਰ x y ਤੋਂ ਕੀ ਹੋਵੇਗਾ, ਛੋਟਾ ਹੋਏਗਾ। ਤਾਂ ਹੀ ਬਰਾਬਰ ਨਹੀਂ ਹੈ ਨਾ ਕਿ x ਦੀ ਵੈਲਿਊ ਜਾਂ ਤਾਂ y ਤੋਂ ਵੱਡੀ ਹੈ ਜਾਂ ਫਿਰ x ਦੀ ਵੈਲਿਊ y ਤੋਂ ਛੋਟੀ ਹੈ। ਇਹਦਾ ਮਤਲਬ ਹੈ ਕਿ ਆਰਡਰ ਰਿਲੇਸ਼ਨ ਵਿੱਚ ਆਪਣੇ ਕੋਲ ਟੋਟਲ ਕਿੰਨੀਆਂ ਕੰਡੀਸ਼ਨਸ ਹੁੰਦੀਆਂ ਨੇ, 3 ਕੰਡੀਸ਼ਨਸ। ਕਿਹੜੀ ਕੰਡੀਸ਼ਨ? ਪਹਿਲੀ, ਦੂਸਰੀ ਤੇ ਤੀਸਰੀ। ਇਹ 3 ਕੰਡੀਸ਼ਨਸ ਹੀ ਪੋਸੀਬਲ ਨੇ ਆਰਡਰ ਰਿਲੇਸ਼ਨ ਦੇ ਵਿੱਚ। ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਇਨ ਆਰਡਰ ਰਿਲੇਸ਼ਨ only 3 conditions are possible, only 3 conditions are fulfilled या possible ਕਹਿ ਸਕਦੇ ਹਾਂ। conditions are fulfilled। ਕਿਹੜੀ ਕੰਡੀਸ਼ਨਸ ਨੇ? ਪਹਿਲੀ ਕੰਡੀਸ਼ਨ ਹੈ ਕਿ x y ਦੇ ਬਰਾਬਰ ਹੋਵੇਗਾ। ਦੂਸਰੀ ਕੰਡੀਸ਼ਨ ਕੀ ਹੈ? x ਜਿਹੜਾ y ਤੋਂ ਛੋਟਾ ਹੋਵੇਗਾ। ਤੀਸਰੀ ਕੰਡੀਸ਼ਨ ਕੀ ਹੈ? x ਜਿਹੜਾ y ਤੋਂ ਗ੍ਰੇਟਰ ਹੋਵੇਗਾ। ਇਸ ਤੋਂ ਇਲਾਵਾ ਕੋਈ ਹੋਰ ਕੰਡੀਸ਼ਨ ਬਣਦੀ ਹੀ ਨਹੀਂ ਹੈ ਆਪਣੇ ਕੋਲ ਆਰਡਰ ਰਿਲੇਸ਼ਨ ਦੇ ਵਿੱਚ, ਅਗਰ ਆਪਾਂ ਗੱਲ ਕਰੀਏ x ਤੇ y ਦੋ ਰੀਅਲ ਨੰਬਰ ਨੇ। ਲੇਕਿਨ ਅਗਰ ਆਪਾਂ ਗੱਲ ਕਰੀਏ ਕੰਪਲੈਕਸ ਨੰਬਰਸ ਦੀ, ਕੰਪਲੈਕਸ ਨੰਬਰ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ? ਕੰਪਲੈਕਸ ਨੰਬਰ ਦੇ ਕੇਸ ਦੇ ਵਿੱਚ ਕੀ ਹੁੰਦਾ? ਮੰਨ ਲਓ ਆਪਣੇ ਕੋਲ ਦੋ ਕੰਪਲੈਕਸ ਨੰਬਰ ਨੇ z1 ਤੇ z2। z1 ਦੀ ਜਿਹੜੀ ਵੈਲਿਊ ਹੈ ਉਹ ਮੰਨ ਲਓ ਆਪਣੇ ਕੋਲ ਹੈ x1 + ਆਈਟਾ y1, ਤੇ z2 ਦੀ ਜਿਹੜੀ ਵੈਲਿਊ ਹੈ ਮੰਨ ਲਓ x2 + ਆਈਟਾ y2। ਤਾਂ ਇਕੁਐਲਿਟੀ ਆਫ ਕੰਪਲੈਕਸ ਨੰਬਰ ਦੇ ਵਿੱਚ ਅਸੀਂ ਕੰਡੀਸ਼ਨ ਜਿਹੜੀਆਂ ਨੇ ਉਹ ਸਿਰਫ ਦੋ ਹੀ ਨੇ ਜਿਹੜੀਆਂ ਫੁੱਲਫਿਲ ਹੁੰਦੀਆਂ ਨੇ, ਜਾਂ ਫਿਰ ਕਹਿ ਸਕਦੇ ਹਾਂ ਜਿਹੜੀ ਵੈਲਿਡ ਨੇ। ਉਹ ਇਹ ਹੈ ਕਿ ਜਾਂ ਤਾਂ ਦੋਨੇ ਕੰਪਲੈਕਸ ਨੰਬਰ ਇੱਕ ਦੂਸਰੇ ਦੇ ਬਰਾਬਰ ਹੋਣਗੇ ਤੇ ਜਾਂ ਦੋਨੇ ਇੱਕ ਦੂਸਰੇ ਦੇ ਬਰਾਬਰ ਨਹੀਂ ਹੋਣਗੇ। ਇਹ ਨਹੀਂ ਹੋ ਸਕਦਾ ਕਿ ਇੱਕ ਕੰਪਲੈਕਸ ਨੰਬਰ ਦੂਸਰੇ ਤੋਂ ਵੱਡਾ ਜਾਂ ਫਿਰ ਦੂਜਾ ਜਿਹੜਾ ਉਹ ਤੋਂ ਪਹਿਲੇ ਤੋਂ ਕੀ ਆ, ਛੋਟਾ ਹੈ। ਇੱਦਾਂ ਨਹੀਂ ਹੋ ਸਕਦਾ, ਇਹ ਪੋਸੀਬਲ ਨਹੀਂ ਹੈ। ਤਾਂ ਦੋ ਹੀ ਕੰਡੀਸ਼ਨਸ ਜਿਹੜੀਆਂ ਨੇ ਇਕੁਐਲਿਟੀ ਆਫ ਕੰਪਲੈਕਸ ਨੰਬਰ ਵਿੱਚ ਪੋਸੀਬਲ ਨੇ ਕਿ ਜਾਂ ਤਾਂ ਕੰਪਲੈਕਸ ਨੰਬਰ 1 > 2 ਹੋਵੇਗਾ ਜਾਂ ਫਿਰ ਕੰਪਲੈਕਸ ਨੰਬਰ 1 ≠ 2 ਹੋਵੇਗਾ। ਤਾਂ ਇਹ ਇਕੁਐਲਿਟੀ ਆਫ ਕੰਪਲੈਕਸ ਨੰਬਰ ਬਾਰੇ ਅਗਰ ਅਸੀਂ
ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਡੈਫੀਨੇਸ਼ਨ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਇਕੁਐਲਿਟੀ ਆਫ ਕੰਪਲੈਕਸ ਨੰਬਰ ਜਿਹੜੀ ਡੈਫੀਨੇਸ਼ਨ ਆ ਉਹ ਆਪਾਂ ਨੂੰ ਕੀ ਡਿਫਾਈਨ ਕਰ ਰਹੀ ਹੈ ਕਿ ਟੂ ਕੰਪਲੈਕਸ ਨੰਬਰਸ z1 ਜਿਸ ਦੀ ਵੈਲਿਊ ਹੈ x1 ਪਲਸ ਆਇਓਟਾ y1 ਐਂਡ z2 ਜਿਸ ਦੀ ਵੈਲਿਊ ਹੈ ਆਪਣੇ ਕੋਲ x2 ਪਲਸ ਆਇਓਟਾ y2 are said to be equal ਦੋਨੇ ਕੰਪਲੈਕਸ ਨੰਬਰ ਇਕੁਅਲ ਕਦੋਂ ਹੋਣਗੇ if and only if x1 is equal to x2 and y1 is equal to y2 ਮੈਂ ਇੱਥੇ ਐਂਡ ਲਿਖਿਆ ਔਰ ਨਹੀਂ ਲਿਖਿਆ ਤਾਂ ਦੋਨੇ ਹੀ ਕੰਡੀਸ਼ਨ ਜਿਹੜੀਆਂ ਉਹ ਸੈਟੀਸਫਾਈ ਹੋਣੀ ਚਾਹੀਦੀਆਂ ਕਿ x1 ਅਗਰ x2 ਦੇ ਬਰਾਬਰ ਹੈ ਤੇ y1 ਅਗਰ y2 ਦੇ ਬਰਾਬਰ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕੰਪਲੈਕਸ ਨੰਬਰਸ ਨੇ ਉਹ ਕੀ ਨੇ ਇੱਕ ਦੂਸਰੇ ਦੇ ਇਕੁਅਲ ਨੇ ਹੁਣ ਆਪਾਂ ਨੂੰ ਪਤਾ ਹੈ ਕਿ x1 x2 y1 y2 ਕਿਹਨੂੰ ਰਿਪਰੈਜ਼ੈਂਟ ਕਰਦੇ ਨੇ ਇਹ ਰਿਪਰੈਜ਼ੈਂਟ ਕਰਦੇ ਨੇ ਰੀਅਲ ਪਾਰਟ ਆਫ ਕੰਪਲੈਕਸ ਨੰਬਰ ਨੂੰ x1 ਰਿਪਰੈਜ਼ੈਂਟ ਕਰ ਰਿਹਾ ਰੀਅਲ ਪਾਰਟ ਆਫ z1 x2 ਰਿਪਰੈਜ਼ੈਂਟ ਕਰ ਰਿਹਾ ਰੀਅਲ ਪਾਰਟ ਆਫ z2 ਨੂੰ y1 ਰਿਪਰੈਜ਼ੈਂਟ ਕਰ ਰਿਹਾ ਇਮੇਜਿਨਰੀ ਪਾਰਟ ਨੂੰ ਕਿਹਦੇ z1 ਦੇ ਤੇ y2 ਕਿਹਨੂੰ ਰਿਪਰੈਜ਼ੈਂਟ ਕਰ ਰਿਹਾ ਇਮੇਜਿਨਰੀ ਪਾਰਟ ਆਫ z2 ਤਾਂ ਦੁਬਾਰਾ ਇਸ ਡੈਫੀਨੇਸ਼ਨ ਨੂੰ ਪੜ੍ਹਦੇ ਹਾਂ ਕਿ ਟੂ ਕੰਪਲੈਕਸ ਨੰਬਰਸ z1 and z2 are said to be equal if real part of first complex number is equal to the real part of second complex number and imaginary part of first complex number is equal to the imaginary part of second complex number ਤਾਂ ਕਰ ਸਕਦੇ ਹਾਂ ਕਿ z1 ਜਿਹੜਾ ਹੈ ਉਹ z2 ਦੇ ਬਰਾਬਰ ਹੋਵੇਗਾ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਚੇਤਾਵਨੀ ਹੈ ਕੁਐਸਚਨ ਆਪਣੇ ਕੋਲ ਕੀ ਹੈ ਕਿ ਜਿਹੜਾ ਕੰਪਲੈਕਸ ਨੰਬਰਸ ਨੇ ਕੰਪਲੈਕਸ ਨੰਬਰਸ does not satisfy ਆਰਡਰ ਰਿਲੇਸ਼ਨ ਨੂੰ ਕੰਪਲੈਕਸ ਨੰਬਰ ਸੈਟੀਸਫਾਈ ਨਹੀਂ ਕਰਦਾ ਅਸੀਂ ਆਰਡਰ ਰਿਲੇਸ਼ਨ ਆਲਰੇਡੀ ਡਿਸਕਸ ਕਰ ਲਿਆ ਕਿ ਜਾਂ ਤਾਂ ਫਿਰ ਦੋਨੇ ਟਰਮਸ ਇੱਕ ਦੂਸਰੇ ਦੇ ਬਰਾਬਰ ਹੋਣਗੀਆਂ ਜਾਂ ਫਿਰ ਬਰਾਬਰ ਨਹੀਂ ਹੋਣਗੀਆਂ ਇਹ ਕੰਪਲੈਕਸ ਨੰਬਰ ਕਹਿੰਦੇ ਨੇ ਆਰਡਰ ਰਿਲੇਸ਼ਨ 'ਚ ਅਸੀਂ ਪੜ੍ਹਿਆ ਕਿ ਜਾਂ ਤਾਂ ਫਿਰ ਦੋ ਰੀਅਲ ਨੰਬਰ ਨੇ ਜੋ ਇੱਕ ਦੂਸਰੇ ਦੇ ਬਰਾਬਰ ਹੋਣਗੇ ਜਾਂ ਬਰਾਬਰ ਨਹੀਂ ਹੋਣਗੇ ਅਗਰ ਬਰਾਬਰ ਨਹੀਂ ਆ ਤਾਂ ਇੱਕ ਫਸਟ ਜਿਹੜਾ ਰੀਅਲ ਨੰਬਰ ਹੈ ਉਹ ਦੂਸਰੇ ਤੋਂ ਵੱਡਾ ਹੋਏਗਾ ਜਾਂ ਫਿਰ ਪਹਿਲਾ ਜਿਹੜਾ ਉਹ ਦੂਸਰੇ ਤੋਂ ਛੋਟਾ ਹੋਵੇਗਾ ਤਾਂ ਇਹ ਆਰਡਰ ਰਿਲੇਸ਼ਨ ਪੜ੍ਹਿਆ ਜਦ ਕਿ ਕੰਪਲੈਕਸ ਨੰਬਰ ਜਿਹੜੇ ਆ ਉਹ ਆਰਡਰ ਰਿਲੇਸ਼ਨ ਨੂੰ ਸੈਟੀਸਫਾਈ ਨਹੀਂ ਕਰਦੇ ਫੁੱਲਫਿਲ ਨਹੀਂ ਕਰਦੇ ਵੈਲਿਡ ਨਹੀਂ ਹੈ ਇਹਨਾਂ ਦੇ ਵਿੱਚ ਆਰਡਰ ਰਿਲੇਸ਼ਨ ਕੰਪਲੈਕਸ ਨੰਬਰ ਦੇ ਵਿੱਚ ਤਾਂ ਕਈ ਵਾਰ ਇਹ ਵੀ ਸਵਾਲ ਜਿਹੜਾ ਪੁੱਛ ਲੈਂਦੇ ਨੇ ਇੱਕ ਔਰ ਕੁਐਸਚਨ ਦੇ ਬਾਰੇ ਪੜ੍ਹਨ ਜਾ ਰਿਹਾ ਸੈਕਿੰਡ ਕੁਐਸਚਨ ਜੋ ਤੁਸੀਂ ਧਿਆਨ 'ਚ ਰੱਖਣੀਆਂ ਗੱਲਾਂ ਕੁਐਸਚਨ ਇਸ ਕਰਕੇ ਹੁੰਦੀ ਹੈ ਚੇਤਾਵਨੀ ਇਸ ਕਰਕੇ ਹੁੰਦੀ ਹੈ ਤਾਂ ਕਿ ਤੁਸੀਂ ਗਲਤੀ ਨਾ ਕਰ ਸਕੋ ਉਹ ਹੈ ਕਿ ਇਨਇਕੁਐਲਿਟੀ is not defined in complex numbers inequality is not defined in complex number inequality ਦਾ ਮਤਲਬ ਕਿ z1 z2 ਦੇ ਬਰਾਬਰ z1 greater than z2 z1 greater than z2 or z1 less than z2 has no meaning ਕਹਿੰਦੇ ਇਨਇਕੁਐਲਿਟੀ ਜਿਹੜੀ ਆ ਉਹ ਮੀਨਿੰਗਲੈਸ ਹੈ ਇਨ ਕੇਸ ਆਫ ਕੰਪਲੈਕਸ ਨੰਬਰ ਕਹਿੰਦੇ ਵੀ z1 z2 ਦੇ ਗ੍ਰੇਟਰ ਦੇ ਰੱਖਿਆ ਹੋਵੇ ਜਾਂ ਫਿਰ z1 ਲੈਸ ਦੈਨ z2 ਦੇ ਰੱਖਿਆ ਹੋਵੇ ਉਹਦਾ ਕੋਈ ਮਤਲਬ ਨਹੀਂ ਹੈ ਇਨ ਦਾ ਕੇਸ ਆਫ ਕੰਪਲੈਕਸ ਨੰਬਰਸ ਤਾਂ ਇੱਥੋਂ ਆਪਾਂ ਕੀ ਕਹਿ ਸਕਦੇ ਹਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ ਇਨ ਕੇਸ ਆਫ z1 z2 ਬਿਲੋਂਗਸ ਟੂ C ਮੈਂ ਦੱਸਿਆ ਸੀ ਕਿ C ਕੀ ਹੈ C ਰਿਪਰੈਜ਼ੈਂਟ ਕਰਦਾ ਸੈਟ ਆਫ ਕੰਪਲੈਕਸ ਨੰਬਰਸ ਨੂੰ ਇਨ ਕੇਸ ਆਫ z1 z2 ਬਿਲੋਂਗਸ ਟੂ C where C is set of complex number only two
conditions were fulfilled ਕਿਹੜੀ ਕਿਹੜੀ ਕੰਡੀਸ਼ਨਸ ਫੁੱਲਫਿਲਡ ਹੋਣਗੀਆਂ। ਫਸਟ, ਜਾਂ ਤਾਂ Z1 ਬਰਾਬਰ ਹੋਵੇਗਾ Z2 ਦੇ, ਜਾਂ ਫਿਰ Z1 ਬਰਾਬਰ ਨਹੀਂ ਹੋਵੇਗਾ Z2 ਦੇ। ਤਾਂ ਇਹ ਦੋ ਕੰਡੀਸ਼ਨਸ ਨੇ ਜਿਹੜੀਆਂ ਇਨ ਕੇਸ ਆਫ ਕੰਪਲੈਕਸ ਨੰਬਰ ਸੈਟਿਸਫਾਈਡ ਹੁੰਦੀਆਂ ਨੇ, ਫੁੱਲਫਿਲਡ ਹੁੰਦੀਆਂ ਨੇ। ਕੰਪਲੈਕਸ ਨੰਬਰ ਜੋ ਹੈ ਉਹ ਸੈਟਿਸਫਾਈ ਨਹੀਂ ਕਰਦਾ ਕਿਸ ਨੂੰ, ਆਰਡਰ ਰਿਲੇਸ਼ਨ ਨੂੰ। ਕੰਪਲੈਕਸ ਨੰਬਰ ਦੇ ਵਿੱਚ ਇਨਇਕੁਐਲਿਟੀ ਦਾ ਕੋਈ ਵੀ ਮੀਨਿੰਗ ਨਹੀਂ ਹੁੰਦਾ, ਨੋ ਮੀਨਿੰਗ। ਤਾਂ ਇਹ ਦੋ ਜਿਹੜੀਆਂ ਗੱਲਾਂ ਨੇ ਇਹ ਧਿਆਨ ਰੱਖਣੇ ਨੇ। ਇਹਨਾਂ ਨਾਲ ਰਿਲੇਟਡ ਜਿਹੜੇ ਕੁਐਸਚਨਸ ਕਿਸ ਤਰ੍ਹਾਂ ਦੇ ਆਉਂਦੇ ਨੇ ਉਹ ਅਸੀਂ ਹੁਣੇ ਡਿਸਕਸ ਕਰਦੇ ਹਾਂ। ਅਸੀਂ ਪੜ੍ਹਿਆ ਕਿ ਕੰਪਲੈਕਸ ਨੰਬਰ ਦੇ ਵਿੱਚ ਇਨਇਕੁਐਲਿਟੀ ਜਿਹੜੀ ਆ ਉਹ ਨਾਟ ਡਿਫਾਈਨਡ ਹੈ। Z1 ਗ੍ਰੇਟਰ ਦੈਨ Z2 ਜਾਂ ਫਿਰ Z1 ਲੈਸ ਦੈਨ Z2 ਦਾ ਕੋਈ ਵੀ ਮੀਨਿੰਗ ਨਹੀਂ ਹੈ, ਮੀਨਿੰਗ ਲੈਸ ਹੈ। ਲੇਕਿਨ ਇੱਥੇ ਇੱਕ ਰਿਮਾਰਕ ਹੈ, ਕਿਉਂਕਿ ਨੈਕਸਟ ਜਿਹੜੇ ਨੇ ਅਸੀਂ ਕੁਐਸਚਨਸ ਕਰਨੇ ਨੇ ਇਹਨਾਂ ਨਾਲ ਰਿਲੇਟਡ, ਇਸ ਟੌਪਿਕ ਨਾਲ ਰਿਲੇਟਡ, ਔਰ ਬਹੁਤ ਵਾਰ ਜਿਹੜੇ ਸਟੂਡੈਂਟਸ ਨੇ ਉਲਝ ਜਾਂਦੇ ਨੇ, ਗਲਤ ਕਰ ਜਾਂਦੇ ਨੇ। ਈਵਨ ਜੋ MCQs ਨੇ ਜਿਹੜੀ ਮੈਂ ਇਸ ਚੈਪਟਰ ਦੇ ਕੰਪਲੀਟ ਹੋਣ ਤੋਂ ਬਾਅਦ ਦੇਣੇ ਨੇ, ਉਸ ਦੇ ਵਿੱਚ ਇੱਕ ਕੁਐਸਚਨ ਹੈ ਜੋ ਤੁਸੀਂ ਪੱਕਾ ਉਲਝੋਗੇ ਤੇ ਉਸ ਕੁਐਸਚਨ ਨੂੰ ਧਿਆਨ ਨਾਲ ਕਰਨਾ ਹੈ, ਇਕੁਐਲਿਟੀ ਆਫ ਕੰਪਲੈਕਸ ਨੰਬਰ ਨਾਲ ਰਿਲੇਟਡ। ਤਾਂ ਉੱਥੇ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕਿਉਂ ਜਿਹੜੇ ਕੁਐਸਚਨਸ ਨੇ ਗਲਤ ਹੁੰਦੇ ਨੇ। ਤਾਂ ਰਿਮਾਰਕ ਕੀ ਹੈ ਕਿ ਇਨਇਕੁਐਲਿਟੀ, ਅਸੀਂ ਕਿਹਾ ਕਿ ਇਨਇਕੁਐਲਿਟੀ ਜਿਹੜੀ ਆ ਉਹ ਨਾਟ ਡਿਫਾਈਨਡ ਹੈ ਕੰਪਲੈਕਸ ਨੰਬਰ ਦੇ ਵਿੱਚ। ਲੇਕਿਨ ਰਿਮਾਰਕ ਕੀ ਕਹਿੰਦਾ ਇਨਇਕੁਐਲਿਟੀ ਲਾਈਕ, ਕਿਸ ਤਰ੍ਹਾਂ ਦੀ ਇਨਇਕੁਐਲਿਟੀ ਲਾਈਕ Z1 ਗ੍ਰੇਟਰ ਦੈਨ ਔਰ ਇਕੁਅਲ ਟੂ Z2, Z1 ਗ੍ਰੇਟਰ ਦੈਨ ਔਰ ਇਕੁਅਲ ਟੂ Z2, ਜਾਂ Z1 ਲੈਸ ਦੈਨ ਇਕੁਅਲ ਟੂ Z2। ਕਿਸ ਤਰ੍ਹਾਂ ਦੀ ਇਨਇਕੁਐਲਿਟੀ ਦੀ ਗੱਲ ਹੋ ਰਹੀ ਹੈ ਇੱਥੇ, Z1 ਗ੍ਰੇਟਰ ਦੈਨ ਇਜ਼ ਇਕੁਅਲ ਟੂ Z2, ਜਾਂ ਫਿਰ Z1 ਲੈਸ ਦੈਨ ਔਰ ਇਕੁਅਲ ਟੂ Z2 ਇਜ਼ ਮੀਨਿੰਗਫੁਲ। ਕਹਿੰਦੇ ਵੀ ਇਸ ਤਰ੍ਹਾਂ ਦੀ ਇਨਇਕੁਐਲਿਟੀ ਦਾ ਮੀਨਿੰਗ ਹੈ ਜਿਸ ਵਿੱਚ Z1 ਜਾਂ ਤਾਂ ਬਰਾਬਰ ਹੈ, ਵੱਡਾ ਹੈ ਕਿਸ ਤੋਂ, Z2 ਤੋਂ, ਜਾਂ ਫਿਰ Z1 ਛੋਟਾ ਹੈ ਅਤੇ ਬਰਾਬਰ ਹੈ Z2 ਦੇ। ਇਸ ਤਰ੍ਹਾਂ ਦੀ ਇਨਇਕੁਐਲਿਟੀ ਦਾ ਮਤਲਬ ਹੈ, ਇਹ ਡਿਫਾਈਨਡ ਹੈ। ਲੇਕਿਨ ਜਿਸ ਕੇਸ ਦੇ ਵਿੱਚ ਸਿਰਫ Z1 Z2 ਤੋਂ ਗ੍ਰੇਟਰ ਦੈਨ ਹੈ ਜਾਂ ਫਿਰ Z1 Z2 ਤੋਂ ਲੈਸ ਦੈਨ ਹੈ, ਉਸ ਦੇ ਵਿੱਚ ਕੇਸ ਦੇ ਵਿੱਚ ਇਨਇਕੁਐਲਿਟੀ ਦਾ ਕੋਈ ਵੀ ਮੀਨਿੰਗ ਨਹੀਂ ਹੈ। Z1 ਗ੍ਰੇਟਰ ਦੈਨ ਔਰ ਇਕੁਅਲ ਟੂ ਦਾ ਕੀ ਮਤਲਬ ਹੈ? Z1 ਗ੍ਰੇਟਰ ਦੈਨ ਔਰ ਇਜ਼ ਇਕੁਅਲ ਟੂ ਦਾ ਮਤਲਬ ਹੈ ਜਾਂ ਤਾਂ Z1 ਜਿਹੜਾ ਹੈ ਉਹ Z2 ਦੇ ਬਰਾਬਰ ਹੋਵੇਗਾ, ਜਾਂ ਫਿਰ Z1 ਜਿਹੜਾ ਹੈ ਉਹ Z2 ਤੋਂ ਗ੍ਰੇਟਰ ਦੈਨ ਹੋਵੇਗਾ। ਦੂਸਰੀ ਤਰਫ Z1 ਲੈਸ ਦੈਨ ਔਰ ਇਕੁਅਲ ਟੂ Z2 ਦਾ ਕੀ ਮਤਲਬ ਹੈ? ਉਸ ਦਾ ਮਤਲਬ ਹੈ ਕਿ ਜਾਂ ਤਾਂ Z1 Z2 ਦੇ ਬਰਾਬਰ ਹੋਵੇਗਾ, ਜਾਂ ਫਿਰ Z1 ਜਿਹੜਾ ਹੈ ਉਹ Z2 ਤੋਂ ਲੈਸ ਦੈਨ ਹੋਵੇਗਾ। ਤਾਂ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਹੀ ਅਸੀਂ ਦੇਖ ਰਹੇ ਹਾਂ ਕਿ Z1 Z2 ਦੇ ਬਰਾਬਰ ਹੋਣ ਦੀ ਪੋਸੀਬਿਲਿਟੀ ਹੈ, ਮਤਲਬ ਉਹ Z1 Z2 ਬਰਾਬਰ ਹੋ ਸਕਦੇ ਨੇ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਇਨਇਕੁਐਲਿਟੀ ਜਿਹੜੀ ਹੈ ਉਹ ਕੀ ਹੈ, ਮੀਨਿੰਗਫੁਲ ਹੈ। ਕਦੋਂ? ਜਦੋਂ ਇਕੁਅਲ ਟੂ ਦਾ ਸਾਈਨ ਹੁੰਦਾ ਉਦੋਂ ਇਨਇਕੁਐਲਿਟੀ ਮੀਨਿੰਗਫੁਲ ਹੁੰਦੀ ਹੈ। ਜਦੋਂ ਸਿਰਫ ਗ੍ਰੇਟਰ ਦੈਨ ਜਾਂ ਲੈਸ ਦੈਨ ਦਾ ਸਾਈਨ ਹੁੰਦਾ ਉਦੋਂ ਇਨਇਕੁਐਲਿਟੀ ਜਿਹੜੀ ਆ ਉਹ ਮੀਨਿੰਗਫੁਲ ਨਹੀਂ ਹੁੰਦੀ। ਤਾਂ ਅਸੀਂ ਇਹੀ ਕਵਾਂਗੇ ਕਿ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜਾ Z1 ਹੈ ਉਹ Z2 ਦੇ ਬਰਾਬਰ ਹੋਣਾ ਚਾਹੀਦਾ, ਜਾਂ ਫਿਰ Z1 Z2 ਦੇ ਬਰਾਬਰ ਨਹੀਂ ਹੋਣਾ ਚਾਹੀਦਾ, ਤਾਂ ਹੀ ਜਿਹੜੀ ਇਕੁਐਲਿਟੀ ਆ ਜਿਹੜੀ ਉਹ ਫੁੱਲਫਿਲ ਹੋਵੇਗੀ। ਜਾਂ ਫਿਰ ਆਪਾਂ ਕਹਾਂਗੇ ਕਿ ਰੀਅਲ ਪਾਰਟ ਆਫ ਫਸਟ ਕੰਪਲੈਕਸ ਨੰਬਰ ਬਰਾਬਰ ਹੋਣਾ ਚਾਹੀਦਾ ਰੀਅਲ ਪਾਰਟ ਆਫ ਸੈਕਿੰਡ ਕੰਪਲੈਕਸ ਨੰਬਰ ਦੇ, ਤੇ ਇਮੈਜਨਰੀ ਪਾਰਟ ਆਫ ਫਸਟ ਕੰਪਲੈਕਸ ਨੰਬਰ ਬਰਾਬਰ ਹੋਣਾ ਚਾਹੀਦਾ ਇਮੈਜਨਰੀ ਪਾਰਟ ਆਫ ਸੈਕਿੰਡ ਕੰਪਲੈਕਸ ਨੰਬਰ ਦੇ, ਤਾਂ ਹੀ ਇਨਇਕੁਐਲਿਟੀ ਜਿਹੜੀ ਆ ਉਹ ਮੀਨਿੰਗਫੁਲ ਹੋਵੇਗੀ। ਹੁਣ ਇੱਥੇ ਅਸੀਂ ਕੁਝ ਇੰਪੋਰਟੈਂਟ ਕੁਐਸਚਨਸ ਕਰਾਂਗੇ ਇਸੇ ਟੌਪਿਕ ਦੇ ਨਾਲ ਰਿਲੇਟਡ, ਤਾਂ ਤੁਹਾਨੂੰ ਔਰ ਵੀ ਕਲੀਅਰਿਟੀ ਆ ਜਾਵੇਗੀ ਕਿ ਇਨਇਕੁਐਲਿਟੀ ਕੀ ਹੈ। ਇਹ ਕੁਝ ਐਗਜ਼ਾਮਪਲਸ ਨੇ ਜਿਨ੍ਹਾਂ ਨੂੰ ਅਸੀਂ ਹੁਣ ਡਿਸਕਸ ਕਰਾਂਗੇ, ਤੇ ਮੈਂ ਉਮੀਦ ਕਰਦਾ ਇਹਨਾਂ ਨੂੰ ਕਰਨ ਤੋਂ ਬਾਅਦ ਤੁਹਾਨੂੰ ਇਕੁਐਲਿਟੀ ਆਫ ਕੰਪਲੈਕਸ ਨੰਬਰ ਦਾ ਟੌਪਿਕ ਜਿਹੜਾ ਹੈ ਉਹ ਕਲੀਅਰ ਹੋ ਜਾਵੇਗਾ। ਫਸਟ ਐਗਜ਼ਾਮਪਲ ਹੈ, ਕਹਿੰਦੇ ਵੀ ਲੈਟ ਤੁਹਾਡੇ ਕੋਲ Z1 ਜੋ ਹੈ ਉਹ A ਪਲਸ ਆਇਟਾ B ਦੇ ਬਰਾਬਰ ਹੈ, ਅਤੇ Z2 ਆਪਣੇ ਕੋਲ ਦੇ ਰੱਖਿਆ ਉਹ 2 ਪਲਸ 3 ਆਇਟਾ ਦੇ ਬਰਾਬਰ ਦੇ ਰੱਖਿਆ, ਇਹ ਗਿਵਨ ਹੈ। ਸੋ ਕਹਿੰਦੇ ਵੀ ਤਾਂ Z1 ਬਰਾਬਰ ਹੋਵੇਗਾ Z2 ਦੇ ਇਫ ਐਂਡ ਓਨਲੀ ਇਫ, ਕਿ Z1 ਤੇ Z2 ਬਰਾਬਰ ਕਦੋਂ ਹੋਣਗੇ? ਜਦੋਂ ਆਪਾਂ ਪੜ੍ਹਿਆ ਸੀ ਕਨਸੈਪਟ ਦੇ ਵਿੱਚ ਕਿ ਜਿਹੜਾ ਦੋ ਕੰਪਲੈਕਸ ਨੰਬਰ ਨੇ ਉਹ ਜਾਂ ਤਾਂ ਬਰਾਬਰ ਹੋ ਸਕਦੇ ਨੇ ਜਾਂ ਬਰਾਬਰ ਨਹੀਂ ਹੋ ਸਕਦੇ ਨੇ। ਅਗਰ ਉਹ ਬਰਾਬਰ ਨੇ ਤਾਂ ਬਰਾਬਰ ਕਦੋਂ ਹੋਣਗੇ? ਜਦੋਂ ਉਹਨਾਂ ਦਾ ਰੀਅਲ ਪਾਰਟ ਬਰਾਬਰ ਹੋਣਗੇ, ਮਤਲਬ ਰੀਅਲ ਪਾਰਟ ਆਫ ਫਸਟ ਕੰਪਲੈਕਸ ਨੰਬਰ ਬਰਾਬਰ ਹੋਵੇਗਾ
ਰੀਅਲ ਪਾਰਟ ਆਫ ਸੈਕਿੰਡ ਕੰਪਲੈਕਸ ਨੰਬਰ ਦੇ, ਤੇ ਇਮੈਜਨਰੀ ਪਾਰਟ ਆਫ ਫਸਟ ਕੰਪਲੈਕਸ ਨੰਬਰ ਬਰਾਬਰ ਹੋਵੇਗਾ ਇਮੈਜਨਰੀ ਪਾਰਟ ਆਫ ਸੈਕਿੰਡ ਕੰਪਲੈਕਸ ਨੰਬਰ ਦੇ। ਤਾਂ ਅਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਅਗਰ ਦੋ ਕੰਪਲੈਕਸ ਨੰਬਰ ਬਰਾਬਰ ਨੇ ਤਾਂ ਉਹਨਾਂ ਦੇ ਰੀਅਲ ਪਾਰਟ ਤੇ ਇਮੈਜਨਰੀ ਪਾਰਟ ਵੀ ਬਰਾਬਰ ਹੋਣੇ ਚਾਹੀਦੇ ਨੇ, ਜਾਂ ਜੇ ਆਪਾਂ ਨੂੰ ਗਿਵਨ ਹੈ ਦੋਨੇ ਬਰਾਬਰ ਨੇ ਤਾਂ ਉਹਨਾਂ ਦੇ ਰੀਅਲ ਤੇ ਇਮੈਜਨਰੀ ਪਾਰਟ ਬਰਾਬਰ ਆਲਰੇਡੀ ਹੈਗੇ ਨੇ। ਤਾਂ ਇੱਥੋਂ ਅਸੀਂ ਕਹਾਂਗੇ ਕਿ ਬਈ ਦੋਨੇ ਕੰਪਲੈਕਸ ਨੰਬਰ ਅਗਰ ਬਰਾਬਰ ਹੋਣਗੇ ਤਾਂ ਉਹਨਾਂ ਦੇ ਰੀਅਲ ਪਾਰਟ ਵੀ ਬਰਾਬਰ ਹੋਣਗੇ। ਅਗਰ Z1 ਦੀ ਗੱਲ ਕਰੀਏ ਤਾਂ ਰੀਅਲ ਪਾਰਟ ਕੀ ਹੈ A, Z2 ਦੀ ਗੱਲ ਕਰੀਏ ਤਾਂ ਰੀਅਲ ਪਾਰਟ ਕੀ ਹੈ 2। ਤਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ A ਬਰਾਬਰ ਜਿਹੜਾ ਹੋਣਾ ਚਾਹੀਦਾ ਉਹ 2 ਦੇ ਹੋਣਾ ਚਾਹੀਦਾ। ਰੀਅਲ ਪਾਰਟ ਜਿਹੜਾ ਹੈ ਇਮੈਜਨਰੀ ਪਾਰਟ ਹੈ Z1 ਦਾ ਉਹ ਹੈ ਆਪਣੇ ਕੋਲ B, ਤੇ ਇਮੈਜਨਰੀ ਪਾਰਟ ਹੈ Z2 ਦਾ ਉਹ ਆਪਣੇ ਕੋਲ ਹੈ 3। ਹੁਣ ਇੱਥੇ ਇਹਨਾਂ ਨੇ ਦੇਖੋ ਤੁਸੀਂ ਧਿਆਨ ਨਾਲ ਜਿਹੜੀ D ਆਪਸ਼ਨ ਦੇ ਰੱਖੀ ਹੈ, D ਆਪਸ਼ਨ 'ਚ ਇਹਨਾਂ ਨੇ ਜਾਣਬੁੱਝ ਕੇ 3 ਆਇਟਾ ਦੇ ਰੱਖਿਆ, ਕਿਉਂਕਿ ਕੁਝ ਬੱਚੇ ਨੇ ਜਿਨ੍ਹਾਂ ਦਾ ਕੰਸੈਪਟ ਹੀ ਨਹੀਂ ਕਲੀਅਰ ਹੋਇਆ ਹਜੇ ਕਿ ਜਿਹੜਾ ਇਮੈਜਨਰੀ ਪਾਰਟ ਹੈ ਉਹ ਆਪਾਂ ਉਹਦੇ ਵਿੱਚ ਆਇਟਾ ਇਨਕਲੂਡ ਨਹੀਂ ਕਰਦੇ, ਤਾਂ ਉਹ ਕੀ ਕਰਨਗੇ ਇਹ ਆਪਸ਼ਨ ਨੂੰ ਟਿਕ ਕਰ ਆਉਣਗੇ। ਉਹ ਦੇਖਣਗੇ A 2 ਦੇ ਬਰਾਬਰ ਹੈ ਤੇ ਜਿਹੜਾ B ਹੈ ਉਹ 3 ਆਇਟਾ ਦੇ ਬਰਾਬਰ ਹੈ, ਤੇ ਅਸੀਂ ਜਿਹੜਾ ਇਹ ਆਪਸ਼ਨ D ਟਿਕ ਕਰਤੀ ਤੇ ਸਵਾਲ ਗਲਤ ਕਰਕੇ ਘਰੇ ਆ ਗਏ। ਤਾਂ ਇਦਾਂ ਨਹੀਂ ਕਰਨਾ, ਅਸੀਂ ਪੂਰੇ ਕੰਸੈਪਟ ਜਿਹੜੇ ਨੇ ਚੈਪਟਰ ਦੇ ਸਟਾਰਟਿੰਗ ਤੋਂ ਜਿਹੜੇ ਸਮਝਾਏ ਨੇ ਮੈਂ ਉਹਨਾਂ ਨੂੰ ਦੁਬਾਰਾ ਦੇਖੋ, ਤੇ ਛੋਟੀਆਂ ਗੱਲਾਂ ਇਸ ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ ਇੰਨੀਆਂ ਜ਼ਿਆਦਾ ਇੰਪੋਰਟੈਂਟ ਨੇ ਕਿ ਜਦੋਂ ਤੁਸੀਂ ਐਗਜ਼ਾਮ ਦੇ ਵਿੱਚ ਬੈਠੋਗੇ ਨਾ ਤਾਂ ਤੁਹਾਨੂੰ ਹਰ ਇੱਕ ਸੈਕਿੰਡ ਵੀ ਕੀਮਤੀ ਲੱਗੇਗਾ, ਕਿ ਤੁਸੀਂ ਸੋਚੋਗੇ ਕਿ ਯਾਰ ਕਾਸ਼ ਉਹ ਪ੍ਰੋਪਰਟੀਜ਼ ਯਾਦ ਆ ਜਾਏ ਤਾਂ ਕਿ ਮੈਂ ਇਹ ਸਵਾਲ ਨੂੰ ਜਿਹੜਾ ਬਿਨਾਂ ਪੈਨ ਚੱਕੇ ਸੋਲਵ ਕਰ ਲਵਾਂ। ਤਾਂ ਇਹ ਪ੍ਰੋਪਰਟੀਜ਼, ਇਹ ਰਿਜ਼ਲਟਸ ਜਿਹੜੀਆਂ ਛੋਟੀ ਗੱਲਾਂ ਨੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ MCQs ਨੂੰ ਸੋਲਵ ਕਰਨ ਦੇ ਵਿੱਚ। ਤਾਂ ਕੁਐਸਚਨ 'ਤੇ ਵਾਪਸ ਆਉਂਦੇ ਹਾਂ, ਤਾਂ ਆਪਾਂ ਨੂੰ ਪਤਾ ਹੈ ਕਿ ਰੀਅਲ ਪਾਰਟ ਆਫ Z1 ਬਰਾਬਰ ਹੋਊਗਾ ਰੀਅਲ ਪਾਰਟ ਆਫ Z2 ਦੇ, ਮਤਲਬ A ਬਰਾਬਰ ਹੋਵੇਗਾ 2 ਦੇ। ਇਮੈਜਨਰੀ ਪਾਰਟ ਆਫ Z1 ਬਰਾਬਰ ਹੋਵੇਗਾ ਇਮੈਜਨਰੀ ਪਾਰਟ ਆਫ Z2 ਦੇ, ਤਾਂ ਆਪਾਂ ਕਹਾਂਗੇ B ਬਰਾਬਰ ਹੋਵੇਗਾ 3 ਦੇ। ਤਾਂ ਇੱਥੋਂ ਕਿਹੜੀ ਆਪਸ਼ਨ ਠੀਕ ਲੱਗ ਰਹੀ ਹੈ ਆਪਾਂ ਨੂੰ? ਆਪਸ਼ਨ A, ਕਿ Z ਜਿਹੜਾ A ਜਿਹੜਾ ਬਰਾਬਰ A 2 ਦੇ, B ਬਰਾਬਰ ਹੈ 3 ਦੇ, ਤਾਂ ਕਹਾਂਗੇ ਦੋਨੇ ਕੰਪਲੈਕਸ ਨੰਬਰ ਕੀ ਹੋਣਗੇ? ਇਕੁਅਲ ਹੋਣਗੇ। ਨੈਕਸਟ ਜਿਹੜਾ ਆਪਣੇ ਕੋਲ ਐਗਜ਼ਾਮਪਲ ਹੈ ਉਸ 'ਚ ਪੁੱਛਿਆ ਗਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਟਰੂ। ਇਹਨਾਂ ਵਿੱਚ ਦਿੱਤੀ ਹੋਈ ਜਿਹੜੀਆਂ ਆਪਸ਼ਨਸ ਨੇ ਕਿਹੜੀ ਆਪਸ਼ਨ ਜਿਹੜੀ ਆ ਉਹ ਸਹੀ ਹੈ। ਨਨ ਆਫ ਦੀ ਦੀਜ਼ ਵਾਲੇ ਕੁਐਸਚਨ ਬਹੁਤ ਆਉਣਗੇ, ਨਨ ਆਫ ਦੀ ਦੀਜ਼ ਵਾਲੇ ਕੁਐਸਚਨ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਰੱਖਣਾ ਇਸ ਗੱਲ ਦਾ ਕਿ ਹੋ ਸਕਦਾ ਹੈ ਕਿ ਤੁਹਾਨੂੰ ਜਿਹੜੀਆਂ ਬਾਕੀ ਆਪਸ਼ਨਸ ਦੇ ਰੱਖੀਆਂ ਨੇ ਉਹ ਗਲਤ ਹੋਣ। ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ। ਦੇਖੋ ਬਹੁਤ ਸਾਰੇ ਸਵਾਲ ਜਿਹੜੇ ਨਨ ਆਫ ਦੀਜ਼ ਵਾਲੇ ਜਿਹੜੇ ਪੇਪਰ ਦੇ ਵਿੱਚ ਆ ਚੁੱਕੇ ਨੇ ਤੇ ਹਰ ਵਾਰ ਆਉਂਦੇ ਵੀ ਨੇ ਹਰ ਕੁਐਸਚਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਐ ਹੁੰਦਾ ਕਿ ਬੱਚੇ ਤੁੱਕਾ ਲਾ ਸਕਦੇ ਨੇ ਕਿ ਤੁਸੀਂ ਤੁੱਕਾ ਲਾਤਾ ਵੀ ਆਹ ਹੋ ਸਕਦਾ ਹੈ, ਲੇਕਿਨ ਨਨ ਆਫ ਦੀਜ਼ ਆਪਸ਼ਨ ਨੂੰ ਚੂਜ਼ ਕਰਨ ਵਾਸਤੇ ਤੁਹਾਨੂੰ ਕੰਸੈਪਟ ਬਾਰੇ ਪਤਾ ਹੋਣਾ ਚਾਹੀਦਾ। ਅਗਰ ਤੁਹਾਨੂੰ ਕੰਸੈਪਟ ਬਾਰੇ ਪਤਾ ਤਾਂ ਹੀ ਤੁਸੀਂ ਨਨ ਆਫ ਦੀਜ਼ ਜਿਹੜੀ ਆਪਸ਼ਨ ਚੂਜ਼ ਕਰ ਪਾਓਗੇ, ਕਿਉਂਕਿ ਤੁਹਾਨੂੰ ਪਤਾ ਵੀ ਇਹਨਾਂ ਵਿੱਚੋਂ ਕੋਈ ਆਪਸ਼ਨ ਜਿਹੜੀ ਆ ਉਹ ਸਟੇਟਮੈਂਟ ਨੂੰ ਐਗਰੀ ਨਹੀਂ ਕਰਦੀ। ਸੈਕਿੰਡ ਕੁਐਸਚਨ ਨੂੰ ਦੇਖਦੇ ਹਾਂ, ਕਹਿੰਦੇ ਵੀ ਦੱਸਣਾ ਵਿਚ ਆਫ ਦਾ ਫੋਲੋਇੰਗ ਇਜ਼ ਟਰੂ। ਪਹਿਲੀ ਆਪਸ਼ਨ ਹੈ 6 + 5 ਆਇਟਾ ਗ੍ਰੇਟਰ ਦੈਨ 6 + 4 ਆਇਟਾ। ਤੁਸੀਂ ਅਗਰ ਇਸ ਨੂੰ Z1 ਮੰਨ ਲਓ ਤੇ ਇਸ ਨੂੰ Z2 ਮੰਨ ਲਓ ਤਾਂ ਇੱਥੇ ਕਿਹਾ ਗਿਆ ਕਿ Z1 ਜਿਹੜਾ ਉਹ Z2 ਦੇ ਬਰਾਬਰ ਹੈ, ਜਦ ਕਿ ਅਸੀਂ ਇਨਇਕੁਐਲਿਟੀ ਦਾ ਕੰਸੈਪਟ ਵਿੱਚ ਪੜ੍ਹਿਆ ਕਿ ਗ੍ਰੇਟਰ ਦੈਨ ਜਾਂ ਫਿਰ ਲੈਸ ਦੈਨ ਦਾ ਸਾਈਨ ਉਹਦਾ ਕੋਈ ਵੀ ਮੀਨਿੰਗ ਨਹੀਂ ਹੁੰਦਾ। ਤਾਂ ਇਹ ਆਪਸ਼ਨ ਜਿਹੜੀ ਹੈ ਸਾਡੇ ਕੋਲ ਗਲਤ ਹੋ ਜਾਂਦੀ ਹੈ। B ਆਪਸ਼ਨ 'ਚ ਦੇ ਰੱਖਿਆ ਕਿ 6 + 5 ਆਇਟਾ ਇਜ਼ ਗ੍ਰੇਟਰ ਦੈਨ 4 + 5 ਆਇਟਾ, ਤਾਂ ਇਹ ਵੀ ਆਪਸ਼ਨ ਜਿਹੜੀ ਗਲਤ ਹੋ ਜਾਂਦੀ ਕਿਉਂਕਿ ਇਨਇਕੁਐਲਿਟੀ ਦਾ ਕੋਈ ਵੀ ਮੀਨਿੰਗ ਨਹੀਂ ਹੈ, ਨੋਟ ਡਿਫਾਈਨਡ ਹੈ। ਅਗਰ C ਆਪਸ਼ਨ ਦੇਖੀਏ ਤਾਂ ਉਹਦੇ ਵਿੱਚ ਦੇ ਰੱਖਿਆ ਕਿ 6 + 5 ਆਇਓਟਾ ਇਜ਼ ਗ੍ਰੇਟਰ ਦੈਨ 4 + 3 ਆਇਓਟਾ, ਤਾਂ ਇੱਥੇ ਵੀ ਗ੍ਰੇਟਰ ਦੈਨ ਦਾ ਸਾਈਨ, ਅਗਰ ਇੱਥੇ ਇਕੁਅਲ ਟੂ ਦਾ ਸਾਈਨ ਹੁੰਦਾ ਤਾਂ ਆਪਾਂ ਕਹਿ ਸਕਦੇ ਸੀ ਕਿ ਇਹ ਆਪਸ਼ਨ ਵੈਲਿਡ ਹੋ ਸਕਦੀ ਹੈ, ਲੇਕਿਨ ਇਹ ਵੀ ਆਪਸ਼ਨ ਵੈਲਿਡ ਨਹੀਂ ਹੈ। ਤਾਂ ਆਪਣੇ ਕੋਲ ਕੀ ਬਚਦਾ? ਨਨ ਆਫ ਦੀ ਦੀਜ਼। ਤਾਂ ਅਗਰ ਤੁਹਾਨੂੰ ਕੰਸੈਪਟ ਕਲੀਅਰ ਹੈ ਤਾਂ ਤੁਸੀਂ ਨਨ ਆਫ ਦੀ ਦੀਜ਼ ਚੂਜ਼ ਕਰ ਪਾਓਗੇ, ਨਹੀਂ ਤਾਂ ਨਨ ਆਫ ਦੀ ਦੀਜ਼ ਵੀ ਚੂਜ਼ ਨਹੀਂ ਕਰ ਪਾਓਗੇ। ਨੈਕਸਟ ਜਿਹੜੀ ਥਰਡ ਐਗਜ਼ਾਮਪਲ ਆ ਉਹਦੇ ਵਿੱਚ ਸਾਨੂੰ ਕਿਹਾ ਗਿਆ ਕਿ ਕਹਿੰਦੇ ਇਫ x + iota y ਗ੍ਰੇਟਰ ਦੈਨ ਐਂਡ ਇਕੁਅਲ ਟੂ 2 - 3 ਆਇਓਟਾ ਦੈਨ। ਹੁਣ ਇੱਥੇ ਸਾਨੂੰ ਪਤਾ ਹੈ ਕਿ Z1 ਜਿਹੜਾ ਉਹ Z1 ਜਿਹੜਾ ਉਹ x + iota y ਦੇ ਬਰਾਬਰ ਹੈ, Z2 ਜਿਹੜਾ 2 - 3 ਆਇਓਟਾ ਦੇ ਬਰਾਬਰ ਹੈ। ਤਾਂ ਇੱਥੇ ਕਿਹਾ ਗਿਆ ਕਿ Z1 ਗ੍ਰੇਟਰ ਦੈਨ ਐਂਡ ਇਕੁਅਲ ਟੂ Z2, ਇਹ ਆਪਾਂ ਨੂੰ ਕਿਹਾ ਗਿਆ ਦਿੱਤਾ ਹੈ ਇਫ ਅਗਰ ਹੋਵੇ ਦੈਨ। ਸਾਨੂੰ ਪਤਾ ਹੈ ਕਿ ਜਦੋਂ ਦੋ ਕੰਪਲੈਕਸ ਨੰਬਰ ਹੁਣੇ Z1 ਗ੍ਰੇਟਰ ਦੈਨ ਔਰ ਇਕੁਅਲ ਟੂ Z2 ਦਾ ਕੀ ਮਤਲਬ ਹੈ ਕਿ ਜਾਂ ਤਾਂ Z1 ਬਰਾਬਰ ਹੋਵੇਗਾ Z2 ਦੇ ਜਾਂ ਫਿਰ Z1 ਗ੍ਰੇਟਰ ਦੈਨ ਹੋਵੇਗਾ Z2 ਦੇ। ਆਪਾਂ ਕਿਹਾ ਸੀ ਇਹ ਕੀ ਆਪਣੇ ਕੋਲ ਮੀਨਿੰਗਫੁਲ ਹੈ, ਮੀਨਿੰਗਫੁਲ ਹੈ। ਇੱਕ
ਰਿਮਾਰਕ ਲਿਖਵਾਇਆ ਸੀ ਤੁਹਾਨੂੰ, ਉਸ ਦੇ ਵਿੱਚ ਮੈਂ ਦੱਸਿਆ ਸੀ ਕਿ ਅਗਰ ਇਕੁਅਲ ਟੂ ਦਾ ਸਾਈਨ ਆ ਜਾਏ ਤਾਂ ਇਕੁਅਲ ਟੂ ਦਾ ਸਾਈਨ ਦਾ ਮਤਲਬ ਹੁੰਦਾ ਹੈ ਕਿ ਇਨਇਕੁਐਲਿਟੀ ਜਿਹੜੀ ਉਹ ਮੀਨਿੰਗਫੁਲ ਹੈ, ਕਿਉਂਕਿ ਉਸ ਦੇ ਵਿੱਚ ਆਪਾਂ ਕਹਿ ਸਕਦੇ ਕੰਪਲੈਕਸ ਨੰਬਰ ਜਿਹੜੇ ਉਹ ਬਰਾਬਰ ਵੀ ਹੋ ਸਕਦੇ ਨੇ। ਤਾਂ ਇਸ ਕੇਸ ਦੇ ਵਿੱਚ ਆਪਾਂ ਨੂੰ ਦੇ ਰੱਖਿਆ x ਪਲਸ ਆਇਟਾ ਵਾਈ, ਅਤੇ ਦੂਸਰਾ ਕੰਪਲੈਕਸ ਨੰਬਰ ਦੇ ਰੱਖਿਆ ਹੈ ਉਹ ਆਪਣੇ ਕੋਲ 2 - 3 ਆਇਟਾ। ਕਹਿੰਦੇ ਅਗਰ ਦੋਨੇ ਕੰਪਲੈਕਸ ਨੰਬਰ ਜਿਹੜੇ ਬਰਾਬਰ ਨੇ ਜਾਂ ਇੱਕ ਦੂਸਰੇ ਤੋਂ ਗ੍ਰੇਟਰ ਨੇ ਤਾਂ ਕੀ ਹੋਵੇਗਾ। ਸਾਨੂੰ ਪਤਾ ਜਦ ਦੋ ਕੰਪਲੈਕਸ ਨੰਬਰ ਬਰਾਬਰ ਹੁੰਦੇ ਨੇ ਤਾਂ ਆਪਾਂ ਉੱਥੇ ਕਿਹਾ ਸੀ ਕਿ ਰੀਅਲ ਪਾਰਟ ਆਫ ਫਸਟ ਬਰਾਬਰ ਹੋਵੇਗਾ ਰੀਅਲ ਪਾਰਟ ਆਫ ਸੈਕਿੰਡ ਦੇ, ਅਤੇ ਇਮੈਜਨਰੀ ਪਾਰਟ ਆਫ ਫਸਟ ਬਰਾਬਰ ਹੋਵੇਗਾ ਇਮੈਜਨਰੀ ਪਾਰਟ ਆਫ ਸੈਕਿੰਡ ਦੇ। ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਤਾਂ ਇਸ ਕੇਸ 'ਚ ਕੀ ਹੋਵੇਗਾ, x ਜਿਹੜਾ ਉਹ ਬਰਾਬਰ ਹੋਵੇਗਾ ਕਿਹਦੇ, 2 ਦੇ, ਅਤੇ y ਜਿਹੜਾ ਬਰਾਬਰ ਹੋਵੇਗਾ ਉਹ ਬਰਾਬਰ ਹੋਵੇਗਾ -3 ਦੇ। ਤਾਂ ਕਿਹੜੀ ਆਪਸ਼ਨ ਜਿਹੜੀ ਫੁੱਲਫਿਲ ਹੋ ਰਹੀ ਹੈ, x ਬਰਾਬਰ ਹੈ 2 ਦੇ ਅਤੇ y ਬਰਾਬਰ ਹੈ -3 ਦੇ। ਆਪਸ਼ਨ ਸੀ ਆਪਣੇ ਕੋਲ ਜਿਹੜੀ ਹੈ ਉਹ ਫੁੱਲਫਿਲ ਹੋ ਰਹੀ ਹੈ। x ਆਪਣੇ ਕੋਲ ਆ ਗਿਆ 2 ਦੇ ਬਰਾਬਰ ਅਤੇ y ਆ ਗਿਆ -3 ਦੇ ਬਰਾਬਰ। ਤਾਂ ਬਹੁਤ ਹੀ ਈਜ਼ੀ ਹੋ ਜਾਂਦਾ ਹੈ ਜਦੋਂ ਆਪਣੇ ਕੋਲ ਕੰਸੈਪਟ ਕਲੀਅਰ ਹੋਵੇ, ਰਿਜ਼ਲਟਸ ਅਸੀਂ ਪੜ੍ਹੇ ਹੋਣ, ਪ੍ਰੋਪਰਟੀਜ਼ ਨੂੰ ਅਸੀਂ ਪੜ੍ਹਿਆ ਹੋਵੇ, ਸ਼ਾਰਟਕਟਸ ਬਾਰੇ ਅਸੀਂ ਜਾਣਦੇ ਹੋਈਏ। ਤਾਂ ਸ਼ਾਰਟਕਟਸ ਨੂੰ ਮੈਂ ਜ਼ਿਆਦਾ ਤਵੱਜੋ ਨਹੀਂ ਦਿੰਦਾ, ਜ਼ਿਆਦਾ ਮੈਂ ਉਹਨਾਂ ਬਾਰੇ ਇਹ ਨਹੀਂ ਕਹੂੰਗਾ ਕਿ ਤੁਸੀਂ ਰੱਟ ਕੇ ਜਾਓ, ਕਿਉਂਕਿ ਯਾਦ ਰੱਖਣੇ ਬਹੁਤ ਔਖੇ ਨੇ। 26 ਚੈਪਟਰ ਨੇ, 26 ਚੈਪਟਰ ਦੇ ਵਿੱਚ ਬਹੁਤ ਸਾਰੇ ਸ਼ਾਰਟਕਟਸ ਮਿਲ ਜਾਣਗੇ ਸਾਨੂੰ, ਲੇਕਿਨ ਉਹਨਾਂ ਨੂੰ ਯਾਦ ਰੱਖਣਾ ਬਹੁਤ ਮੁਸ਼ਕਿਲ ਹੈ। ਲੇਕਿਨ ਅਗਰ ਤੁਸੀਂ ਕੰਸੈਪਟ ਸਮਝਣ ਤੋਂ ਬਾਅਦ ਸ਼ਾਰਟਕਟ ਯਾਦ ਕਰੋਗੇ ਤਾਂ ਬਹੁਤ ਈਜ਼ੀ ਹੋ ਜਾਂਦਾ ਹੈ। ਫੋਰਥ ਜਿਹੜੀ ਐਗਜ਼ਾਮਪਲ ਹੈ ਉਹਦੇ ਵਿੱਚ ਪੁੱਛਿਆ ਗਿਆ ਕਿ ਵਿਚ ਆਫ ਦਾ ਫੋਲੋਇੰਗ ਇਜ਼ ਟਰੂ। ਦੱਸਣਾ ਵੀ ਕਿਹੜੀ ਜਿਹੜੀ ਆਪਸ਼ਨ ਹੈ ਉਹ ਟਰੂ ਹੈ। ਪਹਿਲੀ ਆਪਸ਼ਨ 'ਚ ਦੇ ਰੱਖਿਆ 2 + 3 ਆਇਟਾ ਗ੍ਰੇਟਰ ਦੈਨ 4 + 5 ਆਇਟਾ। ਨੈਕਸਟ ਆਪਸ਼ਨ 'ਚ ਦੇ ਰੱਖਿਆ 2 - 3 ਆਇਟਾ ਲੈਸ ਦੈਨ 4 + 5 ਆਇਟਾ। ਸੀ ਆਪਸ਼ਨ 'ਚ ਦੇ ਰੱਖਿਆ 4 - 5 ਆਇਟਾ ਗ੍ਰੇਟਰ ਦੈਨ 6। ਸਾਨੂੰ ਪਤਾ ਹੈ 6 ਕੀ ਆਪਣੇ ਕੋਲ ਰੀਅਲ ਨੰਬਰ ਹੈ, ਐਵਰੀ ਰੀਅਲ ਨੰਬਰ ਇਜ਼ ਆ ਕੰਪਲੈਕਸ ਨੰਬਰ। 6 ਨੂੰ ਅਸੀਂ 0 + 6 + 0 ਆਇਟਾ ਵੀ ਲਿਖ ਸਕਦੇ ਹਾਂ। ਤਾਂ ਇੱਥੇ ਰਿਵਾਈਜ਼ ਹੋ ਜਾਂਦੇ ਨੇ, ਆਪਣੇ ਪਿਛਲੀਆਂ ਪ੍ਰੋਪਰਟੀਜ਼ 'ਚੋਂ ਪੜ੍ਹੀਆਂ ਨੇ ਉਹਨਾਂ ਨੂੰ ਵੀ ਨਾਲ ਨਾਲ ਰਿਵਾਈਜ਼ ਕਰਦੇ ਰਹੋ ਤਾਂ ਕਿ ਤੁਹਾਨੂੰ ਅੱਗੇ ਪ੍ਰੋਬਲਮ ਨਾ ਆਵੇ। ਵਿਚ ਆਫ ਦਾ ਫੋਲੋਇੰਗ ਇਜ਼ ਟਰੂ, ਦੱਸਣਾ ਵੀ ਟਰੂ ਕਿਹੜੀ ਹੈ। ਹੁਣ ਇੱਥੇ ਦੇਖੋ ਤਾਂ ਸਾਰੇ ਜਿਹੜੇ ਆਪਸ਼ਨਸ ਨੇ ਉਹਨਾਂ ਦੇ ਵਿੱਚ ਗ੍ਰੇਟਰ ਦੈਨ ਜਾਂ ਫਿਰ ਲੈਸ ਦੈਨ ਦਾ ਸਿੰਬਲ ਹੈ। ਅਗਰ ਸਾਰੀ ਆਪਸ਼ਨ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਗ੍ਰੇਟਰ ਦੈਨ ਜਾਂ ਫਿਰ ਲੈਸ ਦੈਨ ਦਾ ਆਪਸ਼ਨ ਦੇ ਰੱਖਿਆ ਸਾਡੇ ਕੋਲ, ਕਿਤੇ ਵੀ ਇਕੁਅਲ ਦਾ ਸਾਈਨ ਨਹੀਂ ਹੈ। ਸਾਨੂੰ ਪਤਾ ਹੈ ਇਨਇਕੁਐਲਿਟੀ ਜਿਹੜੀ ਹੈ ਉਹ ਨੋਟ ਡਿਫਾਈਨਡ ਹੈ, ਉਹ ਮੀਨਿੰਗਲੈਸ ਹੈ। ਅਗਰ ਇਕੁਅਲ ਨਾ ਹੋਵੇ ਤਾਂ ਇਹਦੇ ਵਾਸਤੇ ਕੀ ਹੈ ਆਪਣੇ ਕੋਲ, ਬੈਸਟ ਆਪਸ਼ਨ ਕੀ ਹੈ, ਨਨ ਆਫ ਦੀਜ਼। ਫਿਫਥ ਜਿਹੜੀ ਐਗਜ਼ਾਮਪਲ ਹੈ ਉਹਦੇ ਵਿੱਚ ਫਿਰ ਐਗਜ਼ੈਮ ਪੁੱਛਿਆ ਗਿਆ ਕਿ ਕਿਹੜੀ ਆਪਸ਼ਨ ਕਰੈਕਟ ਹੈ, ਦੱਸਣਾ ਹੈ ਅਸੀਂ। ਇਹ ਆਪਸ਼ਨ ਜਿਹੜੀ ਦੇ ਰੱਖੀ ਆ ਉਸ ਦੇ ਵਿੱਚ 5 + 3 ਆਇਟਾ ਗ੍ਰੇਟਰ ਦੈਨ 6 + 4 ਆਇਟਾ ਦੇ ਰੱਖਿਆ ਹੈ। ਬੀ ਆਪਸ਼ਨ ਦੇ ਵਿੱਚ 5 + 3 ਆਇਟਾ ਇਜ਼ ਇਕੁਅਲ ਟੂ 6 + 4 ਆਇਟਾ ਦੇ ਰੱਖਿਆ ਹੈ। ਅਤੇ ਜਿਹੜੀ ਸੀ ਆਪਸ਼ਨ ਹੈ ਉਸ ਦੇ ਵਿੱਚ ਦੇ ਰੱਖਿਆ 5 + 3 ਆਇਟਾ ਇਜ਼ ਲੈਸ ਦੈਨ 6 + 4 ਆਇਟਾ ਦੇ ਬਰਾਬਰ। ਅਤੇ ਫੋਰਥ ਜਿਹੜੀ ਲਾਸਟ ਆਪਸ਼ਨ ਦੇ ਰੱਖੀ ਉਹ ਹੈਗੀ ਹੈ ਨਨ ਆਫ ਦੀਜ਼। ਜਿਹੜਾ ਫਿਫਥ ਕੁਐਸਚਨ ਹੈ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਪਿਛਲੀ ਵਾਰ ਦੇ ਪੇਪਰਾਂ 'ਚ ਆਇਆ ਹੋਇਆ ਹੈ। ਤੁਸੀਂ ਇਸ ਨੂੰ ਦੇਖ ਕੇ ਬਹੁਤ ਹੀ ਜਲਦੀ ਜਿਹੜਾ ਟਿਕ ਕਰ ਦੋਗੇ ਕਰੈਕਟ ਆਪਸ਼ਨ, ਲੇਕਿਨ ਤੁਹਾਡਾ ਆਨਸਰ ਜਿਹੜਾ ਉਹ ਗਲਤ ਹੋਵੇਗਾ। ਇਸ ਨੂੰ ਟਰਾਈ ਕਰਿਓ ਅਤੇ ਫਿਰ ਜੇ ਅਗਰ ਨਾ ਸਮਝ ਆਵੇ ਤਾਂ ਮੈਨੂੰ ਪੁੱਛਿਓ। ਇਸ ਦੀ ਜਿਹੜੀ ਕਰੈਕਟ ਆਪਸ਼ਨ ਹੈ ਉਹ ਮੈਂ ਲਾਸਟ 'ਤੇ ਦੱਸ ਦੇਵਾਂਗਾ, ਜਦੋਂ ਲੈਕਚਰ ਖਤਮ ਹੋਵੇਗਾ ਮੈਂ ਇਸਦੀ ਆਨਸਰ ਜਿਹੜੇ ਕੀ ਆ ਉਹ ਮੈਂ ਦੱਸ ਦੇਵਾਂਗਾ ਕਿ ਇਹਦਾ ਕੀ ਆਨਸਰ ਹੈ। ਫਿਫਥ ਜੋ ਐਗਜ਼ਾਮਪਲ ਹੈ ਇਹਦਾ ਕੀ ਆਨਸਰ ਹੈ ਉਹ ਜਦੋਂ ਇਹ ਲੈਕਚਰ ਖਤਮ ਹੋਵੇਗਾ ਉਦੋਂ ਮੈਂ ਦੱਸ ਦੇਵਾਂਗਾ। ਤਾਂ ਤੁਸੀਂ ਪੌਜ਼ ਕਰਕੇ ਵੀਡੀਓ ਨੂੰ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਅਤੇ ਆਪਣੇ ਜਿਹੜੇ ਆਨਸਰ ਨੇ ਉਹ ਮੇਰੇ ਆਨਸਰ ਨਾਲ ਮੈਚ ਕਰਕੇ ਦੇਖੋ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕੀ ਗਲਤੀ ਹੈ। ਫਿਫਥ ਕੁਐਸਚਨ ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ ਵਧੀਆ ਕੁਐਸਚਨ ਹੈ। ਇਸ ਕੁਐਸਚਨ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਅਤੇ ਜਦੋਂ ਤੁਸੀਂ ਇਸ ਨੂੰ ਕਰੋਗੇ ਤਾਂ ਲਾਜ਼ਮੀ ਗਲਤੀ ਹੋਵੇਗੀ ਹੀ ਹੋਵੇਗੀ। ਲਾਸਟ 'ਤੇ ਮੈਂ ਇਹਦੀ ਆਨਸਰ ਬਾਰੇ ਦੱਸ ਦਿਆਂਗਾ। ਨੈਕਸਟ ਅਸੀਂ ਪੜ੍ਹਨ ਜਾ ਰਹੇ ਹਾਂ ਅਲਜੈਬਰਾ ਆਫ ਕੰਪਲੈਕਸ ਨੰਬਰਸ ਬਾਰੇ। ਅਲਜੈਬਰਾ ਦੇ ਵਿੱਚ ਅਸੀਂ ਪੜ੍ਹਦੇ ਹਾਂ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ ਆਪਰੇਸ਼ਨਸ ਬਾਰੇ। ਅਤੇ ਕੰਪਲੈਕਸ ਨੰਬਰਸ ਦੇ ਵਿੱਚ ਅਸੀਂ ਇਹਨਾਂ ਆਪਰੇਸ਼ਨ ਨੂੰ ਕਿਵੇਂ ਅਪਲਾਈ ਕਰਦੇ ਹਾਂ ਜਾਂ ਇਹਨਾਂ ਬਾਰੇ ਕੀ ਪ੍ਰੋਪਰਟੀਜ਼ ਪੜ੍ਹਦੇ ਹਾਂ ਉਹ ਅਸੀਂ ਹੁਣ ਨੈਕਸਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਐਡੀਸ਼ਨ ਆਫ 2 ਕੰਪਲੈਕਸ ਨੰਬਰਸ ਜਾਂ ਐਡੀਸ਼ਨ ਆਫ ਕੰਪਲੈਕਸ ਨੰਬਰਸ ਬਾਰੇ। ਐਡੀਸ਼ਨ ਦੇ ਬਾਰੇ ਪੜ੍ਹਨ ਜਾ ਰਹੇ ਹਾਂ ਕਿ ਐਡੀਸ਼ਨ ਦਾ ਕੰਸੈਪਟ ਕਿਵੇਂ, ਆਪਰੇਸ਼ਨ ਕਿਵੇਂ ਲਾਗੂ ਹੁੰਦਾ ਹੈ। ਤਾਂ ਐਡੀਸ਼ਨ ਜੋ ਹੈ ਉਹ ਡਿਫਾਈਨਡ in complex numbers if ਐਡੀਸ਼ਨ ਕਦੋਂ ਡਿਫਾਈਨਡ ਹੋਵੇਗੀ, if ਅਗਰ ਆਪਣੇ ਕੋਲ z1 ਜੋ ਹੈ ਉਹ x + ਆਇਟਾ y1 ਦੇ ਰੱਖਿਆ ਹੋਵੇ ਮੰਨ ਲਓ,
ਤੇ ਜਿਹੜਾ Z2 ਹੈ ਉਹ ਆਪਣੇ ਕੋਲ ਦੇ ਰੱਖਿਆ ਹੋਵੇ x2 plus ਆਈਟਾ y2 ਸਪੋਜ਼ ਆਪਾਂ ਨੂੰ ਦੇ ਰੱਖਿਆ ਤਾਂ ਐਡੀਸ਼ਨ ਡਿਫਾਈਨਡ ਹੋਵੇਗੀ ਕਿਸ ਤਰ੍ਹਾਂ Z1 plus Z2 ਕਿਸ ਦੇ ਬਰਾਬਰ ਹੋਵੇਗਾ ਉਹ ਬਰਾਬਰ ਹੋਵੇਗਾ ਰੀਅਲ ਪਾਰਟ ਆਫ ਫਸਟ ਕੰਪਲੈਕਸ ਨੰਬਰ with real part of second complex number plus iota the imaginary part of first complex number plus imaginary part of second complex number ਤਾਂ ਕਿਹਦੇ ਕੋਲ ਹੋਵੇਗਾ Z1 plus Z2 ਬਰਾਬਰ ਹੋਵੇਗਾ x1 plus x2 ਰੀਅਲ ਪਾਰਟ ਦੀ ਐਡੀਸ਼ਨ plus iota y1 plus y2 ਇਮੈਜਨਰੀ ਪਾਰਟ ਦੀ ਐਡੀਸ਼ਨ ਤਾਂ ਰੀਅਲ ਪਾਰਟ ਨੂੰ ਐਡ ਕਰ ਦੇਣਾ ਪਲੱਸ ਆਇਟਾ ਇਮੈਜਨਰੀ ਪਾਰਟ ਨੂੰ ਐਡ ਕਰ ਦੇਣਾ ਤਾਂ ਆਪਣੇ ਕੋਲ ਦੋਨੇ ਕੰਪਲੈਕਸ ਨੰਬਰ ਦੀ ਕੀ ਆ ਜੂਗੀ ਐਡੀਸ਼ਨ ਆ ਜੂਗੀ ਇੱਕ ਐਗਜ਼ਾਮਪਲ ਕਰਕੇ ਦੇਖਦੇ ਹਾਂ ਸਪੋਜ਼ ਆਪਾਂ ਨੂੰ ਕਹਿ ਦਿੱਤਾ ਜਾਵੇ ਕਿ Z1 ਤੁਹਾਡੇ ਕੋਲ 2 + 3 ਆਇਟਾ ਹੈ ਅਤੇ Z2 ਆਪਣੇ ਕੋਲ ਹੈ 2 - 3 ਆਇਟਾ ਤਾਂ ਦੋਨਾਂ ਦੀ ਜਿਹੜੀ ਐਡੀਸ਼ਨ ਹੈ ਉਹਦੇ ਬਾਰੇ ਪਤਾ ਕਰੋ Z1 + Z2 ਦੇ ਪਤਾ ਕਰੋ ਕਿ ਕਿੰਨਾ ਆ ਰਿਹਾ ਤਾਂ ਸੋਲਿਊਸ਼ਨ ਵਿੱਚ ਅਸੀਂ ਕੀ ਕਰਾਂਗੇ ਅਸੀਂ ਕਹਾਂਗੇ ਕਿ Z1 + Z2 ਕਿਹਦੇ ਬਰਾਬਰ ਹੁੰਦਾ ਹੈ x1 + x2 plus ਆਇਟਾ y1 + y2 ਰੀਅਲ ਪਾਰਟ ਦਾ ਸਮ ਤੇ ਇਮੈਜਨਰੀ ਪਾਰਟ ਦਾ ਸਮ x1 ਦੀ ਵੈਲਿਊ ਆਪਣੇ ਕੋਲ ਕਿੰਨੀ ਹੈ 2 x2 ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 2 2 + 2 ਪਲੱਸ ਆਇਟਾ y1 ਦੀ ਵੈਲਿਊ ਕਿੰਨੀ ਹੈ 3 y2 ਦੀ ਵੈਲਿਊ ਕਿੰਨੀ ਹੈ -3 3 ਨਾਲ 3 ਨਾਲ ਕੈਂਸਲ ਆਊਟ ਹੋ ਗਏ ਕਿੰਨਾ ਆ ਗਿਆ 4 प्लस आइटा इंटू 0 आंसर कितना आ गया 4 तो इस तरह एडिशन का जो ऑपरेशन है वो असी कंपलैक्स नंबर के विच यूटिलाइज करते हैं सैकेंड अपने को की है सबट्रैक्शन अच्छा सबट्रैक्शन तो पहला एक होर जी इंपॉर्टेंट ऑपरेशन है वो हैगी एडिटिव इनवर्स ऑफ कंपलैक्स नंबर एडिटिव इनवर्स ऑफ ਕੰਪਲੈਕਸ ਨੰਬਰਸ ਐਡੀਟਿਵ ਇਨਵਰਸ ਆਫ ਕੰਪਲੈਕਸ ਨੰਬਰਸ ਦੇ ਵਿੱਚ ਅਸੀਂ ਕੀ ਕਹਿੰਦੇ ਆ ਵੀ ਅਗਰ ਤੁਸੀਂ ਪੜ੍ਹੋ ਤਾਂ ਐਡੀਟਿਵ ਐਡ ਹੋਣਾ ਚਾਹੀਦਾ ਤੇ ਉਹਦਾ ਇਨਵਰਸ ਹੋਣਾ ਚਾਹੀਦਾ ਐਡ ਹੋਣਾ ਚਾਹੀਦਾ ਤੇ ਇਨਵਰਸ ਹੋਣਾ ਚਾਹੀਦਾ ਅਸੀਂ ਐਡੀਟਿਵ ਇਨਵਰਸ ਆਫ ਕੰਪਲੈਕਸ ਨੰਬਰ ਨੂੰ ਕਿਸ ਤਰ੍ਹਾਂ ਡਿਨੋਟ ਕਰਦੇ ਆ ਇਟ ਇਜ਼ denoted by माइनस ऑफ z अगर अपने को z कोई कंपलैक्स नंबर दिता है तो उसकी एडिटिव इनवर्स की होगी -z होगी and it is defined as z plus minus of z is equal to 0 plus 0 आइटा ਤਾਂ ਐਡੀਟਿਵ ਇਨਵਰਸ ਕਦੋਂ ਡਿਫਾਈਨਡ ਹੋਊਗੀ ਜਦੋਂ ਆਪਾਂ ਦੋਨੇ ਕੰਪਲੈਕਸ ਨੰਬਰਸ ਨੂੰ ਐਡ ਕਰਾਂਗੇ ਤਾਂ ਆਪਣੇ ਕੋਲ ਆਨਸਰ ਕੀ ਆਏਗਾ 0 ਤਾਂ ਆਪਾਂ ਕਹਾਂਗੇ ਐਡੀਟਿਵ ਇਨਵਰਸ ਕੀ ਹੈ ਕੰਪਲੈਕਸ ਨੰਬਰ 'ਚ ਡਿਫਾਈਨਡ ਹੈ ਜੇ ਅਗਰ ਆਪਣੇ ਕੋਲ z ਜੋ ਹੈ ਕੰਪਲੈਕਸ ਨੰਬਰ ਦਿੱਤਾ ਹੈ ਤਾਂ -z ਕੀ ਹੋਵੇਗਾ ਉਹਦਾ ਐਡੀਟਿਵ ਇਨਵਰਸ ਹੋਵੇਗਾ ਤੇ ਡਿਫਾਈਨਡ ਕਦੋਂ ਹੋਊਗੀ ਜਦੋਂ ਉਹਨਾਂ ਨੂੰ ਜੋੜਨ ਤੇ 0 ਆਵੇਗਾ ਇੱਕ ਐਗਜ਼ਾਮਪਲ ਦੇਖ ਲੈਂਦੇ ਆ ਕਹਿੰਦਾ ਐਡੀਟਿਵ ਇਨਵਰਸ of 7 plus 5 iota is 7 plus 5 iota ਦਾ ਐਡੀਟਿਵ ਇਨਵਰਸ ਦੱਸਣਾ ਕੀ ਹੋਵੇਗਾ ਸੋਲੂਸ਼ਨ ਦੇਖਦੇ ਹਾਂ ਆਪਾਂ ਨੂੰ ਪਤਾ ਹੈ ਅਸੀਂ ਆਪਾਂ ਪਹਿਲਾਂ ਕੀ ਕਰਾਂਗੇ ਸਪੋਜ਼ ਕਰ ਲਾਂਗੇ z ਨੂੰ 7 plus 5 iota ਦੇ ਬਰਾਬਰ ਕਿਉਂਕਿ ਜਦੋਂ ਆਪਾਂ z ਦੇ ਬਰਾਬਰ ਸਪੋਜ਼ ਕਰ ਲੈਣਾ ਤਾਂ ਸਮਝਣਾ ਥੋੜਾ ਈਜ਼ੀ ਹੋ ਜਾਂਦਾ ਤਾਂ z ਨੂੰ ਅਸੀਂ ਕੀ ਮੰਨ ਲਿਆ 7 plus 5 iota ਤਾਂ ਆਪਾਂ ਨੂੰ ਪਤਾ ਹੈ ਕਿ ਐਡੀਟਿਵ ਇਨਵਰਸ z ਦਾ ਕੀ ਹੋਵੇਗਾ वो होएगा -z की अपने को एडिटिव इनवर्स AI मतलब एडिटिव इनवर्स ऑफ z तो z ਦੇ ਵਿੱਚ अगर z ਦੀ ਵੈਲਿਊ ਕਿੰਨੀ ਹੈ 7 plus 5 आइटा ਤੇ -z ਦੀ ਵੈਲਿਊ ਕਿੰਨੀ ਹੋਊਗੀ -7 plus 5 आइटा ਤਾਂ ਕਿੰਨਾ ਆਨਸਰ ਆ ਗਿਆ -7 -5 आइटा ਤਾਂ ਜਿਹੜੀ ਆਪਸ਼ਨ ਦੇ ਵਿੱਚ -7 -5 आइटा ਦੇ ਰੱਖਿਆ ਉਹ ਆਪਸ਼ਨ ਕੀ ਹੋਊਗੀ ਆਪਣੇ ਕੋਲ ਕਰੈਕਟ ਹੋਊਗੀ ਤਾਂ ਇਸ ਤਰ੍ਹਾਂ ਤੁਹਾਨੂੰ ਸਵਾਲ ਪੁੱਛ ਸਕਦੇ ਨੇ ਕਿ ਐਡੀਟਿਵ ਇਨਵਰਸ ਦੱਸੋ ਇਸ ਕੰਪਲੈਕਸ ਨੰਬਰ ਦਾ ਤਾਂ ਤੁਸੀਂ ਕੀ ਕਰਨਾ ਹੈ ਉਸ ਕੰਪਲੈਕਸ ਨੰਬਰ ਨੂੰ ਸਿਰਫ ਕੀ ਕਰ ਦੇਣਾ ਮਾਈਨਸ ਨਾਲ ਮਲਟੀਪਲਾਈ ਕਰ ਦੇਣਾ ਤਾਂ ਆਪਣੇ ਕੋਲ ਕੀ ਆ ਜਾਊਗਾ ਐਡੀਟਿਵ ਇਨਵਰਸ ਉਸ ਦਾ ਆ ਜਾਏਗਾ ਨੈਕਸਟ ਆਪਣੇ ਕੋਲ ਸਬਟ੍ਰੈਕਸ਼ਨ ਦਾ ਆਪਰੇਸ਼ਨ ਬਾਰੇ ਪੜ੍ਹਦੇ ਸਬਟ੍ਰੈਕਸ਼ਨ ਦੇ ਬਾਰੇ ਪੜ੍ਹਦੇ ਹਾਂ ਸਬਟ੍ਰੈਕਸ਼ਨ ਦੇ ਵਿੱਚ ਬਹੁਤ ਹੀ ਇੰਟਰਸਟਿੰਗ ਹੈ सबट्रैक्शन ਦੇ ਵਿੱਚ ਕੀ ਹੁੰਦਾ ਹੈ ਇਹ ਨੋਟ ਡਿਫਾਈਨਡ ਹੁੰਦੀ ਹੈ not defined subtraction is not defined in complex number
ਕਿਵੇਂ ਕਹਿ ਸਕਦੇ ਹਾਂ ਕਿ Z1 ਮਾਈਨਸ Z2 ਇਜ਼ ਨੋਟ ਡਿਫਾਈਨਡ। ਨੋਟ ਡਿਫਾਈਨਡ ਹੈ ਜੀ ਕੰਪਲੈਕਸ ਨੰਬਰ ਦੇ ਵਿੱਚ ਸਬਟਰੈਕਸ਼ਨ। ਪਰ ਅਗਰ ਆਪਾਂ ਮੈਥਮੈਟਿਕਲੀ ਸੋਲਵ ਕਰਨਾ ਹੈ, ਕੈਲਕੂਲੇਸ਼ਨ ਸੋਲਵ ਕਰਨੀਆਂ ਨੇ ਮੈਟ੍ਰਿਕਸ ਦੇ ਵਿੱਚ, ਵੈਕਟਰ ਦੇ ਵਿੱਚ, ਆਪਾਂ ਕੀ ਯੂਜ਼ ਕਰਦੇ ਹਾਂ, ਕੰਸੈਪਟ ਯੂਜ਼ ਕਰਦੇ ਹਾਂ ਐਡੀਟਿਵ ਇਨਵਰਸ ਦਾ। ਦੇਖੋ ਜੀ, ਜਿਹੜੀ ਕੰਪਲੈਕਸ ਨੰਬਰ ਨੇ ਉਹਨਾਂ ਦੇ ਵਿੱਚ ਸਬਟਰੈਕਸ਼ਨ ਡਿਫਾਈਨਡ ਨਹੀਂ ਹੈ, ਲੇਕਿਨ ਅਸੀਂ ਐਡੀਟਿਵ ਇਨਵਰਸ ਦੀ ਹੈਲਪ ਦੇ ਨਾਲ ਆਪਰੇਸ਼ਨ ਸਬਟਰੈਕਸ਼ਨ ਨੂੰ ਸੋਲਵ ਕਰ ਲੈਂਦੇ ਹਾਂ ਮੈਥਮੈਟਿਕਲੀ। ਕਿਸ ਤਰ੍ਹਾਂ, ਦੇਖੋ ਆਪਾਂ ਨੂੰ ਕਿਹਾ ਗਿਆ ਕਿ Z1 ਮਾਈਨਸ Z2 ਹੈ ਜਿਹੜਾ, ਉਹ ਕੀ ਹੈ, ਨੋਟ ਵੈਲਿਡ ਹੈ, ਇਹ ਵੈਲਿਡ ਨਹੀਂ ਹੈ, ਸਬਟਰੈਕਸ਼ਨ ਵੈਲਿਡ ਨਹੀਂ ਹੈ। ਲੇਕਿਨ ਅਸੀਂ ਆਲਰੇਡੀ ਪੜ੍ਹਿਆ ਕਿ Z ਦਾ ਜਿਹੜਾ ਐਡੀਟਿਵ ਇਨਵਰਸ ਆ ਉਹ ਕੀ ਹੁੰਦਾ ਹੈ, ਮਾਈਨਸ Z, ਤੇ ਕਦੋਂ ਡਿਫਾਈਨਡ ਹੁੰਦਾ ਹੈ, ਜਦੋਂ Z ਪਲਸ ਮਾਈਨਸ ਆਫ Z ਬਰਾਬਰ ਆ ਜੇ 0 ਦੇ। ਤਾਂ ਤੁਸੀਂ ਅਗਰ ਧਿਆਨ ਨਾਲ ਦੇਖੋਗੇ ਤਾਂ ਇਹ ਜਿਹੜੀ ਆਪਾਂ ਆਪਰੇਸ਼ਨ ਲਗਾਇਆ, ਇਹ ਵੈਸੇ ਅਸੀਂ ਸਬਟਰੈਕਸ਼ਨ ਦਾ ਹੀ ਲਗਾਇਆ ਹੈ, ਸਬਟਰੈਕਸ਼ਨ ਦਾ ਹੀ ਲਗਾਇਆ ਨਾ, ਲੇਕਿਨ ਅਸੀਂ ਇਸ ਨੂੰ ਕਿਵੇਂ ਯੂਜ਼ ਕਰ ਲਿਆ, ਅਸੀਂ ਕੰਪਲੈਕਸ ਨੰਬਰ ਦਾ ਐਡੀਟਿਵ ਇਨਵਰਸ ਕਰਕੇ ਉਹਨੂੰ ਜੋੜਤਾ, ਤਾਂ ਆਪਰੇਸ਼ਨ ਤਾਂ ਸਬਟਰੈਕਸ਼ਨ ਦਾ ਹੀ ਲੱਗਿਆ ਹੈ, ਲੇਕਿਨ ਕਿਉਂਕਿ ਸਬਟਰੈਕਸ਼ਨ ਤਾਂ ਡਿਫਾਈਨਡ ਨਹੀਂ ਹੈ, ਤਾਂ ਕੈਲਕੂਲੇਸ਼ਨਸ ਲਈ ਅਸੀਂ ਐਡੀਟਿਵ ਇਨਵਰਸ ਦਾ ਯੂਜ਼ ਕਰਦੇ ਹਾਂ। ਤਾਂ ਕਿਸ ਤਰ੍ਹਾਂ, ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ, ਇੱਕ ਐਗਜ਼ਾਮਪਲ ਦੇਖਦੇ ਹਾਂ ਸਬਟਰੈਕਸ਼ਨ ਦੀ। ਕਹਿੰਦਾ ਫਾਈਂਡ Z1 ਮਾਈਨਸ Z2 ਵੇਅਰ Z1 ਜੋ ਹੈ ਆਪਣੇ ਕੋਲ ਦੇ ਰੱਖਿਆ ਹੈ x1 ਪਲਸ ਆਈਟਾ y1 ਐਂਡ Z2 ਆਪਣੇ ਕੋਲ ਦੇ ਰੱਖਿਆ ਹੈ x2 ਪਲਸ ਆਈਟਾ y2। ਕਹਿੰਦੇ Z1 ਮਾਈਨਸ Z2 ਪਤਾ ਕਰੋ ਇਸ ਦਾ। ਤਾਂ ਆਪਾਂ ਨੂੰ ਪਤਾ ਹੈ ਕਿ Z1 ਦੀ ਵੈਲਿਊ ਕਿੰਨੀ ਹੈ ਆਪਣੇ ਕੋਲ, Z1 ਦੀ ਵੈਲਿਊ ਕਿੰਨੀ ਹੈ, x ਪਲਸ ਆਈਟਾ y1, x1 ਪਲਸ ਆਈਟਾ y1, ਤੇ Z2 ਦੀ ਵੈਲਿਊ ਕਿੰਨੀ ਹੈ, x2 ਪਲਸ ਆਈਟਾ y2। ਹੁਣ ਆਪਾਂ ਨੂੰ ਪਤਾ ਹੈ Z1 ਮਾਈਨਸ Z2 ਕੀ ਹੈ, ਇਹ ਨੋਟ ਡਿਫਾਈਨਡ ਹੈ, ਲੇਕਿਨ ਆਪਾਂ ਕੀ ਕਹਿ ਸਕਦੇ ਹਾਂ, ਆਪਾਂ ਕਹਿ ਸਕਦੇ ਹਾਂ ਕਿ Z1 ਨੂੰ ਪਲਸ ਕੀਤਾ ਕਿਹਦੇ ਨਾਲ, ਐਡੀਟਿਵ ਇਨਵਰਸ ਆਫ Z2 ਦੇ ਨਾਲ। ਤਾਂ ਹੁਣ ਉਹੀ ਗੱਲ ਬਣ ਗਈ ਨਾ, Z1 ਦੀ ਜਗ੍ਹਾ ਕੀ ਲਿਖਾਂਗੇ, x1 ਪਲਸ ਆਈਟਾ y1 ਪਲਸ ਬ੍ਰੈਕਟ ਦੇ ਵਿੱਚ ਮਾਈਨਸ ਆਫ Z2, ਤਾਂ ਮਾਈਨਸ ਆਫ Z2 ਕਿੰਨਾ ਆ ਗਿਆ ਆਪਣੇ ਕੋਲ, ਮਾਈਨਸ ਆਫ x2 ਪਲਸ ਆਈਟਾ y1, ਜਾਂ ਫਿਰ ਮਾਈਨਸ x2 ਮਾਈਨਸ ਆਈਟਾ y2। ਤਾਂ ਇੱਥੇ ਕੀ ਲਿਖਾਂਗੇ, ਮਾਈਨਸ x2 ਮਾਈਨਸ ਆਈਟਾ y2 ਲਿਖਤਾ। ਹੁਣ ਬ੍ਰੈਕਟ ਓਪਨ ਕਰਤੀ, x1 ਪਲਸ ਆਈਟਾ y1 ਮਾਈਨਸ x2 ਮਾਈਨਸ ਆਈਟਾ y1। ਰੀਅਲ ਪਾਰਟ ਤੇ ਇਮੈਜਨਰੀ ਪਾਰਟ ਨੂੰ ਅਲੱਗ-ਅਲੱਗ ਕਰ ਲਿਆ, x1 ਮਾਈਨਸ x2 ਆ ਗਿਆ, ਆਈਟਾ ਕਾਮਨ ਆ ਗਿਆ, ਪਲਸ y1 ਮਾਈਨਸ y2। ਇਹ ਆ ਗਿਆ ਜੀ ਆਪਣੇ ਕੋਲ ਸਬਟਰੈਕਸ਼ਨ ਦਾ ਫਾਰਮੂਲਾ, ਜਿਹੜਾ ਕਿ ਆਪਾਂ ਯਾਦ ਨਹੀਂ ਰੱਖਣਾ, ਆਪਾਂ ਸਿਰਫ ਇਹ ਯਾਦ ਰੱਖਣਾ ਕਿ ਅਗਰ ਆਪਾਂ ਨੂੰ ਸਬਟਰੈਕਸ਼ਨ ਕਿਹਾ ਜਾਵੇ, ਅਗਰ ਤੁਹਾਨੂੰ ਸਵਾਲ ਆ ਜਾਏ ਕਿ ਫਾਈਂਡ Z1 ਮਾਈਨਸ Z2 ਵੈਦਰ ਇਟ ਇਜ਼ ਵੈਲਿਡ ਔਰ ਨੋਟ, ਅਗਰ ਆਪਸ਼ਨ ਦੇ ਵਿੱਚ ਦੇ ਰੱਖਿਆ ਹੋਵੇ ਕਿ ਤੁਹਾਡੇ ਕੋਲ ਕਿ Z1 ਮਾਈਨਸ Z2 ਜਿਹੜਾ ਬਰਾਬਰ 2 ਦੇ ਹੈ, ਜਾਂ ਫਿਰ Z1 ਮਾਈਨਸ Z2 ਬਰਾਬਰ ਹੈ 7 ਦੇ, ਇੱਕ ਆਪਸ਼ਨ ਦੇ ਰੱਖੀ ਹੋਵੇ ਕਿ ਨੋਟ ਡਿਫਾਈਨਡ, ਤਾਂ ਆਪਾਂ ਕਹਾਂਗੇ ਸਬਟਰੈਕਸ਼ਨ ਇਜ਼ ਨੋਟ ਡਿਫਾਈਨਡ। ਸਬਟਰੈਕਸ਼ਨ ਜਿਹੜੀ ਹੈ ਨੋਟ ਡਿਫਾਈਨਡ। ਅਗਰ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਸਬਟਰੈਕਸ਼ਨ ਆਫ ਟੂ ਕੰਪਲੈਕਸ ਨੰਬਰ Z1 ਐਂਡ Z2 ਇਜ਼ ਬਰਾਬਰ 2 ਦੇ ਰੱਖੀ ਹੋਵੇ, 7 ਦੇ ਰੱਖੀ ਹੋਵੇ, ਨੋਟ ਡਿਫਾਈਨਡ, ਤਾਂ ਅਸੀਂ ਨੋਟ ਡਿਫਾਈਨਡ ਹੀ ਕਹਾਂਗੇ, ਕਿਉਂਕਿ ਸਬਟਰੈਕਸ਼ਨ ਜਿਹੜਾ ਉਹ ਡਿਫਾਈਨਡ ਨਹੀਂ ਹੈ। ਲੇਕਿਨ ਮੈਥਮੈਟਿਕਲੀ ਅਗਰ ਅਸੀਂ ਕਿਸੇ ਤੋਂ ਕੰਪਲੈਕਸ ਨੰਬਰ ਨੂੰ ਸੋਲਵ ਕਰਨਾ ਤਾਂ ਅਸੀਂ ਐਡੀਟਿਵ ਇਨਵਰਸ ਦੀ ਹੈਲਪ ਲੈਂਦੇ ਹਾਂ ਉਹਨੂੰ ਸੋਲਵ ਕਰਨ ਲਈ। ਤਾਂ ਇਹ ਜਿਹੜਾ ਫਾਰਮੂਲਾ ਆ ਚੁੱਕਿਆ ਹੈ, ਲੇਕਿਨ ਅਗਰ ਅਸੀਂ ਕੁਐਸਚਨ ਨੂੰ ਸੋਲਵ ਕਰਨਾ ਤਾਂ ਸਿੰਪਲੀ ਉਹਦਾ ਐਡੀਟਿਵ ਇਨਵਰਸ ਕਰਕੇ ਜੋੜ ਦਾਂਗੇ, ਠੀਕ ਹੈ ਜੀ। ਤਾਂ ਉਹਦੇ ਨਾਲ ਆਪਣੇ ਕੋਲ ਕੀ ਆ ਜਾਏਗਾ, ਆਨਸਰ ਆ ਜਾਵੇਗਾ ਸਬਟਰੈਕਸ਼ਨ ਆਫ ਟੂ ਕੰਪਲੈਕਸ ਨੰਬਰਸ ਦਾ। ਫੋਰਥ ਹੈ ਜੀ ਆਪਣੇ ਕੋਲ ਕੰਸੈਪਟ ਹੈਗਾ ਮਲਟੀਪਲੀਕੇਸ਼ਨ ਦਾ। ਫੋਰਥ ਹੈ ਆਪਣੇ ਕੋਲ ਮਲਟੀਪਲੀਕੇਸ਼ਨ ਆਫ ਟੂ ਕੰਪਲੈਕਸ ਨੰਬਰਸ, ਜਾਂ ਟੂ ਕੰਪਲੈਕਸ ਨੰਬਰਸ ਨਹੀਂ, ਮਲਟੀਪਲੀਕੇਸ਼ਨ ਆਫ ਕੰਪਲੈਕਸ ਨੰਬਰਸ ਵੀ ਕਹਿ ਸਕਦੇ ਹਾਂ। ਤਾਂ ਮਲਟੀਪਲੀਕੇਸ਼ਨ ਜਿਹੜੀ ਆ ਉਹ ਹੁੰਦੀ ਹੈ, ਇਸ ਦੇ ਵਿੱਚ ਡਿਫਾਈਨਡ ਹੁੰਦੀ ਹੈ ਕੰਪਲੈਕਸ ਨੰਬਰਸ ਦੇ ਵਿੱਚ। ਮਲਟੀਪਲੀਕੇਸ਼ਨ ਕੀ ਹੈ, ਡਿਫਾਈਨਡ। ਸਪੋਜ਼ ਆਪਣੇ ਕੋਲ Z1 ਕੋਈ ਕੰਪਲੈਕਸ ਨੰਬਰ ਦੇ ਰੱਖਿਆ x1 ਪਲਸ ਆਈਟਾ y1, Z2 ਆਪਣੇ ਕੋਲ ਅਨਦਰ ਕੰਪਲੈਕਸ ਨੰਬਰ ਦੇ ਰੱਖਿਆ Z2 ਪਲਸ ਆਈਟਾ y2। ਤਾਂ Z1 ਇੰਟੂ Z2 ਜਿਹੜਾ ਹੋਗਾ ਉਹ ਡਿਫਾਈਨਡ ਹੋਵੇਗਾ, ਅਤੇ ਕਿਸ ਦੇ ਬਰਾਬਰ ਹੋਵੇਗਾ, ਆਪਾਂ ਜਸਟ ਕੀ ਕਰਨਾ ਹੈ, Z1 ਦੀ ਵੈਲਿਊ ਸਬਸਟੀਟਿਊਟ ਕਰ ਦੇਣੀ ਹੈ। ਇੱਕ ਗੱਲ ਹੋਰ ਨੋਟ ਕਰੋ, ਜਦੋਂ ਵੀ ਤੁਸੀਂ ਕਿਸੇ ਸਟੇਟਮੈਂਟ ਵਿੱਚ ਉਲਝ ਜਾਵੋ, ਕਨਫਿਊਜ਼ ਹੋ ਜਾਵੋ, ਇਹ ਥੋੜਾ ਲੈਂਥੀ ਮੈਥਡ ਦੱਸ ਰਿਹਾ, ਤਾਂ ਤੁਸੀਂ ਕੀ ਕਰਨਾ ਹੈ, ਸਿੰਪਲੀ Z1 ਦੀ ਜਗ੍ਹਾ x1 ਪਲਸ ਆਈਟਾ y1 ਭਰ ਦੇਣਾ ਹੈ,
ਤੇ Z2 ਦੀ ਜਗ੍ਹਾ x2 ਪਲੱਸ ਆਈਟਾ y2 ਭਰ ਦੇਣਾ। ਇਹਦੇ ਨਾਲ ਤੁਹਾਨੂੰ ਟਾਈਮ ਜ਼ਰੂਰ ਲੱਗੇਗਾ, ਲੇਕਿਨ ਤੁਹਾਡਾ ਕੁਐਸਚਨ ਜਿਹੜਾ ਉਹ ਸੋਲਵ ਹੋ ਜਾਵੇਗਾ। ਕੁਝ ਵੀ ਸਟੇਟਮੈਂਟ ਦਿੱਤੀ ਹੋਵੇ ਉਸ 'ਚ ਜਸਟ ਫਿਲ ਕਰ ਦਿਓ Z1 ਤੇ Z2 ਦੀ ਵੈਲਿਊ, x1 x1 ਪਲੱਸ ਆਈਟਾ y1 x2 ਪਲੱਸ ਆਈਟਾ y2। ਤਾਂ ਅਸੀਂ ਕੀ ਕੀਤਾ ਜੀ, ਦੋਨਾਂ ਕੰਪਲੈਕਸ ਨੰਬਰ ਨੂੰ ਕੀ ਕੀਤਾ, ਮਲਟੀਪਲਾਈ ਕੀਤਾ। ਮਲਟੀਪਲਾਈ ਕਰਨ ਤੇ ਆਪਣੇ ਕੋਲ ਦੋਨਾਂ ਦੀ ਮਲਟੀਪਲੀਕੇਸ਼ਨ ਕਰਤੀ। ਹੁਣ ਜਸਟ ਆਪਾਂ ਇਸ ਨੂੰ ਨਾਰਮਲੀ ਜਿਵੇਂ ਮਲਟੀਪਲਾਈ ਕਰਦੇ ਹਾਂ ਨਾ, 2 + 3 ਦੀ ਮਲਟੀਪਲਾਈ 2 ਨਾਲ ਕੀਤੀ, ਤਾਂ ਸਭ ਤੋਂ ਪਹਿਲਾਂ 2 ਦੀ ਮਲਟੀਪਲਾਈ 2 ਨਾਲ, ਫਿਰ ਪਲੱਸ, ਫਿਰ 2 ਦੀ ਫਿਰ 2 ਦੀ ਮਲਟੀਪਲਾਈ 3 ਨਾਲ। ਉਸੇ ਤਰ੍ਹਾਂ ਹੀ ਇਸ ਆਪਰੇਸ਼ਨ ਨੂੰ ਅਸੀਂ ਸਿੰਪਲੀ ਫੋਲੋ ਕਰਨਾ ਹੈ। ਤਾਂ x1 ਦੀ ਮਲਟੀਪਲਾਈ ਸਭ ਤੋਂ ਪਹਿਲਾਂ ਕਿਹਦੇ ਨਾਲ ਕਰਾਂਗੇ, x2 ਨਾਲ, x1 ਇੰਟੂ x2। ਉਸ ਤੋਂ ਬਾਅਦ ਆਪਾਂ x1 ਦੀ ਮਲਟੀਪਲਾਈ ਕਿਹਦੇ ਨਾਲ ਕਰਾਂਗੇ, ਆਈਟਾ y2 ਨਾਲ, x1 ਇੰਟੂ ਆਈਟਾ y2 ਦੇ ਨਾਲ, ਫਿਰ ਪਲੱਸ ਹੁਣ ਮਲਟੀਪਲਾਈ ਕਰਾਂਗੇ ਆਈਟਾ y1 ਨੂੰ ਸਭ ਤੋਂ ਪਹਿਲਾਂ ਕਿਹਦੇ ਨਾਲ ਮਲਟੀਪਲਾਈ ਕਰਾਂਗੇ, x2 ਦੇ ਨਾਲ, ਫਿਰ ਪਲੱਸ ਆਈਟਾ y1 ਨੂੰ ਮਲਟੀਪਲਾਈ ਕਰਾਂਗੇ ਆਈਟਾ y2 ਦੇ ਨਾਲ। ਹੁਣ ਜਸਟ ਬ੍ਰੈਕਟ ਓਪਨ ਕਰ ਦੇਣੀ ਹੈ ਜੀ, ਅਸੀਂ ਬ੍ਰੈਕਟ ਓਪਨ ਕਰ ਦੇਣੀ ਹੈ, x1 x2 ਪਲੱਸ ਆਈਟਾ x1 y2 ਪਲੱਸ ਆਈਟਾ x2 y1। ਕਿਵੇਂ ਵੀ ਲਿਖ ਸਕਦੇ ਹੋ, y1 ਮੂਹਰੇ ਲਿਖ ਸਕਦੇ ਹੋ, ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਹੁਣ ਇੱਥੇ ਆਈਟਾ ਹੈ, ਆਈਟਾ ਕੀ ਹੋ ਗਿਆ, ਆਈਟਾ ਸਕੇਅਰ ਹੋ ਗਿਆ, ਨਾਲ y1 y2 ਆ ਗਿਆ। ਹਾਂ, ਸਾਨੂੰ ਪਤਾ ਹੈ ਆਈਟਾ ਸਕੇਅਰ ਦੀ ਵੈਲਿਊ ਜੋ ਹੈ -1 ਦੇ ਇਕੁਅਲ ਹੈ। ਜਿਨ੍ਹਾਂ ਨੇ ਪਹਿਲਾ ਲੈਕਚਰ ਨਹੀਂ ਦੇਖਿਆ ਤਾਂ ਪਹਿਲਾਂ ਲੈਕਚਰ ਜ਼ਰੂਰ ਦੇਖਣ, ਜਿਸ ਦੇ ਵਿੱਚ ਅਸੀਂ ਇਮੈਜਨਰੀ ਨੰਬਰ ਬਾਰੇ ਡਿਟੇਲ ਵਿੱਚ ਡਿਸਕਸ ਕੀਤਾ ਹੈ। ਤਾਂ x1 ਇੰਟੂ x2 ਨੂੰ ਅਸੀਂ ਐਜ਼ ਇਟ ਇਜ਼ ਲਿਖ ਲਿਆ, ਪਲੱਸ ਆਈਟਾ x1 y2 ਨੂੰ ਐਜ਼ ਇਟ ਇਜ਼ ਲਿਖ ਲਿਆ, ਪਲੱਸ ਆਈਟਾ x2 y2 ਨੂੰ ਸੌਰੀ y1 ਨੂੰ ਐਜ਼ ਇਟ ਇਜ਼ ਲਿਖ ਲਿਆ, ਤੇ ਆਈ ਸਕੇਅਰ ਦੀ ਜਗ੍ਹਾ ਤੇ -1 ਫਿਲ ਕਰਤਾ, ਤੇ ਨਾਲ ਕੀ ਆ ਗਿਆ y1 y2। ਹੁਣ ਦੇਖੋ ਜਿਹੜੀਆਂ ਰੀਅਲ ਟਰਮਸ ਨੇ, ਮਤਲਬ ਜਿਨ੍ਹਾਂ ਦੇ ਨਾਲ ਆਈਟਾ ਨਹੀਂ ਲੱਗਿਆ, ਉਹਨਾਂ ਨੂੰ ਅਲੱਗ-ਅਲੱਗ ਲਿਖ ਲਓ, x1 x2 ਮਾਈਨਸ y1 y2 ਲਿਖ ਲਿਆ, ਇਹਨਾਂ ਨੂੰ ਬ੍ਰੈਕਟ 'ਚ ਰੱਖ ਲਿਆ। ਜਿਨ੍ਹਾਂ ਨਾਲ ਆਈਟਾ ਰੱਖਿਆ, ਆਈਟਾ ਨੂੰ ਕਾਮਨ ਕੱਢ ਲਓ, ਕੀ ਬਚਿਆ x1 y2 ਪਲੱਸ x2 y1। ਤਾਂ ਇਹ ਆਪਣੇ ਕੋਲ ਕੀ ਆ ਗਿਆ, Z1 ਇੰਟੂ Z2 ਦਾ ਫਾਰਮੂਲਾ। ਇਹ ਫਾਰਮੂਲਾ ਯਾਦ ਨਹੀਂ ਰੱਖਣਾ ਹੈ, ਇਹ ਫਾਰਮੂਲਾ ਜਸਟ ਮੈਂ ਤੁਹਾਨੂੰ ਪ੍ਰੋਸੀਜਰ ਦੱਸਿਆ ਵੀ ਕਿਸ ਤਰ੍ਹਾਂ ਦੋ ਕੰਪਲੈਕਸ ਨੰਬਰ ਨੂੰ ਮਲਟੀਪਲਾਈ ਕਰਦੇ ਨੇ। ਇਸੇ ਪ੍ਰੋਸੀਜਰ ਨੂੰ ਫੋਲੋ ਕਰਕੇ ਤੁਸੀਂ ਕੋਈ ਵੀ ਦੋ ਕੰਪਲੈਕਸ ਨੰਬਰ ਜੋ ਤੁਹਾਨੂੰ ਗਿਵਨ ਨੇ ਉਹਨੂੰ ਸੋਲਵ ਕਰ ਸਕਦੇ ਹੋ। ਮੰਨ ਲਓ Z1 ਦੀ ਜਗ੍ਹਾ 2 + 3 ਆਈਟਾ ਦਿੱਤਾ ਹੁੰਦਾ, ਤੇ Z2 ਦੀ ਜਗ੍ਹਾ ਦਿੱਤਾ ਹੁੰਦਾ 3 + 2 ਆਈਟਾ। ਤਾਂ ਦੋਨਾਂ ਨੂੰ ਮਲਟੀਪਲਾਈ ਕਰਨ ਦਾ ਤਰੀਕਾ ਕੀ ਹੈ, ਉਹ ਇਹੀ ਸਟੈਪਸ ਨੇ, ਆਹ ਸਟੈਪਸ। ਕਿ ਜਾਂ ਤਾਂ ਫਿਰ ਤੁਸੀਂ ਫਾਰਮੂਲਾ ਯਾਦ ਰੱਖ ਲਓ, ਕਿਉਂਕਿ ਰਾਜੇ ਪੇਪਰ ਦੇ ਵਿੱਚ ਫਾਰਮੂਲਾ ਇਹ ਯਾਦ ਤਾਂ ਰਹਿਣਾ ਨਹੀਂ। ਤਾਂ ਤੁਸੀਂ ਕੀ ਕਰਨਾ ਹੈ, ਜਸਟ ਸਟੈਪਸ ਜਿਹੜੇ ਮੈਂ ਦੱਸੇ ਨੇ ਫੋਲੋ ਕਰਨੇ ਨੇ। ਇਹ ਜਰਨਲ ਹੈ ਵੀ x2 ਦੀ ਜਗ੍ਹਾ y1 ਦੀ ਜਗ੍ਹਾ, x1 ਦੀ ਜਗ੍ਹਾ ਤੇ y1 ਦੀ ਜਗ੍ਹਾ ਤੇ ਕੋਈ ਵੈਲਿਊ ਹੋ ਸਕਦੀ ਹੈ, ਜਿਵੇਂ ਕਿ 2 + 3 ਆਈਟਾ, 3 + 2 ਆਈਟਾ। ਤਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਨ ਦੇ ਲਈ ਇਹੀ ਸਟੈਪਸ ਜਿਹੜੇ ਨੇ ਮਲਟੀਪਲੀਕੇਸ਼ਨ ਦੇ ਲਈ ਅਸੀਂ ਯੂਜ਼ ਕਰਨੇ ਨੇ। ਧਿਆਨ ਨਾਲ ਇਹਨਾਂ ਨੂੰ ਕਰਨਾ ਹੈ, ਪ੍ਰੈਕਟਿਸ ਕਰਨੀ ਹੈ ਇਹਨਾਂ ਦੀ। ਮਲਟੀਪਲੀਕੇਸ਼ਨ ਦੇ ਵਿੱਚ ਇੱਕ ਇੰਪੋਰਟੈਂਟ ਰਿਜ਼ਲਟ ਜਿਹੜਾ ਹੈ ਉਹ ਮੈਂ ਲਿਖਵਾ ਦਿੰਦਾ ਤੁਹਾਨੂੰ। ਰਿਜ਼ਲਟ ਮਲਟੀਪਲੀਕੇਸ਼ਨ ਦੇ ਵਿੱਚ ਉਹ ਰਿਜ਼ਲਟ ਇਹ ਹੈ ਕਿ ਅਗਰ ਆਪਣੇ ਕੋਲ x ਪਲੱਸ ਆਈਟਾ y ਜਿਹੜਾ ਹੈ ਕੰਪਲੈਕਸ ਨੰਬਰ ਦਿੱਤਾ ਹੋਵੇ, ਤੇ ਉਹਦੀ ਮਲਟੀਪਲਾਈ ਕਰਨੀ ਹੋਵੇ x ਮਾਈਨਸ ਆਈਟਾ y ਦੇ ਨਾਲ, ਤਾਂ ਉਹ ਕੀ ਆਵੇਗਾ। ਜਿਸ ਤਰ੍ਹਾਂ ਤੁਸੀਂ ਪੜ੍ਹਿਆ ਹੋਗਾ ਕਿ ਆਪਣੇ ਕੋਲ 2x ਪਲੱਸ 3y ਦੀ ਮਲਟੀਪਲਾਈ ਕਰਨੀ ਹੈ 2x ਮਾਈਨਸ 3y ਦੇ ਨਾਲ, ਜਾਂ ਫਿਰ ਅਸੀਂ ਮਲਟੀਪਲਾਈ ਕਰਨੀ ਹੈ x ਪਲੱਸ y ਦੀ x ਮਾਈਨਸ y ਦੇ ਨਾਲ। ਅਕਸਰ ਅਸੀਂ ਇਸ ਤਰ੍ਹਾਂ ਮਲਟੀਪਲਾਈ ਕਰਦੇ ਹਾਂ, ਜਿਸ ਦੇ ਵਿੱਚ ਜਿਹੜੀ ਟਰਮਸ ਨੇ ਉਹ ਸੇਮਸ ਹੁੰਦੀਆਂ ਨੇ, ਲੇਕਿਨ ਸਾਈਨ ਦਾ ਡਿਫਰੈਂਸ ਹੁੰਦਾ ਹੈ। ਤਾਂ ਕਿਸ ਤਰ੍ਹਾਂ ਕਰਾਂਗੇ, ਉਹੀ ਜਿਹੜੇ ਸਟੈਪਸ ਅਸੀਂ ਜਿਹੜੇ ਫੋਲੋ ਕੀਤੇ ਨੇ, ਇਹੀ ਸੇਮ ਸਟੈਪਸ ਨੂੰ ਫੋਲੋ ਕਰਾਂਗੇ। x ਦੀ ਮਲਟੀਪਲਾਈ x ਦੇ ਨਾਲ ਕੀ ਆ ਗਿਆ, x ਸਕੇਅਰ, x ਦੀ ਮਲਟੀਪਲਾਈ ਫਿਰ ਆਈਟਾ y ਦੇ ਨਾਲ ਕੀ ਆ ਗਿਆ, ਮਾਈਨਸ x y ਆਈਟਾ, ਫਿਰ ਆਈਟਾ y ਦੀ ਮਲਟੀਪਲਾਈ x ਦੇ ਨਾਲ ਤਾਂ ਕੀ ਆ ਗਿਆ, x y ਆਈਟਾ। ਲਿਖ ਸਕਦੇ ਨਾ, x ਨੂੰ ਅੱਗੇ ਲਿਖ ਲਿਆ, y ਨੂੰ ਪਿੱਛੇ ਲਿਖ ਲਿਆ, ਇੱਕੋ ਗੱਲ ਹੀ ਹੈ। ਨੈਕਸਟ ਆਈਟਾ y ਦੀ ਮਲਟੀਪਲਾਈ ਕਰਾਂਗੇ ਆਈਟਾ y ਦੇ ਨਾਲ, ਕਿਹੜੇ, ਮਾਈਨਸ ਆਈਟਾ y ਦੇ ਨਾਲ, ਤਾਂ ਕੀ ਆਜੂ, ਮਾਈਨਸ ਆਈਟਾ ਸਕੇਅਰ x y। ਸਾਨੂੰ ਪਤਾ ਆਈਟਾ ਸਕੇਅਰ ਦੀ ਵੈਲਿਊ ਕੀ ਹੈ, -1। ਆ ਤਾਂ ਕੈਂਸਲ ਆਊਟ ਹੋ ਗਏ, ਪਲੱਸ ਦਾ ਸੀ ਇੱਕ ਮਾਈਨਸ ਦਾ, ਤਾਂ ਕੀ ਆ ਗਿਆ, x ਸਕੇਅਰ। ਆ ਕੀ ਆ ਗਿਆ ਆਪਣੇ ਕੋਲ, ਮਾਈਨਸ, ਤੇ ਆਈਟਾ ਸਕੇਅਰ ਦੀ ਵੈਲਿਊ ਕਿੰਨੀ ਹੁੰਦੀ ਹੈ, ਮਾਈਨਸ, ਤਾਂ ਮਾਈਨਸ ਮਾਈਨਸ ਕੀ ਹੋ ਗਿਆ, ਪਲੱਸ ਹੋ ਗਿਆ, ਪਲੱਸ y ਸਕੇਅਰ। ਤਾਂ ਤੁਸੀਂ ਇਹ ਡਾਇਰੈਕਟ ਯਾਦ ਰੱਖਣਾ ਹੈ ਕਿ ਅਗਰ ਆਪਣੇ ਕੋਲ ਦੋ ਕੰਪਲੈਕਸ ਨੰਬਰ ਹੋਣ, ਉਹਨਾਂ ਵਿੱਚ ਸਿਰਫ ਸਾਈਨ ਦਾ ਡਿਫਰੈਂਸ ਹੋਵੇ, ਤਾਂ ਕੀ ਹੋ ਜਾਊਗਾ, ਉਹ ਉਹਨਾਂ ਦਾ ਫਾਰਮੂਲਾ ਕੀ ਆ ਜੂ, x ਸਕੇਅਰ ਪਲੱਸ y ਸਕੇਅਰ। ਡਾਇਰੈਕਟ ਯਾਦ ਰੱਖਣਾ ਤੁਸੀਂ, ਇਹਨੂੰ ਯਾਦ ਰੱਖਣਾ। ਫੋਰ ਐਗਜ਼ਾਮਪਲ ਇੱਥੇ ਐਗਜ਼ਾਮਪਲ ਦੇਖਦੇ ਹਾਂ, ਸਾਨੂੰ ਕਹਿ ਦਿੱਤਾ ਜਾਵੇ ਕਿ 2 + 3 ਆਈਟਾ ਦੀ ਮਲਟੀਪਲਾਈ ਕਰਨੀ ਹੈ 2 - 3 ਆਈਟਾ ਦੇ ਨਾਲ, ਤਾਂ ਇਹਨੂੰ
ਤਾਂ ਇਹਨਾਂ ਸਟੈਪਸ ਨੂੰ ਕਰਨ ਨਹੀਂ ਬੈਠ ਜਾਣਾ, ਸਾਨੂੰ ਡਾਇਰੈਕਟ ਪਤਾ ਹੈ ਕਿ ਰੀਅਲ ਪਾਰਟ ਦਾ ਸਕੁਅਰ ਮਤਲਬ 2 ਦਾ ਸਕੁਅਰ ਪਲੱਸ y ਮਤਲਬ ਇਮੈਜਨਰੀ ਪਾਰਟ ਦਾ ਸਕੁਅਰ 3 ਦਾ ਸਕੁਅਰ ਇਹਦੇ ਬਰਾਬਰ ਹੋ। ਤਾਂ 4 + 9 ਤਾਂ ਵੈਲਿਊ ਆ ਗਈ 30। ਤਾਂ ਇਸੇ ਤਰ੍ਹਾਂ ਸ਼ਾਰਟਕਟਸ ਜਿਹੜੇ ਨੇ ਉਹ ਪਹਿਲਾਂ ਅਸੀਂ ਸਟੈਪਸ ਦੇਖੋ ਸਮਝੇ, ਸਟੈਪਸ ਨੂੰ ਅਸੀਂ ਇਸ ਦੇ ਉੱਪਰ ਅਪਲਾਈ ਕੀਤਾ, ਅਪਲਾਈ ਕਰਕੇ ਇੱਕ ਰਿਜ਼ਲਟ ਨਿਕਲਿਆ, ਜਿਹੜਾ ਰਿਜ਼ਲਟ ਜਿਹੜਾ ਆਪਾਂ ਯਾਦ ਕਰਨਾ ਬਹੁਤ ਈਜ਼ੀ ਹੈ। x ਇੱਥੇ ਰਿਪਰੈਜ਼ੈਂਟ ਕਰ ਰਿਹਾ ਰੀਅਲ ਪਾਰਟ ਆਫ z ਨੂੰ ਤੇ y ਰਿਪਰੈਜ਼ੈਂਟ ਕਰ ਰਿਹਾ ਇਮੈਜਨਰੀ ਪਾਰਟ ਆਫ z ਨੂੰ। ਤਾਂ ਆਪਾਂ ਕੀ ਯਾਦ ਕਰਨਾ ਹੈ ਕਿ ਰੀਅਲ ਪਾਰਟ ਦਾ ਸਕੁਅਰ ਪਲੱਸ ਇਮੈਜਨਰੀ ਪਾਰਟ ਦਾ ਸਕੁਅਰ ਬਰਾਬਰ ਹੋਵੇਗਾ ਦੋਨਾਂ ਦੀ ਮਲਟੀਪਲੀਕੇਸ਼ਨ ਦੇ। ਨੈਕਸਟ ਅਸੀਂ ਕਰ ਜਾ ਰਹੇ ਹਾਂ ਮਲਟੀਪਲੀਕੇਟਿਵ ਇਨਵਰਸ ਬਾਰੇ। ਮਲਟੀਪਲੀਕੇਟਿਵ ਇਨਵਰਸ ऑफ ਕੰਪਲੈਕਸ ਨੰਬਰ, ਇਨਵਰਸ ऑफ z ਜਾਂ ਫਿਰ ਕੰਪਲੈਕਸ ਨੰਬਰ ਬਾਰੇ। ਮਲਟੀਪਲੀਕੇਟਿਵ ਇਨਵਰਸ ऑफ z ਕੀ ਹੁੰਦਾ ਹੈ? ਉਹ ਹੁੰਦਾ ਹੈ 1/z। ਅਗਰ ਆਪਣੇ ਕੋਲ z ਕੋਈ ਕੰਪਲੈਕਸ ਨੰਬਰ ਦਿੱਤਾ ਤਾਂ ਉਹਦਾ ਮਲਟੀਪਲੀਕੇਟਿਵ ਇਨਵਰਸ ਕੀ ਹੋਵੇਗਾ? ਉਹ ਹੋਵੇਗਾ 1/z ਅਤੇ ਡਿਫਾਈਨਡ ਹੋਵੇਗਾ ਕਦੋਂ? ਜਦੋਂ ਅਸੀਂ z ਦੀ ਮਲਟੀਪਲਾਈ ਕਰਾਂਗੇ 1/z ਨਾਲ ਤੇ ਆਨਸਰ ਆਵੇਗਾ 1 + 0 ਆਈਟਾ। ਤਾਂ ਮਲਟੀਪਲੀਕੇਟਿਵ ਇਨਵਰਸ ਹੋਵੇਗਾ z ਦਾ 1/z ਤੇ ਡਿਫਾਈਨਡ ਕਦੋਂ ਹੋਵੇਗਾ? ਉਦੋਂ ਜਦੋਂ ਉਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਆਪਣੇ ਕੋਲ ਆਨਸਰ ਆਵੇਗਾ 1 + 0 ਆਈਟਾ। ਤਾਂ ਨੈਕਸਟ ਆਪਣੇ ਕੋਲ ਕੀ ਹੈ? ਆਪਣੇ ਕੋਲ ਡਿਵੀਜ਼ਨ ਜੋ ਹੈ ਕਿਸ ਤਰ੍ਹਾਂ ਪੋਸੀਬਲ ਹੈ? ਉਹ ਕਹਿੰਦੇ ਲੈਟ we have two complex numbers ਕਿਹੜੇ z1 ਤੇ z2 ਆਪਣੇ ਕੋਲ ਦੋ ਕੰਪਲੈਕਸ ਨੰਬਰ ਦੇ ਰੱਖੇ ਨੇ। hence division is defined ਕਦੋਂ defined ਹੋਵੇਗੀ division? defined as multiplication of z1 with multiplicative inverse of z2 ਹੋਵੇਗਾ। ਅਗਰ ਆਪਣੇ ਕੋਲ ਦੋ ਕੰਪਲੈਕਸ ਨੰਬਰ ਦੇ ਰੱਖੇ ਨੇ z1 ਤੇ z2 ਤਾਂ ਡਿਵੀਜ਼ਨ ਡਿਫਾਈਨਡ ਕਦੋਂ ਹੋਵੇਗੀ? ਜਦੋਂ z1 ਦੀ ਮਲਟੀਪਲਾਈ ਕਰਾਂਗੇ z2 ਦੇ ਮਲਟੀਪਲੀਕੇਟਿਵ ਇਨਵਰਸ ਦੇ ਨਾਲ। ਤਾਂ ਕੀ ਆ ਗਿਆ? z1/z2। ਤਾਂ ਵੈਸੇ ਵੀ ਇਹ ਵੀ ਤਾਂ ਡਿਵੀਜ਼ਨ ਹੀ ਹੈ, ਲੇਕਿਨ ਅਸੀਂ ਇੱਥੇ ਕਨਸੈਪਟ ਯੂਜ਼ ਕਿਹੜਾ ਕੀਤਾ? ਮਲਟੀਪਲੀਕੇਟਿਵ ਇਨਵਰਸ ਦਾ। ਕਿ z1 ਨੂੰ z2 ਦੇ ਮਲਟੀਪਲੀਕੇਟਿਵ ਇਨਵਰਸ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਪਾਂ ਕਹਾਂਗੇ ਕਿ z1 ਜਿਹੜਾ ਉਹ ਡਿਵਾਈਡਡ ਹੈ z2 ਦੇ ਨਾਲ। ਡਿਵੀਜ਼ਨ ਤਾਂ ਪੋਸੀਬਲ ਹੋ ਸਕਦੀ ਹੈ। ਇੱਕ ਐਗਜ਼ਾਮਪਲ ਦੇਖਦੇ ਹਾਂ ਇੱਥੇ ਡਿਵੀਜ਼ਨ ਨਾਲ ਰਿਲੇਟਡ। ਕਹਿੰਦੇ ਇਫ z1 ਬਰਾਬਰ ਹੈ x1 + ਆਈਟਾ y1 ਦੇ ਤੇ z2 ਬਰਾਬਰ ਹੈ ਆਪਣੇ ਕੋਲ x2 + ਆਈਟਾ y2 ਦੇ, ਤਾਂ ਫਾਈਂਡ ਕਰਨਾ ਆਪਾਂ z1/z2 ਨੂੰ। ਤਾਂ ਕਿਸ ਤਰ੍ਹਾਂ ਸੋਲਵ ਕਰਾਂਗੇ? ਸੋਲੂਸ਼ਨ ਕੀ ਹੈ ਇਸਦਾ? ਸੋਲੂਸ਼ਨ ਹੈ ਜੀ, ਆਪਾਂ ਨੂੰ ਪਤਾ ਹੈ z1 ਦੀ ਮਲਟੀਪਲਾਈ ਕਿਹਦੇ ਨਾਲ ਕਰਨੀ ਹੈ? ਮਲਟੀਪਲੀਕੇਟਿਵ ਇਨਵਰਸ ਆਫ z2 ਦੇ ਨਾਲ। ਤਾਂ ਕਿੰਨਾ ਆ ਗਿਆ? z1 ਦੀ ਵੈਲਿਊ ਕਿੰਨੀ ਹੈ? x + ਆਈਟਾ x1 + ਆਈਟਾ y1 ਇੰਟੂ 1/x2 + ਆਈਟਾ y2 ਦੇ। ਤਾਂ ਕਿੰਨਾ ਆ ਗਿਆ ਆਪਣੇ ਕੋਲ? x1 + ਆਈਟਾ y1 ਡਿਵਾਈਡਡ ਬਾਏ x2 + ਥੋੜੀ ਜਿਹੀ ਮਿਸਟੇਕ ਹੋ ਗਈ x2 + ਆਈਟਾ y2 ਦੇ। ਤਾਂ ਇੱਥੋਂ ਅਸੀਂ ਕੀ ਕਰਾਂਗੇ? ਰੈਸ਼ਨਲਾਈਜ਼ ਕਰਾਂਗੇ ਕਿਹਦੇ ਨਾਲ? x2 - ਆਈਟਾ y2 ਦੇ ਨਾਲ ਡਿਵਾਈਡਡ ਬਾਏ x2 - ਆਈਟਾ y2 ਦੇ ਨਾਲ। ਤੇ ਇਹਨੂੰ ਸੋਲਵ ਕਰਕੇ ਆਪਣੇ ਕੋਲ ਕੀ ਆ ਜਾਊਗੀ? ਡਿਵੀਜ਼ਨ ਆਫ ਟੂ ਕੰਪਲੈਕਸ ਨੰਬਰਸ। ਨੈਕਸਟ ਅਸੀਂ ਐਗਜ਼ਾਮਪਲ ਕਰਨ ਜਾ ਰਹੇ ਹਾਂ। ਕੁਝ ਐਗਜ਼ਾਮਪਲਸ ਜੋ ਪੇਪਰ ਵਿੱਚ ਆਈਆਂ ਨੇ ਲਾਸਟ ਈਅਰ ਦੇ। ਕਹਿੰਦੇ ਫਾਈਂਡ ਦਾ real values of x and y. Find the real values of x and y if x plus iota y into 2 - 3 iota बराबर है 4 + iota ਦੇ। ਆਪਾਂ ਨੂੰ ਕੁਐਸਚਨ ਚ ਕਿਹਾ ਗਿਆ, ਕਹਿੰਦਾ ਫਾਈਂਡ ਦਾ ਰੀਅਲ ਵੈਲਿਊਜ਼ ਆਫ x ਐਂਡ y। x ਤੇ y ਦੀ ਵੈਲਿਊ ਕੱਢਣੀ ਆ, ਉਹ ਵੀ ਰੀਅਲ। ਜਦੋਂ ਕਦੋਂ ਪਤਾ ਕਰਨੀ ਹੈ? ਇਫ x + ਆਈਟਾ y ਮਲਟੀਪਲਾਈਡ ਬਾਈ 2 - 3 ਆਈਟਾ ਤੇ ਬਰਾਬਰ ਹੈ 4 + ਆਈਟਾ ਦੇ। ਤਾਂ ਇਹਦਾ ਸੋਲਿਊਸ਼ਨ ਦੇਖਦੇ ਹਾਂ।
ਸੋਲਿਊਸ਼ਨ ਦੇਖਦੇ ਹਾਂ। ਸੋਲਿਊਸ਼ਨ ਨੂੰ ਇਸ ਨੂੰ ਕਰਨ ਦੇ ਦੋ ਮੈਥਡ ਨੇ। ਮੈਥਡ 1 ਕੀ ਹੈ? ਮੈਥਡ 1 ਹੈ ਕਿ x ਪਲਸ ਆਈਟਾ ਵਾਈ ਮਲਟੀਪਲਾਈਡ ਬਾਈ 2 ਮਾਈਨਸ 3 ਆਈਟਾ ਤੇ ਬਰਾਬਰ ਹੈ 4 ਪਲਸ ਆਈਟਾ ਦੇ। ਤਾਂ ਆਪਾਂ ਕੀ ਕਰਾਂਗੇ, x ਦੀ ਮਲਟੀਪਲਾਈ 2 ਨਾਲ ਕਰਾਂਗੇ 2x ਆ ਜੂ, y ਦੀ ਮਲਟੀਪਲਾਈ ਇਹਦੇ ਨਾਲ ਕਰਾਂਗੇ ਇਹ ਆ ਜੂ। ਤਾਂ ਇਸ ਤਰ੍ਹਾਂ ਪੂਰੀ ਇਹਨੂੰ ਮਲਟੀਪਲੀਕੇਸ਼ਨ ਨੂੰ ਸੋਲਵ ਆਊਟ ਕਰ ਲਾਂਗੇ। ਸੋਲਵ ਆਊਟ ਕਰਕੇ ਅਸੀਂ ਕੀ ਕਰਾਂਗੇ, ਰੀਅਲ ਤੇ ਇਮੈਜਨਰੀ ਪਾਰਟ ਨੂੰ ਇਕੁਏਟ ਕਰ ਦਾਂਗੇ। ਤਾਂ ਇਹ ਮੈਥਡ ਤੁਸੀਂ ਯੂਜ਼ ਕਰਕੇ ਦੇਖਣਾ ਹੈ ਆਪਣੇ ਆਪ ਕਿ ਕਿਸ ਤਰ੍ਹਾਂ ਹੱਲ ਹੁੰਦਾ। ਜਿਵੇਂ ਕਿ 2x ਮਾਈਨਸ 3x ਆਈਟਾ ਤਾਂ ਪਲਸ ਆਈਟਾ 2y ਮਾਈਨਸ 3 ਆਈਟਾ ਸਕੇਅਰ y ਬਰਾਬਰ ਹੈ 4 ਪਲਸ ਆਈਟਾ ਦੇ। ਤਾਂ ਇਸ ਨੂੰ ਸੋਲਵ ਆਊਟ ਕਰਕੇ ਦੇਖਣਾ ਹੈ ਕਿ x ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ, y ਦੀ ਵੈਲਿਊ ਕਿੰਨੀ ਆ ਗਈ। ਇਕੁਏਟ ਕਰਕੇ ਦੇਖ ਲੈਣਾ ਹੈ ਰੀਅਲ ਤੇ ਇਮੈਜਨਰੀ ਪਾਰਟ ਨੂੰ। ਠੀਕ ਹੈ ਜੀ, ਰੀਅਲ ਤੇ ਇਮੈਜਨਰੀ ਪਾਰਟ ਨੂੰ ਇਕੁਏਟ ਕਰਕੇ ਦੇਖ ਲੈਣਾ ਹੈ ਕਿ ਰੀਅਲ ਪਾਰਟ ਕਿੰਨਾ ਆ ਗਿਆ, ਇਮੈਜਨਰੀ ਪਾਰਟ ਕਿੰਨਾ ਆ ਗਿਆ। ਮੈਥਡ 2 ਕੀ ਆ ਆਪਣੇ ਕੋਲ? ਮੈਥਡ 2 ਕਹਿੰਦਾ ਹੈ ਕਿ ਅਗਰ ਆਪਾਂ ਥੋੜ੍ਹਾ ਬਹੁਤ ਇਸ ਨੂੰ ਐਡਜਸਟ ਕਰੀਏ, x ਇੰਟੂ 2 ਮਾਈਨਸ 3 ਆਈਟਾ ਇਜ਼ ਇਕੁਅਲ ਟੂ 4 ਪਲਸ ਆਈਟਾ ਦੇ। ਅਗਰ ਆਪਾਂ ਇਹਨੂੰ ਐਡਜਸਟ ਕਰੀਏ ਤਾਂ ਆਪਾਂ ਨੂੰ ਪਤਾ ਅਸੀਂ x ਤੇ y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। x ਤੇ y ਨੂੰ ਇੱਕ ਪਾਸੇ ਰੱਖ ਲਿਆ ਤਾਂ ਆਪਾਂ ਕੀਤਾ ਇਸ 2 ਮਾਈਨਸ 3 ਆਈਟਾ ਨੂੰ ਉੱਧਰ ਲੈ ਗਏ, ਉੱਧਰ ਆ ਕੇ ਕੀ ਹੋ ਗਿਆ, ਡਿਵਾਈਡ ਹੋ ਗਿਆ 4 ਪਲਸ ਆਈਟਾ ਡਿਵਾਈਡਡ ਬਾਈ 2 ਮਾਈਨਸ 3 ਆਈਟਾ ਲਿਖ ਸਕਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਇੱਥੋਂ ਹੁਣ ਅਸੀਂ ਕੀ ਕਰ ਸਕਦੇ ਹਾਂ, ਰੈਸ਼ਨਲਾਈਜ਼ ਕਰ ਸਕਦੇ ਹਾਂ। 2 ਪਲਸ 3 ਆਈਟਾ 2 ਪਲਸ 3 ਆਈਟਾ ਉੱਪਰ ਕਿੰਨਾ ਆ ਗਿਆ, ਅਗਰ ਆਪਾਂ ਇਹਨੂੰ ਮਲਟੀਪਲਾਈ ਕਰਕੇ ਸੋਲਵ ਕਰਾਂਗੇ ਤਾਂ ਆ ਜੂ 8 ਮਾਈਨਸ 3 ਪਲਸ 14 ਆਈਟਾ ਦੇ ਬਰਾਬਰ ਆ ਜਾਊਗਾ। ਅਗਰ ਇਸ ਨੂੰ ਉੱਪਰ ਮਲਟੀਪਲਾਈ ਕਰਕੇ ਦੇਖਾਂਗੇ, ਨੀਚੇ ਸਾਨੂੰ ਪਤਾ 2 ਮਾਈਨਸ 3 ਆਈਟਾ 2 ਪਲਸ 3 ਆਈਟਾ। ਅਸੀਂ ਕਿਹਾ ਸੀਗਾ ਕਿ ਦੋ ਕੰਪਲੈਕਸ ਨੰਬਰ ਹੋਣ ਜਿਨ੍ਹਾਂ ਵਿੱਚ ਸਿਰਫ ਸਾਈਨ ਦਾ ਡਿਫਰੈਂਸ ਹੋਵੇ ਇਮੈਜਨਰੀ ਪਾਰਟ ਦੇ ਵਿੱਚ, ਤਾਂ ਉਹਨੂੰ ਕੀ ਕਰ ਸਕਦੇ ਹਾਂ, ਰੀਅਲ ਪਾਰਟ ਦਾ ਸਕੇਅਰ ਪਲਸ ਇਮੈਜਨਰੀ ਪਾਰਟ ਦਾ ਸਕੇਅਰ। ਦੇਖ ਲਓ, ਨਹੀਂ ਤਾਂ ਤੁਸੀਂ ਪਹਿਲਾਂ ਇਸ ਨੂੰ 2 ਨਾਲ 2 ਮਲਟੀਪਲਾਈ ਕਰਦੇ, ਫਿਰ ਇਸ ਨੂੰ ਗਾਂਹ ਸੋਲਵ ਕਰਦੇ। ਹੁਣ ਅਸੀਂ ਇੱਕ ਸਟੈਪ ਦੇ ਵਿੱਚ ਹੀ ਦੱਸਤਾ। ਤਾਂ ਆਪਣਾ ਕੀ ਬਣ ਗਿਆ ਆਪਣੇ ਕੋਲ 5 ਪਲਸ 14 ਆਈਟਾ ਡਿਵਾਈਡਡ ਬਾਈ 4 ਪਲਸ 9। ਨੀਚੇ ਕਿੰਨਾ ਆ ਗਿਆ 13, 5 ਪਲਸ 14 ਆਈਟਾ ਡਿਵਾਈਡਡ ਬਾਈ 13 ਆ ਗਿਆ। ਹੁਣ ਅਸੀਂ ਕੀ ਕਰਾਂਗੇ, 5 ਨੂੰ 13 ਨਾਲ ਡਿਵਾਈਡ ਕਰ ਸਕਦੇ ਹਾਂ ਅਤੇ 14 ਨੂੰ ਵੀ 13 ਨਾਲ ਡਿਵਾਈਡ ਕਰਕੇ ਇਸ ਤਰ੍ਹਾਂ ਲਿਖ ਸਕਦੇ ਹਾਂ। ਇਸ ਤਰਫ ਆਪਣਾ ਕੀ ਚੱਲ ਰਿਹਾ, ਐਕਸ ਪਲਸ ਆਈਟਾ ਵਾਈ, ਐਕਸ ਪਲਸ ਆਈਟਾ ਵਾਈ। ਅਤੇ ਹੁਣ ਅਸੀਂ ਇਕੁਏਟ ਕਰ ਸਕਦੇ ਹਾਂ ਰੀਅਲ ਅਤੇ ਇਮੈਜਨਰੀ ਕੋਫੀਸ਼ੀਐਂਟ ਨੂੰ। ਐਕਸ ਕਿੰਨਾ ਆ ਗਿਆ ਆਪਣਾ, ਬਰਾਬਰ ਆ ਗਿਆ 5/13 ਦੇ, ਅਤੇ ਵਾਈ ਕਿੰਨਾ ਆ ਗਿਆ 14/13 ਦੇ। ਤਾਂ ਆਪਣੇ ਕੋਲ ਐਕਸ ਅਤੇ ਵਾਈ ਦੀਆਂ ਰੀਅਲ ਵੈਲਿਊਜ਼ ਜਿਹੜੀਆਂ ਉਹ ਇਸ ਤਰ੍ਹਾਂ ਆ ਚੁੱਕੀਆਂ ਨੇ। ਤਾਂ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਅਕਸਰ ਆਉਂਦੇ ਨੇ, ਤਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੂੰ ਜਲਦੀ ਜਲਦੀ ਸੋਲਵ ਕਰਨਾ, ਕਿਉਂਕਿ ਬੇਸਿਕਲੀ ਕੈਲਕੂਲੇਸ਼ਨਸ ਹੀ ਨੇ, ਹੋਰ ਕੁਛ ਵੀ ਨਹੀਂ ਹੈ। ਇਹਨਾਂ ਚੀਜ਼ਾਂ ਦਾ ਜਿਹੜਾ ਅੱਗੇ ਧਿਆਨ ਰੱਖਣਾ ਹੈ ਕੁਐਸਚਨ ਨੂੰ ਸੋਲਵ ਕਰਦੇ ਹੋਏ। ਇੱਕ ਹੋਰ ਐਗਜ਼ਾਮਪਲ ਅਸੀਂ ਦੇਖ ਲੈਂਦੇ ਹਾਂ। ਉਹ ਕੀ ਹੈ ਕਿ ਫਾਈਂਡ ਦਾ ਲੀਸਟ ਪੋਜ਼ਿਟਿਵ ਵੈਲਿਊ ਆਫ n ਦੀ ਲੀਸਟ ਪੋਜ਼ਿਟਿਵ ਵੈਲਿਊ ਫਾਈਂਡ ਆਊਟ ਕਰਨੀ ਹੈ। ਕਦੋਂ? ਇਫ 1 ਪਲਸ ਆਈਟਾ ਡਿਵਾਈਡਡ ਬਾਈ 1 ਮਾਈਨਸ ਆਈਟਾ ਦੀ ਪਾਵਰ ਕਿੰਨੀ ਹੋਵੇ, n ਤੇ ਬਰਾਬਰ ਹੋਵੇ 1 ਦੇ। ਇਹ ਆਪਾਂ ਨੂੰ ਸਟੇਟਮੈਂਟ ਦੇ ਰੱਖੀ ਹੈ ਕਿ ਫਾਈਂਡ ਦਾ ਲੀਸਟ ਪੋਜ਼ਿਟਿਵ ਵੈਲਿਊ ਆਫ n ਇਫ 1 ਪਲਸ ਆਈਟਾ ਡਿਵਾਈਡਡ ਬਾਈ 1 ਮਾਈਨਸ ਆਈਟਾ ਦੀ ਪਾਵਰ n ਦੇ ਹੋਵੇ ਤੇ ਬਰਾਬਰ ਹੋਵੇ ਕਿਹਦੇ, 1 ਦੇ। ਸੋਲਿਊਸ਼ਨ ਦੇਖ ਲੈਂਦੇ ਹਾਂ। ਸੋਲਿਊਸ਼ਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਸੀਂ ਸਟੇਟਮੈਂਟ ਨੂੰ ਜਿਹੜਾ 2-3 ਵਾਰ ਧਿਆਨ ਨਾਲ ਪੜ੍ਹਨਾ ਅਤੇ ਇਹ ਚੀਜ਼ ਦਾ ਧਿਆਨ ਰੱਖਣਾ ਕਿ ਸਾਨੂੰ ਗਿਵਨ ਕੀ ਹੈ। ਗਿਵਨ ਕੀ ਦੇ ਰੱਖਿਆ? ਗਿਵਨ ਸਾਨੂੰ ਦੇ ਰੱਖਿਆ 1 ਪਲਸ ਆਈਟਾ ਦੀ ਪਾਵਰ 1 ਮਾਈਨਸ ਆਈਟਾ ਡਿਵਾਈਡਡ ਬਾਈ ਦੀ ਪਾਵਰ n ਦੀ। 1 ਪਲਸ ਆਈਟਾ ਡਿਵਾਈਡਡ ਬਾਈ 1 ਮਾਈਨਸ ਆਈਟਾ ਦੀ ਪਾਵਰ n ਇਜ਼ ਇਕੁਅਲ ਟੂ 1 ਦੇ ਰੱਖਿਆ ਸਾਨੂੰ। ਅਗਰ ਰਾਜੇ ਤੁਸੀਂ ਇੱਥੇ ਧਿਆਨ ਨਾਲ ਦੇਖੋ ਤਾਂ ਤੁਸੀਂ ਇਸ ਨੂੰ ਸੋਲਵ ਕਿਸ ਤਰ੍ਹਾਂ ਕਰ ਸਕਦੇ ਹੋ। ਸਾਨੂੰ ਪਤਾ ਹੈ ਕਿ 1 ਪਲਸ ਆਈਟਾ ਡਿਵਾਈਡਡ ਬਾਈ 1 ਮਾਈਨਸ ਆਈਟਾ ਨੂੰ ਅਸੀਂ ਸੋਲਵ ਕਰ ਸਕਦੇ ਹਾਂ ਨਾ। ਅਸੀਂ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਅੱਜ ਜਿਹੜਾ n ਹੈ ਇਹ ਪਾਵਰ, ਇਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਅਸੀਂ। ਲੇਕਿਨ ਸਾਨੂੰ ਪਤਾ ਹੈ ਕਿ ਅਸੀਂ ਇਸ ਜਿਹੜੀ ਵੈਲਿਊ ਅੰਦਰ ਜਿਹੜੀ ਦੇ ਰੱਖੀ ਟਰਮ 1 ਪਲਸ ਆਈਟਾ ਡਿਵਾਈਡਡ ਬਾਈ 1 ਮਾਈਨਸ ਆਈਟਾ ਨੂੰ, ਇਸ ਨੂੰ ਅਸੀਂ ਈਜ਼ੀਲੀ ਸੋਲਵ ਕਰ ਸਕਦੇ ਹਾਂ ਬਾਏ ਰੈਸ਼ਨਲਾਈਜੇਸ਼ਨ। 1 ਪਲਸ ਆਈਟਾ 1 ਪਲਸ ਆਈਟਾ ਦੇ ਈਜ਼ੀਲੀ ਸੋਲਵ ਕਰ ਸਕਦੇ ਨਾ ਰੈਸ਼ਨਲਾਈਜੇਸ਼ਨ ਦੇ ਨਾਲ। ਤਾਂ ਉੱਪਰ ਕੀ ਬਣ ਗਿਆ ਆਪਣੇ ਕੋਲ 1 ਪਲਸ ਆਈਟਾ ਦਾ ਹੋਲ ਸਕੇਅਰ, ਨੀਚੇ ਆਪਾਂ ਨੂੰ ਪਤਾ ਹੈ ਕਿ ਰੀਅਲ ਪਾਰਟ ਦਾ ਸਕੇਅਰ
प्लस इमेजिनरी पार्ट का स्केयर। रियल पार्ट भी कितना है 1 है, इमेजिनरी पार्ट भी कितना है 1 है। ऊपर किया जो 1 प्लस आइटा स्केयर प्लस 2 आइटा डिवाइडेड बाय 1 प्लस 1 की बन गया। आइटा स्केयर की वैल्यू कितनी है -1, तो 1 माइनस 1 प्लस 2 आइटा डिवाइडेड बाय 2 आ गया जी। 1 कैंसल आउट हो गया, 2 आइटा बाय कितना आ गया 2 कैंसल हो गया, कितना बच गया आइटा। तो ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਆ ਵਿਚਲੀ ਟਰਮ ਹੈ ਇਹਦੀ ਵੈਲਿਊ ਕਿੰਨੀ ਹੈ ਆਇਟਾ। ਤਾਂ ਆਪਾਂ ਹੁਣ ਕੀ ਕਰ ਸਕਦੇ ਹਾਂ, ਸਬਸਟੀਟਿਊਟ ਕਰ ਸਕਦੇ ਹਾਂ ਨਾ ਇਸ ਦੀ ਜਗ੍ਹਾ ਤੇ। ਆਪਾਂ ਕੀ ਕਰ ਸਕਦੇ ਹਾਂ 1 ਪਲਸ ਆਇਟਾ ਡਿਵਾਈਡਡ ਬਾਈ 1 ਮਾਈਨਸ ਆਇਟਾ ਦੀ ਪਾਵਰ n, ਇਹਦੀ ਜਗ੍ਹਾ ਤੇ ਸਬਸਟੀਟਿਊਟ ਕਰ ਸਕਦੇ ਹਾਂ ਆਇਟਾ ਦੀ ਪਾਵਰ n, ਜੋ ਆਪਾਂ ਨੂੰ ਇਕੁਅਲ ਟੂ ਦੇ ਰੱਖਿਆ 1 ਦੇ। ਤਾਂ ਅਗਰ ਤੁਸੀਂ ਮੇਰੇ ਪਹਿਲੇ ਲੈਕਚਰ ਨੂੰ ਧਿਆਨ ਨਾਲ ਸੁਣਿਆ ਤਾਂ ਮੈਂ ਉਸ ਦੇ ਵਿੱਚ ਕਿਹਾ ਸੀ ਕਿ ਆਇਟਾ ਦੀ ਪਾਵਰ ਜਿਹੜੀ 0 ਹੈ ਉਹ 1 ਹੁੰਦੀ ਹੈ, ਤੇ ਆਇਟਾ ਦੀ ਪਾਵਰ 4 ਆ ਉਹ ਵੀ ਕਿੰਨੀ ਹੁੰਦੀ ਹੈ 1 ਹੀ ਹੁੰਦੀ ਹੈ। ਤਾਂ ਆਪਾਂ ਇੱਥੇ 1 ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ, ਆਇਟਾ ਦੀ ਪਾਵਰ n, ਇੱਥੇ 1 ਦੀ ਜਗ੍ਹਾ ਤੇ ਕੀ ਲਿਖ ਸਕਦੇ ਹਾਂ 4 ਲਿਖ ਸਕਦੇ ਹਾਂ, ਆਇਟਾ ਦੀ ਪਾਵਰ 4। ਮੈਂ ਇੱਥੇ ਆਇਟਾ ਦੀ ਪਾਵਰ 4 ਕਿਉਂ ਲਿਖਿਆ, ਆਇਟਾ ਦੀ ਪਾਵਰ 0 ਕਿਉਂ ਨਹੀਂ ਲਿਖਿਆ, ਕਿਉਂ ਨਹੀਂ ਲਿਖਿਆ 0 ਦੱਸੋ? ਕਿਉਂਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਕਿਹਾ ਗਿਆ ਹੈ, ਆਪਾਂ ਨੂੰ ਪੁੱਛਿਆ ਲੀਸਟ ਪੋਜ਼ਿਟਿਵ ਵੈਲਿਊ, ਲੀਸਟ ਪੋਜ਼ਿਟਿਵ ਦੱਸਣੀ ਹੈ ਵੈਲਿਊ n ਦੀ। ਮਤਲਬ ਕਿ ਇੱਥੇ ਆਪਣੇ ਕੋਲ n ਦੀ ਜਿਹੜੀ ਵੈਲਿਊ ਆਉਣੀ ਚਾਹੀਦੀ ਆ ਉਹ ਆਉਣੀ ਚਾਹੀਦੀ ਹੈ ਲੀਸਟ ਪੋਜ਼ਿਟਿਵ। ਮਤਲਬ ਕਿ 1 2 3 4 ਪੋਜ਼ਿਟਿਵ ਵੈਲਿਊਜ਼ ਇਹੀ ਹੋ ਗਈਆਂ, 0 ਨਾਈਦਰ ਪੋਜ਼ਿਟਿਵ ਨਾਈਦਰ ਨੈਗੇਟਿਵ। 0 ਤਾਂ ਪੋਜ਼ਿਟਿਵ ਵੀ ਨਹੀਂ ਆਉਂਦਾ, ਨੈਗੇਟਿਵ ਦੇ ਵਿੱਚ ਵੀ ਨਹੀਂ ਆਉਂਦਾ। ਇਸੇ ਕਰਕੇ ਮੈਂ ਜਿਹੜਾ ਹੈ ਉਹ 1 ਦੀ ਜਗ੍ਹਾ ਤੇ i ਦੀ ਪਾਵਰ 4 ਸਬਸਟੀਟਿਊਟ ਕੀਤਾ ਹੈ, ਨਾ ਕਿ i ਦੀ ਪਾਵਰ 0, ਜਦ ਕਿ ਆਪਾਂ ਨੂੰ ਪਤਾ ਦੋਨਾਂ ਦੀ ਵੈਲਿਊ ਕੀ ਹੈ सेम है। फिर भी मैं आई दी पावर 4 सबस्टिट्यूट किया। तो हम इतों की कहेंगे बेस सेम है, आइटा आइटा सेम है, तो पावर की हो जाएगी इक्वल हो जाएगी। एन कि आ गया 4, तो 4 जी है वो लीस्ट वैल्यू है कि एन की, अगर अपने को आ कंडीशन दी हो तो एन की वैल्यू कितनी है जो 4। तो इस तरह क्वेश्चन थोड़ा अक्सर पेपर च आते हैं और ये लास्ट ईयर के पेपर्स के आया हुआ क्वेश्चन है। ਹੋਰ ਵੀ ਬਹੁਤ ਸਾਰੀ ਐਗਜ਼ਾਮਪਲਸ ਜਿਹੜੀਆਂ ਨੇ ਮੈਂ ਉਹ ਟੈਲੀਗ੍ਰਾਮ ਦੇ ਉੱਪਰ ਆਪਣੀ PDF ਅਪਲੋਡ ਕਰਾਂਗਾ ਇਸ ਨੋਟਸ ਦੀ। ਉਸ ਦੇ ਵਿੱਚ ਤੁਹਾਨੂੰ ਹੋਰ ਵੀ ਜਿਹੜੇ ਪ੍ਰੈਕਟਿਸ ਕਰਨ ਲਈ ਜਿਹੜੇ MCQs ਮਿਲ ਜਾਣਗੇ, ਤੁਸੀਂ ਉਸ PDF ਨੂੰ ਡਾਊਨਲੋਡ ਕਰ ਦੇਣਾ। ਅਤੇ ਟੈਲੀਗ੍ਰਾਮ ਦੇ ਚੈਨਲ ਦਾ ਲਿੰਕ ਮੈਂ ਆਪਣੀ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੇਵਾਂਗਾ, ਅਤੇ ਮੈਂ ਟੈਲੀਗ੍ਰਾਮ ਦਾ ਲਿੰਕ ਅਬਾਊਟ ਸੈਕਸ਼ਨ ਵਿੱਚ ਜਾ ਕੇ ਮੇਰੇ YouTube ਚੈਨਲ ਮੈਂ ਅਧਿਆਪਕ ਕਲਟੀਵੇਸ਼ਨ ਆਫ ਮਾਈਂਡ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਤਾਂ ਉਮੀਦ ਕਰਦਾ ਹਾਂ ਕਿ ਇਹ ਜੋ ਅਸੀਂ ਅੱਜ ਲੈਕਚਰ 2 ਹੈ ਉਸ ਦੇ ਬਾਰੇ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਜਾਵੇਗਾ। ਅਗਰ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ। ਅਤੇ ਨੈਕਸਟ ਜੋ ਲੈਕਚਰ ਹੈ ਬਹੁਤ ਹੀ ਇੰਪੋਰਟੈਂਟ ਹੋਣ ਵਾਲਾ। ਇਹ ਸਮਝ ਲਓ ਕਿ ਤੁਹਾਡਾ ਜਿਹੜਾ ਨੈਕਸਟ ਲੈਕਚਰ ਹੈ ਉਸ ਦੇ ਵਿੱਚ ਜੋ ਅਸੀਂ ਜਮੈਟਰੀ ਰਿਪਰੈਜ਼ੈਂਟੇਸ਼ਨ ਆਫ ਕੰਪਲੈਕਸ ਨੰਬਰ ਦਾ ਟੋਪਿਕ ਪੜ੍ਹਾਂਗੇ, ਮੋਸਟ ਇੰਪੋਰਟੈਂਟ ਹੈ। ਉਸ ਤੋਂ ਬਿਨਾਂ ਤੁਹਾਡੀ ਨੈਕਸਟ ਜਿਹੜਾ ਚੈਪਟਰ ਹੈ ਉਹ ਹੋਣਾ ਹੀ ਨਹੀਂ, ਔਰ ਬਹੁਤ ਸਾਰੇ ਟੋਪਿਕਸ ਜਿਹੜੇ ਨੇ ਉਹ ਸਿਰਫ ਇੱਕ ਜਮੈਟਰੀ ਰਿਪਰੈਜ਼ੈਂਟੇਸ਼ਨ ਆਫ ਕੰਪਲੈਕਸ ਨੰਬਰ ਤੋਂ ਹੀ ਸਮਝ ਆਉਣਗੇ। ਤਾਂ ਤੁਸੀਂ ਨੈਕਸਟ ਜਿਹੜਾ ਲੈਕਚਰ ਆ ਉਹ ਜ਼ਰੂਰ ਸੁਣਨਾ ਹੈ, ਅਤੇ ਇਸ ਲੈਕਚਰ ਦੇ ਨਾਲ ਰਿਲੇਟਡ ਕੋਈ ਵੀ ਡਾਊਟ ਹੋਵੇ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਹੈ। ਧੰਨਵਾਦ।